ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 9:16 ਹੋਏ ਨੇ। 13 ਸਤੰਬਰ ਦਾ ਦਿਨ ਹੈ, ਵਰ੍ਹਾ 2021 ਦਾ ਸੋਮਵਾਰ ਹੈ। 29 ਭਾਦੋਂ ਨਾਨਕਸ਼ੇ ਸੰਮਤ 553। ਨਿੱਘਾ ਹਾਰਦਿਕ ਸਵਾਗਤ ਹੈ। ਅੱਜ ਗੱਲਬਾਤ ਪੰਜਾਬ ਤੋਂ ਦੇਸ਼ ਪੰਜਾਬ ਦੇ ਝਰੋਖੇ ਚੋਂ ਸ਼ੁਰੂ ਕਰਾਂਗੇ ਸਰਦਾਰ ਨਮਕਿਨ ਸਿੰਘ ਪੱਤੀ ਨਾਲ, ਤੇ ਫਿਰ ਖਬਰਾਂ ਤੋਂ ਬਾਅਦ ਅੱਜ ਖੁੱਲੀ ਵਿਚਾਰ ਚਰਚਾ ਕਈ ਵਿਸ਼ਿਆਂ ਤੇ ਖਾਸ ਵਿਸ਼ਾ ਆਹੀ ਗੀਤ ਦੇ ਆਲੇ ਦੁਆਲੇ। ਰਾਜਨੀਤੀ ਚੱਲ ਰਹੀ ਹੈ ਬਹੁਤ ਜ਼ੋਰਾਂ ਦੇ ਨਾਲ ਕਿ ਸੱਚ ਅਸੀਂ ਸੁਣਨਾ ਤੇ ਸੱਚ ਤੇ ਖੜਨਾ ਸਾਡਾ ਜਿਗਰਾ ਹੈ। ਤੇ ਬਹੁਤ ਵੀਡੀਓ ਵਾਇਰਲ ਹੁੰਦੀਆਂ ਨੇ। ਇੱਕ ਟੋਰਾਂਟੋ ਦੇ ਬਰੈਂਪਟਨ ਦੇ ਕੰਜ਼ਰਵੇਟਿਵ ਦੇ ਉਮੀਦਵਾਰ, ਉਹਨਾਂ ਦੀ ਗੱਲਬਾਤ ਚੱਲ ਰਹੀ ਸੀ ਗਰਾਊਂਡ ਦੇ ਵਿੱਚ, ਤੇ ਇੱਕ ਮੁੰਡਾ ਆ ਗਿਆ ਜਿਹਨੇ ਉਹਨਾਂ ਕੋਲ ਨਾਲ ਟਰੱਕ ਚਲਾਇਆ। ਉਹ ਕਹਿੰਦੇ ਵੀ ਮੇਰੇ ਨਾਲ ਜਿਹੜਾ ਕੁਛ ਤੁਸੀਂ ਕੀਤਾ ਉਹਦਾ ਜਵਾਬ ਦਿਓ। ਫਿਰ ਜਵਾਬ ਕੀ ਹੁੰਦਾ? ਜਵਾਬ ਕੱਖ ਨਹੀਂ ਹੁੰਦਾ। ਇਸ ਤਰ੍ਹਾਂ ਹੀ ਇਹ ਹੈ ਜਿਹੜੀ ਜ਼ਿੰਦਗੀ ਹੈ। ਜ਼ਿੰਦਗੀ ਦੇ ਵਿੱਚ ਇਹ ਵੀ ਹੈ ਬਈ ਤੁਸੀਂ ਇਹਨੂੰ ਛੱਡ ਦਿਓ, ਇਹ ਵੀ ਹੈ ਵੀ ਛੱਡਣਾ ਕਿਉਂ ਹੈ। ਫਰਕ ਇੰਨਾ ਹੀ ਹੈ। ਸੋ ਰਾਜਨੀਤੀ ਦੀ ਇਸ ਗਦਲ ਚੌਂਦੇ ਦੇ ਵਿੱਚ ਕਿੱਧਰ ਨੂੰ ਕਹਾਣੀ ਜਾ ਰਹੀ ਹੈ। ਜੂਡੀ ਵਿਲਸਨ ਰੇਬੋਲ ਦੀ ਇੱਕ ਕਿਤਾਬ ਉਸਨੇ ਜਿਹੜੀ ਲਿਖੀ ਹੈ, ਇੰਡੀਅਨ ਇਨ ਦਾ ਕੈਬਨਿਟ ਸਪੀਕਿੰਗ ਟਰੂਥ ਟੂ ਪਾਵਰ। ਜੂਡੀ ਵਿਲਸਨ ਰੇਬੋਲ ਨੇ ਆਪਣਾ ਸਾਰਾ ਸਿਆਸੀ ਸਫ਼ਰ ਦਾਅ 'ਤੇ ਲਾ ਕੇ ਸੱਚ ਬੋਲਿਆ, ਪਰ ਕੈਨੇਡੀਅਨਜ਼ ਸੱਚ ਨੂੰ ਪਿਆਰ ਕਰਦੇ ਆ। ਸੈਕੂਲਰ ਬਿੱਲ ਕਿਬੈਕ ਦੇ ਵਿੱਚ ਆਇਆ ਹੋਇਆ ਤੇ ਸਾਰੇ ਮਾਈਨੋਰਟੀ ਦੇ ਬੰਦੇ ਵਿੱਚ ਬੈਠੇ ਆ। ਕੋਈ ਵੀ ਬੰਦਾ ਨਹੀਂ ਬੋਲਦਾ, ਗੱਲ ਕਰਦਾ ਕੋਈ, ਕਿਉਂਕਿ ਉੱਥੋਂ ਸੀਟਾਂ ਜਿੱਤਣੀਆਂ ਨੇ। ਓਪਨਲੀ ਕੋਈ ਨਹੀਂ ਕਰ ਰਿਹਾ। ਟਰੂਡੋ ਨੇ ਕੀ ਕਰਨਾ, ਤੇ ਜਗਮੀਤ ਸਿੰਘ ਉਹਨਾਂ 'ਤੇ ਵੀ ਨਹੀਂ ਹੋਇਆ। ਕੋਰਟ ਦੇ ਵਿੱਚ ਹੈ ਤੇ ਕੋਰਟ ਨੂੰ ਅਸੀਂ ਚੈਲੰਜ ਨਹੀਂ ਕਰਦੇ। ਕੱਲ੍ਹ ਨੂੰ ਦਸਤਾਰ ਜੇ ਮੰਨ ਲਓ ਵੀ ਉੱਥੇ ਜਾ ਕੇ ਨੌਕਰੀ ਕਰਨੀ ਹੈ, ਕਿਸੇ ਸਰਦਾਰ ਨੇ ਦਸਤਾਰ ਲਾ ਕੇ ਸਰਕਾਰੀ ਨੌਕਰੀ ਕਰੂਗਾ। ਕਿਹੋ ਜਿਹੇ ਕੈਨੇਡਾ 'ਚ ਜਿਉਂਦੇ ਆ ਤੇ ਸੱਚ ਤੇ ਕਿਉਂ ਨਹੀਂ ਖੜਦੇ, ਇਸ ਦੇ ਆਲੇ ਦੁਆਲੇ ਅੱਜ ਗੱਲ ਚੱਲੇਗੀ। 604 204 0600 ਔਨ ਏਅਰ ਨੰਬਰ ਹੈਗਾ। 6042040600 ਤੇ ਸੈੱਲ ਫੋਨ ਨੰਬਰ ਮੇਰਾ 6047291224 ਤੁਹਾਡੇ ਲਈ। ਵਟਸਐਪ ਤੇ ਟੈਕਸਟ ਲਈ ਤੁਸੀਂ ਇਸ ਤੇ ਗੱਲਬਾਤ ਕਰ ਸਕਦੇ ਹੋ। ਤੇ ਸ਼ੇਰੇ ਪੰਜਾਬ ਦੀ ਫੇਸਬੁੱਕ ਸ਼ੇਰੇ ਪੰਜਾਬ ਰੇਡੀਓ, ਉੱਥੇ ਤੁਸੀਂ ਜਾਣਾ ਹੈ ਤੇ ਸ਼ੇਰੇ ਨਾਲ ਹੀ sherepajabradio.ca ਤੇ ਸਿੱਧਾ ਪ੍ਰਸਾਰਨ ਵੈਬਸਾਈਟ ਇੱਥੇ, ਤੇ 77822200600 ਵਟਸਐਪ ਦਾ ਵੀ ਨੰਬਰ ਹੈ ਜਿੱਥੇ ਤੁਸੀਂ ਸੁਨੇਹਾ ਭੇਜ ਸਕਦੇ ਹੋ। ਫੁੱਲ ਵਾਂਗੂ ਉਸਨੇ ਹੀ ਟਹਿਕਣਾ ਇਸ ਦੌਰ ਵਿੱਚ, ਜਾਣਦਾ ਜੋ ਸੂਲੀਆਂ ਨੂੰ ਚੁੰਮਣਾ ਇਸ ਦੌਰ ਵਿੱਚ। ਹਰ ਕਦਮ ਤੇ ਲਟਕਦੇ ਨੇ ਖੂਬਸੂਰਤ ਪਿੰਜਰੇ, ਭੁੱਲ ਗਿਆ ਪੰਛੀ ਵਿਚਾਰਾ ਆਲਣਾ ਇਸ ਦੌਰ ਵਿੱਚ। ਸਿਦਕ ਹੈ, ਇਮਾਨ ਹੈ, ਸਾਡੀ ਤਲੀ ਤੇ ਜਾਨ ਹੈ, ਪਰਖ ਲੈ ਜੋ ਪਰਖਣਾ ਤੂੰ ਦੁਸ਼ਮਣ ਇਸ ਦੌਰ ਵਿੱਚ। ਦੋਸ਼ ਪੱਥਰ ਦਾ ਨਹੀਂ ਤੇ ਨਾ ਕਿਸੇ ਵੀ ਫੁੱਲ ਦਾ, ਸ਼ੀਸ਼ਿਆਂ ਤਾਂ ਤਿੜਕਣਾ ਹੀ ਤਿੜਕਣਾ ਇਸ ਦੌਰ ਵਿੱਚ। ਕੀ ਭਰੋਸਾ ਜੰਗਲ ਦੇ ਸਦੀਵੀ ਹੋਣ ਦਾ, ਝੂਮਦੇ ਵਿਰਖਾਂ ਅਚਾਨਕ ਡਿੱਗਣਾ ਇਸ ਦੌਰ ਵਿੱਚ। ਕੌਣ ਹੈ ਇਹ, ਕਿਸਨੇ ਸਾਡੇ ਮੱਥੇ ਤੇ ਉਕਰਿਆ, ਗਿੱਲੇ ਗੋਹੇ ਵਾਂਗ ਹਰ ਪਲ ਸੁਲਗਣਾ ਇਸ ਦੌਰ ਵਿੱਚ। ਹੂਕ ਹੈ, ਬਿਰਾਗ ਹੈ, ਇੱਕ ਰਾਗ ਹੈ ਪਰ ਸਾਜ ਨਾ, ਗੀਤ ਦਾ ਇਹ ਦਰਦ ਕਿਸੇ ਨੇ ਸਮਝਣਾ ਇਸ ਦੌਰ ਵਿੱਚ। ਮੌਸਮਾਂ ਦਾ ਕਹਿਰ ਹੈ, ਸੂਲਾਂ ਦੀ ਤਿੱਖੀ ਜ਼ਹਿਰ ਹੈ, ਫਿਰ ਵੀ ਫੁੱਲਾਂ ਨੇ ਹਰਦਮ ਮਹਿਕਣਾ ਇਸ ਦੌਰ ਵਿੱਚ। ਫਿਰ ਵੀ ਫੁੱਲਾਂ ਨੇ ਮਹਿਕਣਾ ਇਸ ਦੌਰ ਵਿੱਚ। ਸਰਦਾਰ ਹਰਦਮ ਸਿੰਘ ਮਾਨ ਲਿਖਦੇ ਹੈ। ਧੰਨਵਾਦ ਜੀ ਸਾਰਿਆਂ ਦਾ। ਸੋਮਵਾਰ ਦਾ ਦਿਨ ਹੈ, ਜਿੱਥੇ ਵੀ ਬੈਠੇ ਹੋ ਪ੍ਰੋਗਰਾਮ ਸੁਣ ਰਹੇ ਹੋ। ਵੀਕਐਂਡ ਤੋਂ ਬਾਅਦ ਅੱਜ ਹਫਤਾ ਨਵਾਂ ਸ਼ੁਰੂ ਹੋ ਗਿਆ ਤੇ ਇਹ ਵੀ ਹਫਤਾ ਮੁੱਕ ਜਾਣਾ। ਇਉਂ ਹੀ ਚੱਕਲਾ ਹੋਇਆ। ਬਾਰ ਐਤਵਾਰ ਕਦ ਲੰਘ ਜਾਂਦਾ ਹੈ ਪਤਾ ਨਹੀਂ ਲੱਗਦਾ। ਪਰ ਜ਼ਿੰਦਗੀ ਦੇ ਕੁਛ ਅਜਿਹੇ ਪਲ ਨੇ ਜਿਨ੍ਹਾਂ ਨੂੰ ਤੁਸੀਂ ਮਾਣ ਸਕਦੇ ਹੋ। ਜਦ ਲੰਘ ਜਾਂਦੇ ਆ ਤਾਂ ਲੰਘ ਜਾਂਦੇ ਆ। ਕੱਲ੍ਹ ਲੰਘ ਗਿਆ, ਉਹਦੇ ਬਾਰੇ ਗੱਲ ਨਹੀਂ ਕਰਨੀ। ਕੱਲ੍ਹ ਆਉਣਾ ਹੈ ਮੰਗਲਵਾਰ, ਗੱਲ ਨਹੀਂ ਕਰਨੀ। ਅੱਜ ਦੀ ਉਹ ਗੱਲ ਕਰਕੇ ਜ਼ਿੰਦਗੀ ਇਹੀ ਵਧੀਆ ਗੁਜ਼ਰ ਸਕਦੀ ਹੈ। ਸਰਦਾਰ ਨਮਕਿਨ ਸਿੰਘ ਪੱਤੀ ਪੰਜਾਬ ਤੋਂ ਦੇਸ਼ ਪੰਜਾਬ ਦੇ ਝਰੋਖੇ ਚੋਂ ਗੱਲਬਾਤ ਕਰਨਗੇ। ਸਰਦਾਰ ਸਤਿੰਦਰਪਾਲ ਸਿੰਘ ਬਰਾੜ ਇਸ ਦੇ ਸਪਾਂਸਰ ਨੇ। ਉੱਗੇ ਰੀਅਲਟਰ ਜਿਹੜੇ ਸਾਰੇ ਲੋਅਰ ਮੇਨਲੈਂਡ ਫਰੇਜ਼ਰ ਵੈਲੀ ਦੇ ਵਿੱਚ ਤੁਹਾਨੂੰ ਸੇਵਾਵਾਂ ਦਿੰਦੇ ਨੇ। ਮੇਪਲ ਰਿਜ ਦੇ ਵਿੱਚ ਅੱਧੇ ਏਕੜ 'ਚ ਬਣਿਆ ਘਰ ਵਿਕਾਊ ਹੈ। 604 906 7413 ਤੇ ਸਰਦਾਰ ਬਰਾੜ ਨਾਲ ਗੱਲਬਾਤ ਕਰ ਰਹੇ। ਸਰਦਾਰ ਨਮਕਿਨ ਸਿੰਘ ਪੱਤੀ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ ਜੀ।
ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਆਸ ਉਮੀਦ ਕਰਦਾ ਕਿ ਵੀਕਐਂਡ ਵਧੀਆ ਰਿਹਾ ਹੋਵੇਗਾ ਸਾਰੇ ਭਰਾਵਾਂ ਦਾ। ਜੀ ਗਿੱਲ ਸਾਹਿਬ, ਅੱਛਾ, ਸਭ ਤੋਂ ਪਹਿਲਾਂ ਸੰਘਰਸ਼ ਦੀ ਗੱਲ ਕਰੀਏ। ਅੱਜ ਕਿਸੇ ਨੇ ਫੋਟੋ ਪਾਈ, ਵਰਦੇ ਮੀਂਹਾਂ ਦੇ ਵਿੱਚ ਤੁਰੇ ਫਿਰਦੇ ਆ, ਤੇ ਲੱਗਦਾ ਜਿਵੇਂ ਮੈਂ ਨਿੱਜੀ ਤੌਰ ਤੇ ਕਹਾਂ ਵੀ ਸਾਡੇ ਮਨ ਚੋਂ ਵਿਸਰ ਗਏ ਹੋ, ਜਾਂ ਚੱਕ ਲਾ ਤੇ ਹੁੰਦੀ ਤੋੜਦੇ ਜਾਂਦੇ ਵੈਰੀਕੇਡ ਤੇ ਜਾ ਬੜੇ ਉੱਥੇ, ਤੇ 26 ਜਨਵਰੀ ਤਾਂ ਸਾਡੇ ਚਿੱਤਿਆਂ 'ਚ ਸੀ। ਹੁਣ ਕਿਤੇ ਕਿਤੇ ਲੱਗਦਾ ਅਸੀਂ ਭੁੱਲ ਗਏ। ਇਸੇ ਤਰ੍ਹਾਂ ਹੀ ਅਸੀਂ ਤਵਾਰੀਖਾਂ ਭੁੱਲ ਗਏ, ਅਸੀਂ ਸੰਘਰਸ਼ ਭੁੱਲ ਗਏ। 47 ਤੋਂ ਬਾਅਦ ਦੇ ਸਾਰੇ ਸਾਡੀਆਂ ਦਿਮਾਗਾਂ 'ਚੋਂ ਨਿਕਲ ਗਏ। ਅੱਛਾ, ਹੁਣ ਇਹ ਸਿਰਸੇ ਦੀ ਮਹਾਂ ਪੰਚਾਇਤ ਤੇ ਕਰਨਾਲ ਦੇ ਵਿੱਚ ਕਿਵੇਂ ਨਿਬੜੀ ਕਹਾਣੀ ਫਿਰ? ਜੀ ਗਿੱਲ ਸਾਹਿਬ, ਦੇਖੋ, ਕਿਸਾਨ ਸੰਘਰਸ਼ ਲਗਾਤਾਰ ਅੱਗੇ ਵੱਧ ਰਿਹਾ ਗਾ। ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤਹਿਤ ਸਿਰਸਾ ਦੀ ਜਿਹੜੀ ਅਨਾਜ ਮੰਡੀ ਆ, ਉੱਥੇ ਕਿਸਾਨਾਂ ਦੀ ਮਹਾਂ ਪੰਚਾਇਤ ਹੋਈ। ਮੀਂਹ ਪੈ ਰਿਹਾ ਸੀ ਗਿੱਲ ਸਾਹਿਬ, ਉਧਰੋਂ ਮਹਾਂ ਪੰਚਾਇਤ ਚੱਲ ਰਹੀ ਸੀ। ਵਰਦੇ ਮੀਂਹ ਦੇ ਵਿੱਚ ਕਿਸਾਨਾਂ ਨੇ ਸੰਬੋਧਨ ਕੀਤਾ। ਵਰਦੇ ਮੀਂਹ ਦੇ ਵਿੱਚ ਹੀ ਜਿਹੜੇ ਕਿਸਾਨ ਨੇ ਉਹ ਡਟੇ ਰਹੇ, ਕੋਈ ਪਰਵਾਹ ਨਹੀਂ ਮੀਂਹ ਦੀ। ਔਰ ਗੁਰਨਾਮ ਸਿੰਘ ਚਿਰੂਨੀ, ਡਾਕਟਰ ਦਰਸ਼ਨਪਾਲ, ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਸੀਨੀਅਰ ਆਗੂਆਂ ਨੇ ਉੱਥੇ ਸੰਬੋਧਨ ਕੀਤਾ ਜੀ। ਸੋ ਇਹ ਐਜੀਟੇਸ਼ਨ ਆ ਜਿਹੜੀ ਲਗਾਤਾਰ ਚੱਲ ਰਹੀ ਆ। 27 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੋਇਆ, ਉਹਦੀਆਂ ਪੂਰੀਆਂ ਤਿਆਰੀਆਂ ਚੱਲ ਰਹੀਆਂ। ਲਖਨਊ 'ਚ ਮੀਟਿੰਗ ਹੋਈ ਪਿਛਲੇ ਦਿਨਾਂ ਦੇ ਵਿੱਚ। ਉੱਤਰ ਪ੍ਰਦੇਸ਼ ਜਿਹੜਾ ਪੂਰੇ ਦਾ ਪੂਰਾ ਸਰਗਰਮ ਨਜ਼ਰ ਹੋ ਰਿਹਾ, ਜਿੱਥੋਂ ਭਾਰਤੀ ਜਨਤਾ ਪਾਰਟੀ ਵੀ ਹਿੱਲੀ ਨਜ਼ਰ ਆ ਰਹੀ ਆ। ਕਰਨਾਲ ਸਮਝੌਤੇ ਦੀ ਗੱਲ ਕਰੀਏ ਗਿੱਲ ਸਾਹਿਬ, ਕਰਨਾਲ ਦੇ ਵਿੱਚ ਬੜਾ ਅਹਿਮ ਸਮਝੌਤਾ ਗਾ ਜਿਹੜਾ ਉਹ ਹੋਇਆਗਾ। ਕਰਨਾਲ ਦੇ ਵਿੱਚ ਕਿਸਾਨਾਂ ਦੇ ਅੱਗੇ ਪ੍ਰਸ਼ਾਸਨ ਝੁਕਿਆਗਾ। ਮੰਗਾਂ ਨੇ ਜਿਹੜੀਆਂ ਉਹ ਕਿਸਾਨਾਂ ਦੀਆਂ ਮੰਨੀਆਂ ਗਈਆਂ ਨੇ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਿਸ ਕਿਸਾਨ ਦੀ ਸ਼ਹਾਦਤ ਹੋਈ ਹੈ ਹਰਿਆਣਾ ਦਾ, ਜਿਹੜਾ ਲਾਠੀ ਚਾਰਜ ਦੇ ਵਿੱਚ ਸ਼ਹੀਦ ਹੋਇਆ, ਉਹਦੇ ਪਰਿਵਾਰ ਦੇ 2 ਮੈਂਬਰਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਜਿਹੜਾ ਵਾਅਦਾ ਗਾ ਉਹ ਹੋਇਆਗਾ। ਸੋ ਇਹ ਪਹਿਲੀ ਵਾਰ ਆ ਨਹੀਂ, ਪੰਜਾਬ ਦੇ ਵਿੱਚ ਤਾਂ ਜਿੰਨੇ ਕਿਸਾਨ ਸ਼ਹੀਦ ਹੋ ਰਹੇ ਨੇ ਉਹ ਸਾਰਿਆਂ ਦੇ ਪਰਿਵਾਰਾਂ ਨੂੰ ਜਿਹੜੀਆਂ ਸਰਕਾਰੀ ਨੌਕਰੀਆਂ ਨੇ ਉਹ ਮਿਲ ਰਹੀਆਂ ਨੇ। ਲੇਕਿਨ ਹਰਿਆਣਾ ਦੀ ਸਰਕਾਰ ਨੇ ਅਜੇ ਤੱਕ ਇਹ ਮੰਗ ਨਹੀਂ ਸੀ ਮੰਨੀ। ਸੋ ਪਹਿਲੀ ਵਾਰ ਹੋਇਆਗਾ ਕਿ ਇੱਕ ਸ਼ਹੀਦ ਹੋਏ ਕਿਸਾਨ ਦੇ ਪਰਿਵਾਰ ਨੂੰ ਜਿਹੜੀਆਂ 2 ਨੌਕਰੀਆਂ ਨੇ ਉਹ ਮਿਲੀਆਂ ਨੇ। ਦੂਸਰੀ ਗੱਲ ਇਹ ਹੈਗੀ ਕਿ ਜਿਹੜੀ ਮੇਨ ਮੰਗ ਸੀ ਕਿ SDM ਨੂੰ ਜਿਹੜਾ ਚੱਲਦਾ ਕਰੋ। ਗਿੱਲ ਸਾਹਿਬ, ਇਸ ਵਿਸ਼ੇ ਦੇ ਉੱਤੇ ਇਹ ਸਮਝੌਤਾ ਹੋਇਆਗਾ ਕਿ ਹਾਈ ਕੋਰਟ ਦਾ ਇੱਕ ਸਾਬਕਾ ਜੱਜ ਇਸ ਕੇਸ ਦੀ ਜਾਂਚ ਕਰੂਗਾ। 1 ਮਹੀਨੇ ਦੇ ਵਿੱਚ ਉਹ ਰਿਪੋਰਟ ਦੇਊਗਾ। ਜਦੋਂ ਤੱਕ ਜਾਂਚ ਨਹੀਂ ਹੁੰਦੀ 1 ਮਹੀਨਾ, ਉਦੋਂ ਤੱਕ SDM ਆ ਜਿਹੜਾ ਲੰਬੀ ਛੁੱਟੀ ਦੇ ਉੱਤੇ ਭੇਜ ਦਿੱਤਾ ਗਿਆ ਗਾ। ਸੋ ਇਹ ਕਿਸਾਨਾਂ ਦੀ ਇੱਕ ਵੱਡੀ ਪ੍ਰਾਪਤੀ ਜਿਹੜੀ ਮੰਨੀ ਜਾਂਦੀ ਹੈ, ਕਿਉਂਕਿ ਕਿਸਾਨਾਂ ਨੇ ਰਾਏ ਲਈ ਸੀ ਕਿ ਜੇ SDM ਦੇ ਖਿਲਾਫ ਪੁਲਿਸ ਕੇਸ ਦਰਜ ਹੁੰਦਾ ਗਾ ਤਾਂ ਉਹ 2 ਮਹੀਨਿਆਂ ਦੇ ਵਿੱਚ ਇਹਨਾਂ ਨੇ ਖਾਰਜ ਕਰ ਦੇਣਾ। ਉਹਦੇ ਨਾਲੋਂ ਬਿਹਤਰ ਇਹ ਆ ਕਿ ਹਾਈ ਕੋਰਟ ਦੇ ਸਾਬਕਾ ਜੱਜ ਦੇ ਵੱਲੋਂ ਜਾਂਚ ਕੀਤੀ ਜਾਵੇ। ਔਰ ਜਦੋਂ ਨਿਆਂਇਕ ਜਾਂਚ ਹੁੰਦੀ ਹੈ, ਜਾਂਚ ਹੋਣ ਤੋਂ ਬਾਅਦ ਜੇ ਉਹ ਦੋਸ਼ੀ ਪਾਇਆ ਜਾਂਦਾ ਹੈ, ਕਿਉਂਕਿ ਵੀਡੀਓ ਹੈਗੀ ਹੈ ਔਰ ਉਹਨੇ ਕਿਹਾ ਗਾ ਕਿ ਸਿਰ ਪਾੜ ਦਿਓ, ਤਾਂ ਕਿਸਾਨਾਂ ਨੂੰ ਇਹ ਕੌਨਫੀਡੈਂਸ ਹੈਗਾ ਕਿ ਉਹ ਕਿਸੇ ਵੀ ਤਰੀਕੇ ਦੇ ਨਾਲ ਧੋਤੀ ਨਹੀਂ ਜਾ ਸਕਦੀ ਗੱਲ। ਸੋ ਇਸ ਕਰਕੇ ਜੇ ਉਹ ਨਿਆਂਇਕ ਜਾਂਚ ਦੇ ਵਿੱਚ ਦੋਸ਼ੀ ਪਾਇਆ ਜਾਂਦਾ ਹੈ ਇੱਕ ਜੱਜ ਦੇ ਵੱਲੋਂ ਜਾਂਚ ਕਰਨ ਤੋਂ ਬਾਅਦ, ਤਾਂ ਉਹਦੇ ਭੱਜਣ ਦਾ ਕੋਈ ਰਾਹ ਨਹੀਂ ਬਚਦਾ। ਦੂਸਰਾ ਹੈ ਕਿ ਉਦੋਂ ਤੱਕ ਉਹਨੂੰ ਲੰਬੀ ਛੁੱਟੀ ਦੇ ਉੱਤੇ ਭੇਜ ਦਿੱਤਾ ਗਿਆ। ਸੋ ਇਹ ਕਰਨਾਲ ਦੇ ਵਿੱਚ ਕਿਸਾਨਾਂ ਦੀ ਇੱਕ ਵੱਡੀ ਪ੍ਰਾਪਤੀ ਹੈ ਜਿਹੜੀ ਉਹ ਮੰਨੀ ਜਾ ਰਹੀ ਹੈ। ਔਰ ਸਰਕਾਰ ਵੀ ਹਿੱਲੀ ਹੋਈ ਆ, ਕਿਉਂਕਿ ਹਰਿਆਣਾ ਦੇ ਵਿੱਚ ਗਿੱਲ ਸਾਹਿਬ, ਜੇ ਹਰਿਆਣਾ ਦਾ ਅੰਕੜਾ ਦੇਖੀਏ, 27% ਆ ਜਿਹੜਾ ਉਹ ਜਾਟ ਵਸੋਂ ਆ ਉੱਥੇ। ਔਰ ਜਾਟ ਵਸੋਂ ਦੇ ਵਿੱਚੋਂ ਕੋਈ ਜਿਹਾ ਜਾਟ ਪਰਿਵਾਰ ਨਹੀਂ ਹੈ ਜਿਹੜਾ ਕਿਸਾਨ ਅੰਦੋਲਨ ਦਾ ਹਿੱਸਾ ਨਾ ਹੋਵੇ। ਗਿੱਲ ਸਾਹਿਬ, ਮੈਂ ਪਿਛਲੇ ਦਿਨੀ ਜਾ ਕੇ ਆ ਉੱਥੇ, ਹਜੇ ਤੱਕ ਵੀ ਉਹ ਦੁੱਧ ਨਹੀਂ ਪਾਉਂਦੇ ਦੋਜੀਆਂ ਨੂੰ। ਸਾਰਾ ਦੁੱਧ ਉਹਨਾਂ ਦਾ ਮੋਰਚੇ 'ਚ ਆ ਰਿਹਾ, ਸਾਡੀ ਲੱਸੀ ਮੋਰਚੇ 'ਚ ਆ ਰਹੀ ਆ। ਤਾਂ 27% ਵਸੋਂ ਜੇ ਤੁਰੀ ਹੈ, ਉਹਨਾਂ ਨਾਲ ਮਜ਼ਦੂਰ ਵੀ ਜੁੜੇ ਨੇ, ਜਿਹਨੇ ਖੇਤ ਮਜ਼ਦੂਰ ਨੇ ਉਹ ਸਾਰੇ ਨਾਲ ਨੇ, ਔਰ ਉੱਥੇ ਉਹਨਾਂ ਦਾ ਪ੍ਰਭਾਵ ਵੀ ਹੈ। ਤੇ ਉਹ ਪੂਰੇ ਦਾ ਪੂਰਾ ਇਲਾਕਾ ਗਾ ਜਿਹੜਾ ਉਹ ਕਿਸਾਨ ਅੰਦੋਲਨ ਦੇ ਨਾਲ ਹੈ। ਔਰ ਖੱਟਰ ਸਰਕਾਰ ਹਿੱਲੀ ਪਈ ਆ। ਕਰਨਾਲ ਦਾ ਜਿਹੜਾ ਏਰੀਆ ਮੁੱਖ ਮੰਤਰੀ ਦਾ ਏਰੀਆ ਖੱਟਰ ਦਾ, ਔਰ ਇੱਥੋਂ ਹੀ ਖੱਟਰ ਚੋਣ ਲੜਦਾ। ਸੋ ਖੱਟਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਇਸ ਕਿਸਾਨ ਅੰਦੋਲਨ ਨੇ। ਭਾਰਤੀ ਜਨਤਾ ਪਾਰਟੀ ਨੂੰ ਵਾਰ-ਵਾਰ ਬਹੁਤ ਕੁਛ ਕਹਿ ਰਹੀ ਹੈ। ਲੇਕਿਨ ਗਿੱਲ ਸਾਹਿਬ, ਇੱਕ ਮੈਂ ਇਹ ਦੱਸਦਾ ਚੱਲਾਂ ਕਿ 32 ਕਿਸਾਨ ਜਥੇਬੰਦੀਆਂ ਨੇ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਨੂੰ ਮੀਟਿੰਗ ਦੇ ਉੱਤੇ ਸੱਦਿਆ ਸੀ, ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗਏ ਸੀ, ਡਾਕਟਰ ਦਲਜੀਤ ਸਿੰਘ ਚੀਮਾ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਿੰਦਰ ਸਿੰਘ ਗਰੇਵਾਲ, ਬਲਵਿੰਦਰ ਸਿੰਘ ਭੂੰਦੜ। ਕਾਂਗਰਸ ਵੱਲੋਂ ਨਵਜੋਤ ਸਿੱਧੂ, ਪ੍ਰਗਟ ਸਿੰਘ, ਕੁਲਜੀਤ ਨਾਗਰਾ ਗਏ ਸੀ। ਆਮ ਆਦਮੀ ਪਾਰਟੀ ਵੱਲੋਂ ਵੀ ਸੀਨੀਅਰ ਆਗੂ ਕੁਲਤਾਰ ਸੰਧਵਾ, ਪ੍ਰੋਫੈਸਰ ਬਲਜਿੰਦਰ ਕੌਰ ਹੁਰੀ ਗਏ ਸੀ। ਉੱਥੇ ਕਿਸਾਨ ਜਥੇਬੰਦੀਆਂ ਨੇ ਇਹਨਾਂ ਨੂੰ ਕਿਹਾ ਸੀ, 32 ਨੇ, ਕਿ ਰਾਜੇਵਾਲ ਦੀ ਅਗਵਾਈ ਦੇ ਵਿੱਚ ਕੋਈ ਸਰਗਰਮੀ ਨਹੀਂ ਕਰਨੀ, ਘਰਾਓ ਕਰਾਂਗੇ।
ਲੇਕਿਨ ਭਾਰਤੀ ਕਿਸਾਨ ਯੂਨੀਅਨ ਅਗਰਾਹਾਂ ਨੇ ਹੁਣ 32 ਕਿਸਾਨ ਜਥੇਬੰਦੀਆਂ ਤੋਂ ਅਲੱਗ ਪੈਂਤੜਾ ਲਿਆਗਾ ਕਿ ਅਸੀਂ ਸਿਰਫ ਭਾਜਪਾ ਦਾ ਘਿਰਾਓ ਕਰਾਂਗੇ, ਬਾਕੀਆਂ ਦਾ ਉਸ ਰੂਪ ਦਾ ਘਿਰਾਓ ਨਹੀਂ ਕਰਾਂਗੇ। ਸੋ ਇਹ ਵੀ ਇੱਕ ਗੱਲ ਜਿਹੜੀ ਆਪਣੇ ਸਰੋਤਿਆਂ ਨੂੰ ਦੱਸਣੀ ਬਣਦੀ ਹੈ ਕਿ 32 ਜਥੇਬੰਦੀਆਂ ਦਾ ਇੱਕ ਅਲੱਗ ਫੈਸਲਾ, ਇੱਕ ਕਿਸਾਨ ਜਥੇਬੰਦੀ ਦਾ ਅਲੱਗ ਫੈਸਲਾ। ਹੁਣ ਇਹ ਸਾਰਾ ਫੈਸਲਾ ਜਿਹੜਾ ਸੰਯੁਕਤ ਮੋਰਚੇ 'ਚ ਲਿਜਾਇਆ ਜਾਊ। ਸੰਯੁਕਤ ਮੋਰਚਾ ਭਾਰਤ ਪੱਧਰ ਦੇ ਉੱਤੇ ਇਸ ਵਿਸ਼ੇ ਦੇ ਉੱਤੇ ਕੀ ਡਿਸੀਜਨ ਲੈਂਦਾ ਗਾ ਉਹ ਦੇਖਣਾ ਹੋਊ, ਕਿਉਂਕਿ ਫਿਲਹਾਲ ਜਿਹੜਾ ਹੁਣ ਤੱਕ ਦਾ ਸੰਯੁਕਤ ਮੋਰਚੇ ਦਾ ਡਿਸੀਜਨ ਉਹ ਇਹੀ ਹੈ ਕਿ ਸਿਰਫ ਭਾਜਪਾ ਦਾ ਵਿਰੋਧ ਕੀਤਾ ਜਾਵੇ, ਬਾਕੀਆਂ ਨੂੰ ਸਵਾਲ ਪੁੱਛੇ ਜਾਣ। ਜੀ ਅੱਛਾ, ਅਮਰਿੰਦਰ ਨੂੰ ਰਾਜਨੀਤੀ ਵਾਲੇ ਪਾਸੇ ਨੂੰ ਆ ਜਾਈਏ। ਅਮਰਿੰਦਰ ਨੂੰ ਨਵਜੋਤ ਸਿੱਧੂ ਨੇ ਚਿੱਠੀ ਲਿਖੀ ਤੇ ਅਮਰਿੰਦਰ ਕਹਿੰਦਾ ਵੀ ਤੁਸੀਂ ਹੁਣ ਇੱਥੋਂ ਜਿਹੜੇ ਧਰਨੇ ਨੇ ਦਿੱਲੀ ਲਾਓ ਜਾ ਕੇ। ਜੀ ਗਿੱਲ ਸਾਹਿਬ, ਅਮਰਿੰਦਰ ਸਿੰਘ ਨੇ ਅੱਜ ਬੜਾ ਵਿਵਾਦਿਤ ਬਿਆਨ ਦਿੱਤਾ। ਉਹ ਕਹਿੰਦਾ ਕਿ ਪੰਜਾਬ ਦੇ ਵਿੱਚ 113 ਦੇ ਲਗਭਗ ਥਾਵਾਂ ਦੇ ਉੱਤੇ ਕਿਸਾਨ ਧਰਨੇ ਚੱਲ ਰਹੇ ਆ, ਉਹਦੇ ਨਾਲ ਕਹਿੰਦਾ ਪੰਜਾਬ ਦੀ ਆਰਥਿਕਤਾ ਨੂੰ ਸੱਟ ਵੱਜ ਰਹੀ ਆ, ਕਿਉਂਕਿ ਜਿਹੜੇ ਟੋਲ ਪਲਾਜ਼ੇ ਘੇਰੇ ਹੋਏ ਨੇ। ਗਿੱਲ ਸਾਹਿਬ, ਮੈਨੂੰ ਨਾ ਇੱਕ ਪ੍ਰੈਕਟੀਕਲ ਗੱਲ ਤੁਹਾਨੂੰ ਦੱਸਦਾ। ਮੈਨੂੰ ਇੱਕ ਗੱਡੀ ਵਾਲਾ ਦੱਸਣ ਲੱਗ ਗਿਆ। ਉਹ ਕਹਿੰਦਾ ਭਰਾ ਵੀ ਮੇਰੇ ਕੋਲ 2 ਗੱਡੀਆਂ ਨੇ, ਮਿਹਨਤ ਮਜ਼ਦੂਰੀ ਕਰਕੇ ਕੰਮ ਚਲਾਉਣਾ। ਕਹਿੰਦਾ ਦੋਨੇ ਗੱਡੀਆਂ ਮੇਰੀਆਂ ਜਿਹੜੀਆਂ ਪਿਕਅਪ ਨੇ ਉਹ ਹਿਮਾਚਲ ਵਾਲੇ ਪਾਸੇ ਨੂੰ ਚੱਲਦੀਆਂ। ਪੰਜਾਬ 'ਚ ਕਹਿੰਦਾ 200 ਰੁਪਇਆ ਰੋਜ਼ਾਨਾ ਦਾ ਔਸਤ ਇੱਕ ਗੱਡੀ ਦਾ ਟੋਲ ਪਲਾਜ਼ਾ ਪੈਂਦਾ ਸੀ। ਕਹਿੰਦਾ ਸਾਲ ਹੋ ਗਿਆ ਕਿਸਾਨ ਭਰਾਵਾਂ ਨੇ ਬੰਦ ਕਰਤੇ ਟੋਲ ਪਲਾਜ਼ੇ, ਔਰ ਮੈਨੂੰ ਕਹਿੰਦਾ 200 ਰੁਪਇਆ ਇੱਕ ਗੱਡੀ ਦਾ ਬਚਦਾ, 6000 ਇੱਕ ਗੱਡੀ ਦਾ, 2 ਗੱਡੀਆਂ ਨੇ 12000 ਮਹੀਨੇ ਦਾ ਮੇਰੀ ਕਿਸ਼ਤ ਨਿਕਲਦੀ ਆ। ਔਰ ਇਹ ਦੇਖੋ ਤੁਸੀਂ, ਇਹ ਕਿਸਾਨਾਂ ਕਰਕੇ ਹੋਇਆ ਗਾ, ਔਰ ਕਿਸਾਨਾਂ ਕਰਕੇ ਆਮ ਲੋਕਾਂ ਦਾ ਇੰਨਾ ਫਾਇਦਾ ਹੋ ਰਿਹਾ। ਕੈਪਟਨ ਅਮਰਿੰਦਰ ਸਿੰਘ ਇਹਨੂੰ ਇਹ ਸਮਝ ਰਿਹਾ ਕਿ ਪੰਜਾਬ ਦੇ ਵਿਕਾਸ ਦੇ ਵਿੱਚ ਤੁਸੀਂ ਡਿੱਕਾ ਡਾ ਰਹੇ ਹੋ। ਸੋ ਸਿੱਧੇ ਤੌਰ ਦੇ ਉੱਤੇ ਅੱਜ ਜੋ ਕਪਤਾਨ ਸਾਹਿਬ ਦੀ ਇਹ ਬੋਲੀ ਆ, ਇਹ ਕਪਤਾਨ ਸਾਹਿਬ ਦੀ ਬੋਲੀ ਭਾਰਤੀ ਜਨਤਾ ਪਾਰਟੀ ਵਾਲੀ ਬੋਲੀ ਆ। ਕਪਤਾਨ ਸਾਹਿਬ ਕਹਿੰਦੇ ਤੁਸੀਂ ਦਿੱਲੀ ਬਹਿ ਜਾਓ, ਹਰਿਆਣੇ 'ਚ ਬਹਿ ਜਾਓ, ਦਿੱਲੀ ਮੋਰਚੇ ਲਾ ਲਓ, ਪਰ ਪੰਜਾਬ 'ਚੋਂ ਚੱਕ ਦਿਓ। ਸੋ ਕਦੇ ਇਹ ਥੋੜ੍ਹੀ ਹੁੰਦਾ ਗਾ ਵੀ ਦੂਜੀ ਮੰਜ਼ਿਲ ਸਾਰ ਲਓ, ਤੀਜੀ ਸਾਰ ਲਓ, ਥੱਲੇ ਵਾਲੀ ਨਿਉਂ ਚੱਕ ਦਿਓ, ਉੱਥੇ ਚੌਲ ਬੀਜ ਦਿਓ। ਸੋ ਨਿਉਂ ਦੇ ਉੱਤੇ ਹੀ ਮੰਜ਼ਿਲਾਂ ਉਸਰਦੀਆਂ ਨੇ, ਜੜ੍ਹਾਂ ਦੇ ਉੱਤੇ ਹੀ ਦਰਖਤਾਂ ਨੂੰ ਫਲ ਲੱਗਦੇ ਨੇ। ਜੇ ਪੰਜਾਬ ਦੇ ਵਿੱਚ ਅੰਦੋਲਨ ਚੱਲ ਰਿਹਾ, ਜੇ ਪੰਜਾਬ ਦੇ ਵਿੱਚ ਟੋਲ ਪਲਾਜ਼ੇ ਘੇਰੇ ਹੋਏ ਨੇ, ਪੰਜਾਬ 'ਚ ਰਿਲਾਇੰਸ ਦੇ ਪੰਪ ਘੇਰੇ ਹੋਏ ਨੇ, ਸ਼ਾਪਿੰਗ ਮਾਲ ਘੇਰੇ ਹੋਏ ਨੇ, ਤਾਂ ਹੀ ਦਿੱਲੀ ਦੇ ਬਾਰਡਰ ਘੇਰੇ ਹੋਏ ਨੇ। ਇਹ ਕੈਪਟਨ ਅਮਰਿੰਦਰ ਸਿੰਘ ਜੀ ਜਿਹੜੀ ਗੱਲ ਕਰ ਰਹੇ ਨੇ, ਇਹ ਗੱਲ ਸਿੱਧੇ ਤੌਰ ਦੇ ਉੱਤੇ ਕਿਸਾਨ ਅੰਦੋਲਨ ਨੂੰ ਢਾਹ ਲਾਉਣ ਵਾਲੀ ਆ। ਉਧਰੋਂ ਨਵਜੋਤ ਸਿੰਘ ਸਿੱਧੂ ਨੇ ਚਿੱਠੀ ਲਿਖੀ ਆ, ਜਿਹੜੀ ਮੀਟਿੰਗ 'ਚ ਨਵਜੋਤ ਸਿੰਘ ਸਿੱਧੂ ਕਿਸਾਨਾਂ ਵਾਲੀ 'ਚ ਜਾ ਕੇ ਉੱਥੇ ਜੋ ਗੱਲਬਾਤ ਹੋਈ, ਜੋ ਕਿਸਾਨਾਂ ਨੇ ਮੰਗਾਂ ਰੱਖੀਆਂ, ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਦੇ ਮੂਹਰੇ ਰੱਖਤੀਆਂ ਕਿ ਕੀ ਮਤਲਬ ਆ ਮੋਗੇ ਦੇ ਵਿੱਚ ਕੇਸ ਦਰਜ ਕਰਨ ਦਾ। ਔਰ ਇਹ ਜੋ ਚਿੱਠੀ ਲਿਖੀ ਆ, ਕਹਿਣ ਨੂੰ ਤਾਂ ਗਿੱਲ ਸਾਹਿਬ ਇਹ ਵੀ ਇੱਕ ਸਿਆਸੀ ਗੱਲਬਾਤ ਹੈ, ਕਿਉਂਕਿ ਜਿਹੜਾ ਇਸ ਤਰੀਕੇ ਨਾਲ ਲਵ ਲੈਟਰ ਲਿਖਣਾ, ਇਹ ਸਿੱਧੇ ਤੌਰ ਦੇ ਉੱਤੇ ਲੋਕਾਂ ਨੂੰ ਦੱਸਣਾ ਹੈਗਾ। ਨਹੀਂ ਤਾਂ ਉਹ ਪਾਰਟੀ ਦੇ ਪ੍ਰਧਾਨ ਨੇ, ਉਸ ਪਾਰਟੀ ਦਾ ਮੁੱਖ ਮੰਤਰੀ ਆ, ਬੈਠ ਕੇ ਵੀ ਗੱਲਬਾਤ ਹੋ ਸਕਦੀ ਆ। ਖੈਰ ਚੰਗੀ ਗੱਲ ਹੈ ਕਿ ਲੋਕਾਂ ਦੇ ਵਿੱਚ ਗੱਲ ਜਾ ਰਹੀ ਹੈ ਕਿ ਆਹ ਦੇਖੋ ਭਾਈ ਮੈਂ ਤਾਂ ਚਿੱਠੀ ਲਿਖ ਰਿਹਾਗਾ। ਉਧਰੋਂ ਪ੍ਰਗਟ ਸਿੰਘ ਨੇ ਕਹਿ ਦਿੱਤਾ ਗਾ ਕਿ ਜੋ ਔਰਤਾਂ ਨੂੰ ਫ੍ਰੀ ਬੱਸ ਸਫ਼ਰ ਦੀ ਸਹੂਲਤ ਦਿੱਤੀ ਆ ਉਹਦੀ ਕੋਈ ਲੋੜ ਨਹੀਂ ਸੀ। ਉਹ ਕਹਿੰਦੇ ਜੇ ਸਾਰਾ ਕੁਝ ਹੀ ਫ੍ਰੀ ਦੇਵਾਂਗੇ ਸਰਕਾਰ ਕਿਵੇਂ ਚੱਲੂ। ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਸਵਾਲ ਉਠਾਤੇ। ਕਾਂਗਰਸ ਦੇ 2 MLA ਗਿੱਲ ਸਾਹਿਬ ਉਹ ਆ ਗਏ, ਉਹ ਕਹਿੰਦੇ ਅਸੀਂ ਟਿਕਟ ਤੇ ਤਾਂ ਚੋਣ ਲੜਾਂਗੇ ਜੇ ਕੈਪਟਨ ਅਮਰਿੰਦਰ ਸਿੰਘ ਹੋਰੀ ਕੈਂਡੀਡੇਟ ਨਹੀਂ ਹੋਣਗੇ, ਨਵਜੋਤ ਸਿੱਧੂ ਕੈਂਡੀਡੇਟ ਹੋਊ ਤਾਂ ਲੜਾਂਗੇ। ਸੋ ਇਸ ਕਰਕੇ ਘਮਸਾਨ ਮੱਚਿਆ ਹੋਇਆ ਹੈਗਾ ਜੀ ਕਾਂਗਰਸ ਪਾਰਟੀ ਦੇ ਵਿੱਚ। ਬਹੁਤ ਹਾਲਾਤ ਨੇ ਜਿਹੜੇ ਉਹ ਇਸ ਰੂਪ ਦੇ ਬਣੇ ਹੋਏ ਨੇ ਕਿ ਅਨਿਸ਼ਚਿਤਤਾ ਦਾ ਮਾਹੌਲ ਹੈ, ਕੋਈ ਕਿਸੇ ਦੀ ਲੀਡਰ ਹੀ ਨਹੀਂ ਕਬੂਲ ਰਿਹਾ, ਕੇਂਦਰ ਕਨੀ ਨੂੰ ਝਾਕ ਰਹੇ ਨੇ, ਉਧਰੋਂ ਕੁਝ ਮਿਲ ਨਹੀਂ ਰਿਹਾ। ਜੀ ਚੱਲ ਰਹੀ ਹੈ ਸਰ ਨਵਕਿਰਨ ਸਿੰਘ ਪੱਤੀ ਹੋਰਾਂ ਦੇ ਨਾਲ। ਅੱਛਾ ਜੀ, ਇੱਕ ਦੱਸਿਓ ਬਈ ਗੱਲ, ਮੈਨੂੰ ਇਹ ਲੱਗਦਾ ਵੀ ਉਹ ਨੈਬੀ ਬੈਠੇ ਆ ਵੀ ਗਵਰਨਰੀ ਰਾਜ ਲੱਗੂਗਾ, ਤੇ ਉਧਰ ਸੁਖਬੀਰ ਸਿੰਘ ਬਾਦਲ ਹੋਣੀ ਧੜਾ ਧੜ ਆਪਣੀ ਲਿਸਟ ਜਾਰੀ ਕਰ ਰਹੇ ਨੇ। ਇਹਦੇ ਪਿੱਛੇ ਕਿਹੜੀ ਕਹਾਣੀ ਆ ਅੱਜ? ਜੀ ਗਿੱਲ ਸਾਹਿਬ, ਦੇਖੋ ਇਹ ਪਤਾ ਨਹੀਂ ਸੁਖਬੀਰ ਬਾਦਲ ਜੀ ਨੂੰ ਐਡੀ ਕਾਹਲ ਕੀ ਹੈ। ਕਿਸਾਨ ਜਥੇਬੰਦੀਆਂ ਵੀ ਵਾਰ-ਵਾਰ ਇਹੀ ਕਹਿ ਰਹੀਆਂ ਨੇ ਵੀ ਕਿਰਪਾ ਕਰਕੇ ਤੁਹਾਨੂੰ ਕੀ ਕਾਹਲ ਹੋਈ ਆ। ਸਾਰਾ ਪੰਜਾਬ ਤਾਂ ਗਿੱਲ ਸਾਹਿਬ ਇਸ ਵਕਤ ਕਹਿ ਰਿਹਾ ਗਾ ਕਿ ਭਾਈ ਅੰਦੋਲਨ ਦੀ ਦੱਸੋ ਕੀ ਗੱਲਬਾਤ ਬਣਦੀ ਹੈ। ਸਾਰਾ ਪੰਜਾਬ ਅੰਦੋਲਨ ਕਨੀ ਝੁਕਿਆ ਪਿਆ। ਪੰਜਾਬ 'ਚ ਇੱਕ ਮਾਹੌਲ ਹੈ ਜਿਹੜਾ ਮਾਹੌਲ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਆ, ਔਰ ਇਸ ਮਾਹੌਲ ਦੇ ਵਿੱਚੋਂ ਅੰਦੋਲਨ ਵਾਲੇ ਪਾਸੇ ਨੂੰ ਲੋਕਾਂ ਦਾ ਵਹਾਅ ਲਗਾਤਾਰ ਤੁਰ ਰਿਹਾ ਗਾ। ਲੇਕਿਨ ਸੁਖਬੀਰ ਬਾਦਲ ਜੀ ਕਹਿੰਦੇ ਨੇ ਵੀ ਅੰਦੋਲਨ ਵਾਲੀ ਗੱਲ ਬਾਅਦ 'ਚ, ਪਹਿਲਾਂ ਮੈਥੋਂ ਇਹ ਪੁੱਛੋ ਵੀ ਮੈਂ ਸੰਗਰੂਰ ਤੋਂ ਕਿਹੜਾ ਕੈਂਡੀਡੇਟ ਖੜਾ ਕਰ ਰਿਹਾ, ਮਲੇਰਕੋਟਲੇ ਤੋਂ ਕਿਹੜਾ ਕਰ ਰਿਹਾ, ਫਰੀਦਕੋਟ ਤੋਂ ਕਿਹੜਾ ਕਰ ਰਿਹਾ, ਗੁਰਦਾਸਪੁਰ ਤੋਂ ਕਿਹੜਾ ਕਰ ਰਿਹਾ। ਅਜੇ ਗਿੱਲ ਸਾਹਿਬ ਚੋਣ ਕਮਿਸ਼ਨ ਅਦਾਲਤ ਦੇ ਵਿੱਚ ਜਾ ਕੇ ਕਹਿ ਰਿਹਾ ਕਿ ਜੀ ਪੱਛਮੀ ਬੰਗਾਲ ਦੇ ਵਿੱਚ, ਤਾਮਿਲਨਾਡੂ ਦੇ ਵਿੱਚ ਜਿਹੜੀਆਂ ਚੋਣਾਂ ਹੋਈਆਂ ਸੀ ਉੱਥੋਂ ਮਸ਼ੀਨਾਂ ਆਈਆਂ ਨਹੀਂ, EVM, ਉਹ ਮਸ਼ੀਨਾਂ ਉੱਥੋਂ ਲਿਆਉਣੀਆਂ ਪੈਣਗੀਆਂ, ਰੀਇੰਸਟਾਲ ਕਰਨਾ ਪਊ, ਸਾਰਾ ਕੁਝ ਟਾਈਮ ਲੱਗੂ। ਸਾਥੋਂ ਚੋਣਾਂ ਫਰਵਰੀ 2021 ਤੱਕ ਕਰਾਈਆਂ ਨਹੀਂ ਜਾਣੀਆਂ, ਜਿਹਦੇ ਤੋਂ ਲੱਗਦਾ ਚੋਣਾਂ ਅੱਗੇ ਜਾਣਗੀਆਂ। ਚੋਣ ਜਾਬਤਾ ਜੇ ਲੱਗਿਆ ਨਹੀਂ ਹੈ,
ਅਗਲੇ ਸਾਲ ਚੋਣਾਂ ਹੋਣੀਆਂ, ਜੇ 6 ਮਹੀਨੇ ਤੋਂ ਵੱਧ ਦਾ ਸਮਾਂ ਪਿਆ, ਲੇਕਿਨ ਸੁਖਬੀਰ ਬਾਦਲ ਜੀ ਗਿੱਲ ਸਾਹਿਬ ਰੈਲੀ ਤੇ ਰੈਲੀ, ਉਮੀਦਵਾਰ ਤੇ ਉਮੀਦਵਾਰ ਘੋਸ਼ਿਤ ਕਰੀ ਤੁਰੇ ਜਾਂਦੇ ਨੇ। ਸੋ ਇਹ ਗੱਲ ਦਾ ਹਰ ਕਿਤੇ ਜਿਹੜਾ ਉਹ ਲੋਕ ਸਵਾਲ ਉਠਾ ਰਹੇ ਨੇ। 32 ਜਥੇਬੰਦੀਆਂ ਨੇ ਵੀ ਇਹੀ ਸਵਾਲ ਪੁੱਛਿਆ ਬਹਾ ਕੇ ਅਕਾਲੀ ਦਲ ਦੇ ਆਗੂਆਂ ਨੂੰ ਕਿ ਭਾਈ ਤੁਹਾਨੂੰ ਐਡੀ ਕਾਹਲ ਕੀ ਖੜੀ ਹੋਈ ਹੈ। ਸੋ ਇਹ ਕਾਹਲ ਦੇ ਵਿੱਚ ਅੱਜ ਇਹਨਾਂ ਨੇ 64 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ ਜੀ। ਸੁਖਬੀਰ ਬਾਦਲ ਨੇ ਖੁਦ ਨੂੰ ਜਲਾਲਾਬਾਦ ਤੋਂ ਉਮੀਦਵਾਰ ਘੋਸ਼ਿਤ ਕਰ ਦਿੱਤਾ ਗਾ, ਸੋ ਇਹ ਜਲਾਲਾਬਾਦ ਤੋਂ ਚੋਣ ਲੜਨਗੇ। ਇਸ ਤੋਂ ਇਲਾਵਾ ਗਿੱਲ ਸਾਹਿਬ ਸਿਕੰਦਰ ਸਿੰਘ ਮਲੂਕਾ ਪਿਛਲੇ ਦਿਨਾਂ ਦੇ ਵਿੱਚ ਰੁੱਸ ਕੇ ਬਹਿ ਗਏ ਸੀ। ਉਹ ਕਹਿੰਦੇ ਵੀ ਮੈਨੂੰ 2 ਟਿਕਟਾਂ ਦਿਓ, ਮੈਂ ਮੌੜ ਤੋਂ ਲੜੂ, ਮੇਰਾ ਮੁੰਡਾ ਰਾਮਪੁਰਾ ਫੂਲ ਤੋਂ ਲੜੂ। ਖੈਰ ਉਹ ਮਨਾ ਲਏ, 1 ਟਿਕਟ ਕਹਿੰਦੇ ਮਿਲੂਗੀ, ਤੁਸੀਂ ਲੜੋ। ਸਿਕੰਦਰ ਸਿੰਘ ਮਲੂਕਾ ਨੂੰ 1 ਟਿਕਟ ਦੇਤੀ। ਪਰ ਅੱਜ ਪਤਾ ਲੱਗਿਆ ਤੋਤਾ ਸਿੰਘ ਦੇ ਪਰਿਵਾਰ ਨੂੰ 2 ਟਿਕਟਾਂ ਦੇਤੀਆਂ। ਤੋਤਾ ਸਿੰਘ ਨੂੰ ਧਰਮਕੋਟ ਤੋਂ ਲਾਣਤਾ, ਤੋਤਾ ਸਿੰਘ ਦੇ ਮੁੰਡੇ ਨੂੰ ਮੋਗੇ ਤੋਂ ਕੈਂਡੀਡੇਟ ਲਾਣਤਾ। ਸੋ ਬਾਦਲ ਪਰਿਵਾਰ ਤੋਂ ਬਾਅਦ ਇੱਕੋ ਇੱਕ ਪਰਿਵਾਰ ਆ ਹੁਣ ਤੱਕ ਦਾ ਜਿਹਦੇ ਪਰਿਵਾਰ ਦੇ ਵਿੱਚ ਪਿਓ ਪੁੱਤ ਨੂੰ ਟਿਕਟਾਂ ਮਿਲੀਆਂ ਹੋਣ। ਹਾਲਾਂਕਿ ਬਾਦਲ ਪਰਿਵਾਰ 'ਚ ਵੀ ਅਜੇ ਤੱਕ ਪਿਓ ਪੁੱਤ ਨੂੰ ਮਿਲੀਆਂ ਨਹੀਂ, ਕਿਉਂਕਿ ਸੁਖਬੀਰ ਬਾਦਲ ਹੋਰਾਂ ਨੇ ਅੱਜ ਜਲਾਲਾਬਾਦ ਤੋਂ ਆਪਣਾ ਨਾਂ ਅਨਾਊਂਸ ਕਰਤਾ, ਲੇਕਿਨ ਲੰਬੀ ਹਲਕੇ ਤੋਂ ਅਜੇ ਤੱਕ ਕੋਈ ਉਮੀਦਵਾਰ ਨਹੀਂ ਲਾਣਿਆ। ਸੋ ਇਹ ਵੀ ਇੱਕ ਵੱਡੀ ਗੱਲ ਆ। ਮੰਨਿਆ ਇਹ ਜਾ ਰਿਹਾ ਸੀਗਾ ਕਿ ਐਤਕੀ ਪ੍ਰਕਾਸ਼ ਸਿੰਘ ਬਾਦਲ ਜ਼ਿਆਦਾ ਬਜ਼ੁਰਗ ਹੋ ਗਏ ਨੇ, ਇਸ ਕਰਕੇ ਸ਼ਾਇਦ ਉਹ ਚੋਣ ਨਾ ਲੜਨ, ਔਰ ਜਿੰਨੀ ਇਹਨਾਂ ਦੀ ਜੱਦੀ ਪੁਸ਼ਤੀ ਸੀਟ ਹੈ ਲੰਬੀ ਵਾਲੀ, ਉੱਥੋਂ ਸੁਖਬੀਰ ਬਾਦਲ ਚੋਣ ਲੜਨ। ਪਰ ਸੁਖਬੀਰ ਬਾਦਲ ਨੇ ਖੁਦ ਨੂੰ ਜਲਾਲਾਬਾਦ ਤੋਂ ਅੱਜ ਉਮੀਦਵਾਰ ਘੋਸ਼ਿਤ ਕਰਤਾ, ਲੰਬੀ ਤੋਂ ਕੀਤਾ ਨਹੀਂ। ਜਾਂ ਤਾਂ ਗਿੱਲ ਸਾਹਿਬ ਇਹ ਵੀ ਹੋ ਸਕਦਾ ਵੀ ਅਗਲੀ ਪੀੜ੍ਹੀ ਕਨੀ ਝਾਕਦੇ ਹੋਣ, ਜਾਂ ਇਹ ਵੀ ਹੋ ਸਕਦਾ ਹਰਸਿਮਰਤ ਕੌਰ ਬਾਦਲ ਨੂੰ ਵੀ ਚੋਣ ਲੜਾਉਣੀ ਹੋਵੇ, ਜਾਂ ਫਿਰ ਇਹ ਵੀ ਹੋ ਸਕਦਾ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਕਹਿਣ ਕਿ ਬਾਪੂ ਇੱਕ ਵਾਰ ਹੋਰ ਚੋਣ ਲੜ ਕੇ ਤੇ ਜਿੱਤ ਕੇ ਝੋਲੀ ਪਾਓ ਸ਼੍ਰੋਮਣੀ ਅਕਾਲੀ ਦਲ ਦੀ। ਇਹ ਵੀ ਹੋ ਸਕਦਾ। ਸੋ 2 ਟਿਕਟਾਂ ਜਿਹੜੀਆਂ ਤੋਤਾ ਸਿੰਘ ਦੇ ਪਰਿਵਾਰ ਨੂੰ ਦੇਣੀਆਂ। ਹਾਲਾਂਕਿ ਤੋਤਾ ਸਿੰਘ ਜਦੋਂ ਪਿਛਲੇ ਸਮੇਂ ਮੰਤਰੀ ਸੀ, ਖੇਤੀਬਾੜੀ ਮੰਤਰੀ ਸੀ, ਕਾਫੀ ਵਾਦ ਵਿਵਾਦ ਜਿਹੜਾ ਚੱਲਿਆ, ਕਾਫੀ ਦੋਸ਼ ਉਹਨਾਂ ਦੇ ਉੱਤੇ ਲੱਗਦੇ ਰਹੇ ਨੇ, ਔਰ ਉਹਨਾਂ ਦੀ ਕੋਈ ਬਹੁਤੀ ਇਹਨਾਂ ਸਮਿਆਂ ਦੇ ਵਿੱਚ ਪੁੱਛ ਪ੍ਰਤੀਤ ਵੀ ਹੈ ਨਹੀਂ ਸੀ ਅਕਾਲੀ ਦਲ ਦੇ ਵਿੱਚ। ਪਰ ਇਸ ਤਰੀਕੇ ਦੇ ਨਾਲ 2 ਟਿਕਟਾਂ ਦੇਣੀਆਂ ਕਈ ਸਵਾਲ ਖੜੇ ਕਰਤਾ। ਦੂਸਰਾ ਇਹ ਕਿ ਮਜੀਠਾ ਤੋਂ ਵੀ ਉਮੀਦਵਾਰ ਨਹੀਂ ਲਾਣਿਆ ਗਿਆ ਇਸ ਸਮੇਂ ਤੋਂ। 2 ਸੀਟਾਂ ਤੋਂ ਨਾ ਲਾਣਨੇ ਕਈ ਸਵਾਲ ਆ ਜਿਹੜੇ ਉਹ ਉਪਜਦੇ ਨੇ। ਸੋ 97 ਵਿਧਾਨ ਸਭਾ ਹਲਕਿਆਂ ਤੋਂ ਇਹਨਾਂ ਨੇ ਉਮੀਦਵਾਰ ਖੜੇ ਕਰਨੇ ਨੇ ਜੀ, ਕਿਉਂਕਿ 117 ਦੇ ਵਿੱਚੋਂ ਬਾਕੀ ਸੀਟਾਂ ਨੇ ਜਿਹੜੀਆਂ ਉਹ ਬਹੁਜਨ ਸਮਾਜ ਪਾਰਟੀ ਨੂੰ ਦੇ ਦਿੱਤੀਆਂ ਨੇ। 64 ਉਮੀਦਵਾਰਾਂ ਦਾ ਅੱਜ ਐਲਾਨ ਕਰ ਦਿੱਤਾ ਗਿਆ ਗਾ। ਸੋ ਬਾਕੀਆਂ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਉਹ ਕਰ ਦਿੱਤਾ ਜਾਊਗਾ ਜੀ ਗਿੱਲ ਸਾਹਿਬ। ਅੱਛਾ, ਜਦ ਆਮ ਆਦਮੀ ਪਾਰਟੀ ਪੰਜਾਬ 'ਚ ਆਈ ਨਾ, ਆਮ ਲੋਕ ਪਿੰਡਾਂ ਵਾਲੇ ਜਾਂ ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ ਸੀ ਰਾਜਨੀਤੀ, ਜਦ ਉਹਨਾਂ ਨੂੰ ਪਾਰਟੀ ਲੈ ਆਈ ਤਾਂ ਲੋਕ ਗਦਗਦ ਕਰ ਉੱਠੇ, ਟੋਪੀਆਂ ਸਿਰ ਤੇ ਲੈ ਲਈਆਂ, ਬਰਾਬਰਤਾ ਦੀ ਗੱਲ, ਵੱਡੇ ਵੱਡੇ ਬੰਦੇ ਆ ਗਏ। ਉਹਦੇ ਬਾਅਦ ਫਿਰ ਜਿਹੜੀ 17 ਦੀ ਇਲੈਕਸ਼ਨ ਹੈ ਉਹ ਜਿੱਤ ਨਾ ਸਕੇ, ਕਿਉਂਕਿ CM ਦਾ ਚਿਹਰਾ ਨਹੀਂ ਦਿੱਤਾ। ਇਸ ਵਾਰ ਭਗਵੰਤ ਮਾਨ ਅੜੇ ਬੈਠੇ ਹੈ ਕਿ ਮੈਂ ਇਹ ਪਾਰਟੀ ਖੜੀ ਕੀਤੀ ਆ ਪੰਜਾਬ 'ਚ ਤੇ ਮੈਂ CM ਬਣਨਾ, ਤੇ ਉਧਰ ਤੀਜੀ ਵਾਰ ਫੇਰ ਜਿਹੜੇ ਨੇ ਅਰਵਿੰਦ ਕੇਜਰੀਵਾਲ ਪਾਰਟੀ ਕਨਵੀਨਰ ਬਣ ਗਏ। ਇਹਦਾ ਮਤਲਬ ਇੱਥੇ ਵੀ ਉਹੀ ਹਾਲ ਹੈ ਜਿਹੜਾ ਬਾਕੀ ਪਾਰਟੀਆਂ 'ਚ ਹੈ। ਤੇ ਇਹ ਕਿੱਧਰ ਨੂੰ ਚੱਲੀ ਆ ਪਾਰਟੀ ਹੁਣ ਪੰਜਾਬ 'ਚ? ਵਾਕਈ ਜੀ ਗਿੱਲ ਸਾਹਿਬ, ਇਹ ਕਹਿੰਦੇ ਸੀ ਅਸੀਂ ਰਾਜਨੀਤੀ ਕਰਨ ਨਹੀਂ, ਰਾਜਨੀਤੀ ਬਦਲਣਾ ਹੈ। ਜਦੋਂ ਇਹ ਗੱਲ ਕਰਦੇ ਸੀ ਕਿ ਗਾਂਧੀ ਪਰਿਵਾਰ ਕਾਂਗਰਸ ਤੇ ਕਾਬਜ ਹੋ ਗਿਆ ਔਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਤੇ ਕਾਬਜ ਹੋ ਗਿਆ, ਜਦੋਂ ਇਹ ਗੱਲ ਕਰਦੇ ਸੀਗੇ ਕਿ ਬਸਪਾ ਮਾਇਆਵਤੀ ਤੋਂ ਅੱਗੇ ਨਹੀਂ ਵੱਧ ਰਹੀ, ਇੱਕੋ ਪਰਿਵਾਰ ਉਹਦੇ ਤੇ ਕਾਬਜ ਹੋ ਗਿਆ, ਮਮਤਾ ਬੈਨਰਜੀ ਆਪਦੀ ਪਾਰਟੀ ਤੇ ਕਾਬਜ ਹੋ ਗਈ, ਇਹਨਾਂ ਨੇ ਨਾ ਕਿਹਾ ਸੀ ਕਿ ਆਮ ਆਦਮੀ ਪਾਰਟੀ ਸਿਆਸਤ ਦੇ ਵਿੱਚ ਵੱਖਰਾ ਕਰੂਗੀ, ਲੋਕਤੰਤਰ ਹੋਊ, ਲੋਕਤੰਤਰਿਕ ਪਾਰਟੀ ਹੋਊ। ਉਦੋਂ ਇਹਨਾਂ ਨੇ ਗੱਲ ਕੀਤੀ ਇੱਕ ਬੰਦੇ ਕੋਲੇ 2 ਅਹੁਦੇ ਨਹੀਂ ਹੋਣਗੇ, ਲੇਕਿਨ ਕੇਜਰੀਵਾਲ ਜੀ ਕੋਲ 2 ਅਹੁਦੇ ਆ। ਪਾਰਟੀ ਦੇ ਮੁਖੀ ਵੀ ਬਣੇ ਬੈਠੇ ਨੇ, ਕਨਵੀਨਰ ਵੀ ਬਣੇ ਬੈਠੇ ਨੇ, ਦਿੱਲੀ ਦੇ ਮੁੱਖ ਮੰਤਰੀ ਵੀ ਬਣੇ ਬੈਠੇ ਨੇ। ਦੂਜੀ ਗੱਲ, ਇਹਨਾਂ ਨੇ ਪਾਰਟੀ ਦਾ ਜਿਹੜਾ ਉਦੋਂ ਸੰਵਿਧਾਨ ਬਣਾਇਆ ਉਹਦੇ 'ਚ ਕਰਤੀ ਕਿ 2 ਟਰਮਾਂ ਹੀ ਇੱਕ ਵਿਅਕਤੀ ਆ ਜਿਹੜਾ ਪਾਰਟੀ ਦਾ ਮੁਖੀ ਰਹੂ, ਤੀਜੀ ਟਰਮ ਬੰਦਾ ਬਦਲਾਂਗੇ। ਗਿੱਲ ਸਾਹਿਬ ਇਹਨਾਂ ਨੇ ਕੀ ਕੀਤਾ, ਜਨਵਰੀ ਦੇ ਵਿੱਚ ਬੰਦਾ ਬਦਲਣ ਦੀ ਥਾਂ ਦੇ ਉੱਤੇ ਪਾਰਟੀ ਦਾ ਸੰਵਿਧਾਨ ਹੀ ਬਦਲਤਾ। ਉਹਦੇ 'ਚ ਕਹਿਤਾ ਵੀ ਨਹੀਂ 3 ਟਰਮਾਂ ਵੀ ਬਣ ਸਕਦਾ। ਕਹਾ 3 ਸਾਲ ਦੀ ਟਰਮ ਸੀਗੀ, ਉਹ 5 ਸਾਲ ਦੀ ਕਰਤੀ। ਸੋ ਅਰਵਿੰਦ ਕੇਜਰੀਵਾਲ ਹੁਣ ਪਾਰਟੀ ਦਾ ਸੰਵਿਧਾਨ ਬਦਲ ਕੇ 3 ਟਰਮਾਂ, ਤੀਜੀ ਟਰਮ ਦੇ ਵਿੱਚ ਫਿਰ ਪਾਰਟੀ ਦੇ ਕਨਵੀਨਰ ਬਣ ਗਏ ਔਰ 3 ਸਾਲ ਦੀ ਥਾਂ ਦੇ ਉੱਤੇ ਹੁਣ ਟਰਮ ਵੀ 5 ਸਾਲ ਦੀ ਕਰਤੀ ਵੀ ਚਲੋ 5 ਸਾਲ ਬਾਅਦ ਦੇਖਾਂਗੇ ਕੀ ਬਣਦਾ। 2012 'ਚ ਪਾਰਟੀ ਬਣੀ ਸੀ ਔਰ ਅੱਜ ਤੱਕ ਅਰਵਿੰਦ ਕੇਜਰੀਵਾਲ ਹੀ ਇਹਦੇ ਕਨਵੀਨਰ ਤੁਰੇ ਆਉਂਦੇ ਨੇ ਤੇ 5 ਸਾਲ ਲਈ ਫਿਰ ਚੁਣ ਤੇ। ਅਗਲੀ ਗੱਲ, ਇਹਨਾਂ ਨੇ ਪਾਰਟੀ ਦੇ ਵਿੱਚ ਇਹ ਵੀ ਕਿਹਾ ਸੀ ਵੀ ਇੱਕ ਪਰਿਵਾਰ ਦੇ ਵਿੱਚ 1 ਹੀ ਟਿਕਟ ਦੇਵਾਂਗੇ, ਉਹ ਵੀ ਐਤਕੀ 2 ਦੇਣ ਦੀ ਤਿਆਰੀ ਹੋ ਰਹੀ ਹੈ ਇੱਕ ਪਰਿਵਾਰ ਨੂੰ, ਤੇ ਉਹ ਪਰਿਵਾਰ ਵੀ ਕੇਜਰੀਵਾਲ ਜੀ ਦਾ ਦੱਸਿਆ ਜਾ ਰਿਹਾ ਹੈਗਾ। ਸੋ ਇਹ ਜਿਹੜੀ ਗੱਲ ਸੀ ਕਿ ਅਸੀਂ ਰਾਜਨੀਤੀ ਕਰਨੀ, ਰਾਜਨੀਤੀ ਬਦਲਣ ਆਏ ਆ,
ਉੱਥੇ ਇਹ ਮੋਹਰ ਲੱਗ ਗਈ ਕਿ ਭਾਈ ਰਾਜਨੀਤੀ ਦੇ ਵਿੱਚ ਜਿਹੜਾ ਆਉਂਦਾ ਉਹ ਆਪ ਹੀ ਬਦਲ ਜਾਂਦਾ, ਰਾਜਨੀਤੀ ਕੀ ਬਦਲਦਾ ਉਹ ਆਪ ਹੀ ਬਦਲ ਜਾਂਦਾ। ਸੋ ਇਸ ਤਰ੍ਹਾਂ ਦੀ ਹਾਲਤ ਬਣ ਗਈ। ਖੈਰ ਭਗਵੰਤ ਮਾਨ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੀ ਜਿਹੜੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਹੋਈ ਹੈ, ਵਰਚੁਅਲ ਮੀਟਿੰਗ ਹੋਈ ਹੈ, ਔਰ ਉਸ ਮੀਟਿੰਗ ਦੇ ਵਿੱਚ ਭਗਵੰਤ ਮਾਨ ਸ਼ਾਮਲ ਨਹੀਂ ਹੋਏ। ਉਹਨਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ ਔਰ ਸ਼ਾਮਲ ਨਹੀਂ ਹੋਏ। ਸੋ ਇਹ ਇੱਕ ਵੱਡੀ ਗੱਲ ਹੈ, ਕਿਉਂਕਿ ਇਹ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਇਹ ਨਸੀਹਤ ਦੇ ਰਿਹਾ ਸੀ, 15 ਮਿੰਟਾਂ ਦਾ ਭਾਸ਼ਣ ਰਿਕਾਰਡ ਕਰਕੇ ਪਾਇਆ, ਉਹਦੇ ਚ ਨਸੀਹਤ ਦੇ ਰਿਹਾ ਸੀ। ਸਿੱਧੇ ਤੌਰ ਦੇ ਉੱਤੇ ਮੰਨਿਆ ਜਾ ਰਿਹਾ ਕਿ ਭਗਵੰਤ ਮਾਨ ਬਾਰੇ ਹੀ ਬੋਲ ਰਿਹਾ, ਕਿਉਂਕਿ ਨਾਂ ਨਹੀਂ ਲਿਆ ਕੇਜਰੀਵਾਲ ਜੀ ਨੇ। ਉਹ ਬੋਲ ਰਹੇ ਸੀਗੇ ਕਿ ਇੱਕ ਵਿਅਕਤੀ ਨੂੰ ਅਹੁਦੇ ਦੀ ਲਾਲਸਾ ਨਹੀਂ ਹੋਣੀ ਚਾਹੀਦੀ, ਤੁਸੀਂ ਅਹੁਦੇ ਮੰਗੋ ਨਾ, ਤੁਸੀਂ ਵਰਕ ਕਰੋ। ਅਹੁਦੇ ਦੀ ਜਦੋਂ ਤੁਸੀਂ ਲਾਲਸਾ ਕਰਦੇ ਹੋ, ਤੁਸੀਂ ਅਹੁਦੇ ਦੀ ਮੰਗ ਕਰਦੇ ਹੋ, ਤਾਂ ਉਦੋਂ ਇਹ ਮੰਨਿਆ ਜਾਂਦਾ ਕਿ ਤੁਸੀਂ ਉਸ ਅਹੁਦੇ ਦੇ ਯੋਗ ਨਹੀਂ ਹੋ, ਤਾਂ ਤੁਸੀਂ ਮੰਗ ਕਰਦੇ ਹੋ ਤੇ ਤੁਹਾਨੂੰ ਮੰਗ ਨਹੀਂ ਕਰਨੀ ਚਾਹੀਦੀ। ਸੋ ਇਹ ਇੱਕ ਬੰਨੇ ਨਸੀਹਤ ਦੇ ਰਹੇ ਨੇ, ਦੂਜੇ ਬੰਨੇ ਪਾਰਟੀ ਦਾ ਸੰਵਿਧਾਨ ਬਦਲ ਕੇ ਤੀਜੀ ਵਾਰ ਕਨਵੀਨਰ ਬਣ ਰਹੇ ਹੋ। ਪਰ ਤੁਹਾਨੂੰ ਕੀ ਲੋੜ ਹੈ ਜੀ ਇਹ ਪਾਰਟੀ ਦੇ ਵਿੱਚ ਕਨਵੀਨਰ ਬਣਨ ਦੀ? ਤੁਸੀਂ ਮੁੱਖ ਮੰਤਰੀ ਹੈਗੇ ਹੋ, ਕਨਵੀਨਰ ਹੋਰ ਕਿਸੇ ਨੂੰ ਬਣਾਓ, ਹੋਰ ਕਿਸੇ ਦੀ ਟਰਮ ਆਉਣ ਦਿਓ। ਸੋ ਇਸ ਕਰਕੇ ਇਹ ਜਿਹੜੀ ਗੱਲ ਸਾਹਿਬ ਉਹ ਇੱਕ ਕਹਾਣੀ ਵੀ ਸੁਣਾਉਂਦੇ ਹੁੰਦੇ ਨਾ ਵੀ ਮਾਈ ਬਾਬੇ ਕੋਲੇ ਲੈ ਗਈ ਮੁੰਡੇ ਨੂੰ ਵੀ ਮੇਰਾ ਮੁੰਡਾ ਬਾਬਾ ਗੁੜ ਬਹੁਤ ਖਾਂਦਾ, ਗੁੜ ਖਾਣੋਂ ਨਹੀਂ ਹਟਦਾ। ਬਾਬਾ ਕਹਿੰਦਾ ਕੱਲ ਨੂੰ ਆਈ, ਉਹ ਕਹਿੰਦੀ ਕੱਲ ਨੂੰ ਬਾਗੀ, ਉਹ ਕਹਿੰਦਾ ਬਾਬਾ ਕਹਿੰਦਾ ਵੀ ਕੱਲ ਨੂੰ ਆਈ, ਉਹ ਅਗਲੇ ਦਿਨ ਬਾਗੀ, ਬਾਬੇ ਨੂੰ ਕਹਿੰਦੀ ਬਾਬਾ ਜੀ ਅੱਜ ਕਰੋ ਹੱਲ। ਬਾਬਾ ਮੁੰਡੇ ਨੂੰ ਕਹਿੰਦਾ ਵੀ ਪੁੱਤ ਗੁੜ ਨਾ ਖਾਇਆ ਕਰੋ, ਕਹਿੰਦੀ ਬਾਬਾ ਉਦੋਂ ਦੀ ਦੱਸ ਦਿੰਦੇ, ਕਹਿੰਦਾ ਭਾਈ ਉਦੋਂ ਦਾ ਮੈਂ ਨਹੀਂ ਸੀ ਛੱਡ ਸਕਿਆ। ਸੋ ਇਸ ਕਰਕੇ ਆਪ ਅਹੁਦੇ ਨੂੰ ਚੁੰਬੜਨਾ ਔਰ ਦੂਸਰਿਆਂ ਨੂੰ ਨਸੀਹਤ ਇਹ ਦੇਣੀ ਆ ਭਾਈ ਅਹੁਦੇ ਦਾ ਲਾਲਚ ਨਾ ਕਰੋ। ਸੋ ਇਹ ਗੱਲ ਆ ਜਿਹੜੀ ਇਹ ਗੱਲ ਠੀਕ ਨਹੀਂ ਹੈ। ਭਗਵੰਤ ਮਾਨ ਰੁੱਸਿਆ ਬੈਠਾ ਔਰ ਕਿਆਸ ਰਾਈਆਂ ਹੁਣ ਇਹ ਵੀ ਚੱਲ ਰਹੀਆਂ ਕਿ ਭਗਵੰਤ ਮਾਨ ਕਿਸੇ ਹੋਰ ਪਾਰਟੀ ਕਨੀ ਵੀ ਜਾ ਸਕਦਾ ਜੇ ਹਾਲਾਤ ਬਣਦੇ ਨੇ। ਉਹ ਪਾਰਟੀ ਪੰਜਾਬ ਵਾਲੀਆਂ ਪਾਰਟੀਆਂ ਚੋਂ ਨਹੀਂ ਹੋਊਗੀ, ਕੋਈ ਹੋਰ ਪਾਰਟੀ ਹੋਊਗੀ ਜਿਹੜੀ ਪਾਰਟੀ ਨਰਿੰਦਰ ਮੋਦੀ ਦੇ ਖਿਲਾਫ ਖੜੀ ਦਿਖਾਈ ਦਿੱਤੀ ਹੈ। ਤਾਂ ਇਸ ਕਰਕੇ ਕੁਝ ਵੀ ਆਉਣ ਵਾਲੇ ਦਿਨਾਂ 'ਚ ਸੰਭਵ ਆ ਜੀ। ਅੱਛਾ ਜੀ, ਇਹ ਦੱਸਿਓ ਕਿ ਯੂਪੀ ਸਰਕਾਰ ਨੇ ਆਪਣੇ ਕੰਮਾਂ ਦਾ ਇਸ਼ਤਿਹਾਰ ਲਾਇਆ ਤੇ ਫੋਟੋਆਂ ਦਿਖਾਤੀਆਂ ਬੰਗਾਲ ਦੀਆਂ, ਇਹ ਕੀ ਗੱਲ ਹੋਈ? ਜੀ ਜੀ ਗੱਲ ਸਾਹਿਬ, ਤੁਸੀਂ ਦੇਖੋ ਕਿ ਦੇਸ਼ ਤਰੱਕੀ ਕਰ ਰਿਹਾ, ਕਿੰਨਾ ਵਿਕਾਸ। ਇਹ ਸਭ ਤੋਂ ਵੱਧ ਜਿਹੜਾ ਬੋਲੇ ਨੇ ਭਾਰਤੀ ਜਨਤਾ ਪਾਰਟੀ ਵਾਲੇ ਪਿਛਲੇ ਸਮੇਂ 'ਚ ਪੱਛਮੀ ਬੰਗਾਲ ਦੇ ਖਿਲਾਫ ਬੋਲੇ ਨੇ। ਸਭ ਤੋਂ ਵੱਧ ਇਹਨਾਂ ਨੇ ਪ੍ਰਚਾਰ ਕੀਤਾ ਪੱਛਮੀ ਬੰਗਾਲ ਦੇ ਖਿਲਾਫ ਵੀ, ਉੱਥੇ ਤਾਂ ਜੀ ਇਹਨਾਂ ਨੇ ਕੀਤਾ ਹੀ ਕੁਛ ਨਹੀਂ, ਇਹ ਔਰ ਕਿਹਾ ਵੀ ਅਸੀਂ ਸਭ ਕੁਛ ਕੀਤਾ। ਹੁਣ ਇਹਨਾਂ ਦੀ ਪੋਲ ਇਹ ਖੁੱਲੀ ਕਿ ਅੰਗਰੇਜ਼ੀ ਦਾ ਇੱਕ ਬਹੁਤ ਟੌਪ ਦਾ ਅਖਬਾਰ ਆ ਭਾਰਤ ਦਾ, ਉਸ ਅਖਬਾਰ ਦੇ ਫਰੰਟ ਪੇਜ ਦੇ ਉੱਤੇ ਇਸ਼ਤਿਹਾਰ ਦਿੱਤਾ ਉੱਤਰ ਪ੍ਰਦੇਸ਼ ਦੀ ਸਰਕਾਰ ਨੇ। ਉਸ ਇਸ਼ਤਿਹਾਰ ਦੇ ਵਿੱਚ ਇਹਨਾਂ ਨੇ ਕਿਹਾ ਵੀ ਅਸੀਂ 4.5 ਸਾਲ ਦੇ ਵਿੱਚ ਬਹੁਤ ਵਿਕਾਸ ਕੀਤਾ ਯੂਪੀ ਦਾ। ਔਰ ਗਿੱਲ ਸਾਹਿਬ ਅੰਗਰੇਜ਼ੀ ਦੇ ਉਸ ਵੱਡੇ ਜਿਹੜਾ ਟੌਪ ਮੋਸਟ ਅਖਬਾਰ ਆ ਆਪਣੇ ਇੰਡੀਆ ਦਾ, ਉਹਦੇ ਪਹਿਲੇ ਪੇਜ ਦੇ ਉੱਤੇ ਉਸ ਇਸ਼ਤਿਹਾਰ ਦੇ ਵਿੱਚ, ਪੂਰੇ ਪੇਜ ਦਾ ਇਸ਼ਤਿਹਾਰ ਹੈ, ਇੱਕ ਬੰਨੇ ਯੋਗੀ ਆਦਿੱਤਿਆਨਾਥ ਖੜੇ ਨੇ ਉਸ ਇਸ਼ਤਿਹਾਰ ਦੇ ਵਿੱਚ ਔਰ ਹੇਠਾਂ ਪੁਲ ਦਿਖਾਇਆ ਹੋਇਆ। ਪੁਲ ਦੇ ਇੱਕ ਪਾਸੇ ਫੈਕਟਰੀਆਂ ਬਣੀਆਂ ਹੋਈਆਂ ਬਹੁਤ ਉੱਚੀਆਂ ਉੱਚੀਆਂ ਔਰ ਦੂਸਰੇ ਪਾਸੇ ਗਿੱਲ ਸਾਹਿਬ ਇਸ ਤਰ੍ਹਾਂ ਦੀਆਂ ਇਮਾਰਤਾਂ ਨੇ ਜਿਹੜੀਆਂ ਵਿਕਾਸ ਦੱਸਦੀਆਂ ਨੇ। ਔਰ ਇਹ ਜਦੋਂ ਇਸ਼ਤਿਹਾਰ ਅਖਬਾਰਾਂ ਦੇ ਵਿੱਚ ਆਇਆ ਤਾਂ ਉਸ ਤੋਂ ਬਾਅਦ ਸਵਾਲ ਖੜੇ ਹੋ ਗਏ ਬਹੁਤ ਸਾਰੇ ਲੋਕਾਂ ਨੂੰ ਵੀ ਉੱਤਰ ਪ੍ਰਦੇਸ਼ 'ਚ ਹੈ ਕਿੱਥੇ? ਲਖਨਊ 'ਚ ਹੈ, ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੇ ਵਿੱਚ ਹੈ, ਜਾਂ ਹੋਰ ਕਿਤੇ ਉੱਤਰ ਪ੍ਰਦੇਸ਼ 'ਚ ਹੈ ਕਿਤੇ? ਤਾਂ ਹੈ ਹੀ ਨਹੀਂ ਕਿਤੇ। ਔਰ ਉਸ ਤੋਂ ਬਾਅਦ ਪਤਾ ਲੱਗਿਆ ਵੀ ਇਹ ਤਾਂ ਪੱਛਮੀ ਬੰਗਾਲ 'ਚ ਆ। ਜਿਹੜਾ ਪੁਲ ਇਹਨਾਂ ਨੇ ਦਿਖਾਇਆ, ਜਿਹੜੀ ਬਿਲਡਿੰਗ ਇਹਨਾਂ ਨੇ ਦਿਖਾਈ ਹੈ, ਤਾਂ ਪੱਛਮੀ ਬੰਗਾਲ 'ਚ ਹੈ। ਔਰ ਪੱਛਮੀ ਬੰਗਾਲ ਦੀ ਤੁਸੀਂ ਬਿਲਡਿੰਗ ਦਾ ਇਸ਼ਤਿਹਾਰ ਇਹ ਕਹਿ ਕੇ ਦੇ ਰਹੇ ਹੋ ਕਿ ਅਸੀਂ ਯੂਪੀ 'ਚ ਵਿਕਾਸ ਕੀਤਾ। ਸੋ ਇਹਦਾ ਮਤਲਬ ਤਾਂ ਇਹ ਹੈ ਕਿ ਤੁਸੀਂ ਲੋਕਾਂ ਨੂੰ ਕੀ ਸਮਝਦੇ ਹੋ। ਔਰ ਇਹ ਤਾਂ ਹੁਣ ਟੈਕਨੋਲੋਜੀ ਦਾ ਯੁੱਗ ਹੈ, ਇਹ ਤਾਂ ਸੋਸ਼ਲ ਮੀਡੀਆ ਦਾ ਯੁੱਗ ਹੈ। ਨਾਲ ਦੀ ਨਾਲ ਗਿੱਲ ਸਾਹਿਬ ਉਹ ਖਬਰਾਂ ਘੁੰਮ ਗਈਆਂ, ਨਾਲ ਦੀ ਨਾਲ ਤਸਵੀਰਾਂ ਘੁੰਮ ਗਈਆਂ ਵੀ ਇਹ ਤਾਂ ਭਾਈ ਤਸਵੀਰ ਹੀ ਇੱਥੋਂ ਦੀ ਆ। ਚਲੋ ਭਗਤਾਂ ਨੇ ਤਾਂ ਨਹੀਂ ਮੰਨਣਾ, ਪਰ ਆਮ ਜਿਹੜੇ ਲੋਕ ਨੇ ਉਹਨਾਂ ਨੂੰ ਤਾਂ ਪਤਾ ਲੱਗ ਗਿਆ। ਸੋ ਇਹ ਭਾਰਤੀ ਜਨਤਾ ਪਾਰਟੀ ਦਾ ਇੱਕ ਡਰਾਬੈਕ ਕਹਿ ਸਕਦੇ ਹਾਂ ਕਿ 4.5 ਸਾਲਾਂ 'ਚ ਯੂਪੀ 'ਚ ਕੋਈ ਇਹੋ ਜਿਹੀ ਬਿਲਡਿੰਗ ਨਹੀਂ ਸਾਰ ਸਕੇ ਜਿਹਦੀ ਤਸਵੀਰ ਦਿਖਾ ਕੇ ਇਸ਼ਤਿਹਾਰ ਦੇ ਉੱਤੇ ਵੋਟਾਂ ਮੰਗ ਸਕਣ ਲੋਕਾਂ ਤੋਂ। ਉਹ ਜਿਹੜੀ ਮਮਤਾ ਬੈਨਰਜੀ ਦੇ ਖਿਲਾਫ ਬੋਲਦੇ ਨੇ, ਜਿਹੜੀ ਮਮਤਾ ਬੈਨਰਜੀ ਨੂੰ ਇਹ ਕਹਿੰਦੇ ਨੇ ਕਿ ਇਹਨੇ ਵਿਕਾਸ ਨਹੀਂ ਕੀਤਾ, ਉਹਦੇ ਸਟੇਟ ਦੀਆਂ ਤਸਵੀਰਾਂ ਦਿਖਾ ਕੇ ਵੋਟਾਂ ਮੰਗ ਰਹੇ ਨੇ, ਇਸ਼ਤਿਹਾਰ ਦੇ ਰਹੇ ਨੇ। ਔਰ ਮੈਨੂੰ ਲੱਗਦਾ ਇਹ ਜਿਹੜਾ ਟੌਪ ਮੋਸਟ ਇੰਗਲਿਸ਼ ਨਿਊਜ਼ ਪੇਪਰ ਆ, ਉਹਨਾਂ ਨੂੰ ਵੀ ਘੱਟੋ ਘੱਟ ਇਹ ਦੇਖਣਾ ਚਾਹੀਦਾ ਸੀਗਾ ਕਿ ਭਾਈ ਅਸੀਂ ਕੀ ਕਰ ਰਹੇ ਹਾਂ। ਜੇ ਸਾਨੂੰ ਇਸ਼ਤਿਹਾਰ ਦਿੱਤਾ ਉਹਨਾਂ ਨੇ, ਸਪਲੀਮੈਂਟ ਦਿੱਤਾ ਉਹਨਾਂ ਨੇ, ਤਾਂ ਘੱਟੋ ਘੱਟ ਇਹ ਤਾਂ ਫੈਕਟ ਚੈੱਕ ਕਰ ਲੈਣਾ ਚਾਹੀਦਾ ਕਿ ਯੂਪੀ 'ਚ ਇਹਨਾਂ ਨੇ ਕੀਤਾ ਵੀ ਹੈ ਕਿ ਨਹੀਂ ਜੀ। ਅਖੀਰ ਦੇ ਵਿੱਚ ਇਹ ਦੱਸਿਓ ਜੀ, ਨਿਧੜਕ ਬਰਾੜ ਨੂੰ ਮਨਾਉਣ ਦੇ ਲਈ ਢੀਂਡਸੇ ਹੋਣੀ ਗਏ ਫਿਰ? ਜੀ ਜੀ ਗਿੱਲ ਸਾਹਿਬ,
ਸੁਖਦੇਵ ਸਿੰਘ ਢੀਂਡਸਾ ਵੀ ਹੁਣ ਕਿਉਂਕਿ ਉਹ ਇਕੱਲੇ ਜਾਪ ਰਹੇ ਨੇ, ਉਹਨਾਂ ਨੂੰ ਲੱਗ ਰਿਹਾ ਕਿ ਉਹਨਾਂ ਦੀ ਪਾਰਟੀ ਦੇ ਵਿੱਚ ਇਕੱਲਾ ਇਕੱਲਾ ਬੰਦਾ ਗਾ ਜਿਹੜਾ ਉਹ ਬਾਹਰ ਜਾ ਰਿਹਾ। ਸੇਵਾ ਸਿੰਘ ਸੇਖਵਾਂ ਦਾ ਉਹਨਾਂ ਦੀ ਪਾਰਟੀ ਦੇ ਵਿੱਚੋਂ ਚਲੇ ਜਾਣਾ, ਹੋਰ ਕੋਈ ਬਹੁਤਾ ਸਰਗਰਮ ਨਜ਼ਰ ਨਹੀਂ ਆ ਰਿਹਾ। ਭਾਵੇਂ ਜਿੱਦੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਸੀ, 32 ਜਥੇਬੰਦੀਆਂ ਨੇ ਬੁਲਾਏ ਸੀ, ਉਸ ਦਿਨ ਸੁਖਦੇਵ ਸਿੰਘ ਢੀਂਡਸਾ ਪਹੁੰਚੇ, ਪਰਮਿੰਦਰ ਢੀਂਡਸਾ ਪਹੁੰਚੇ ਔਰ ਰਣਜੀਤ ਸਿੰਘ ਬ੍ਰਹਮਪੁਰਾ ਪਹੁੰਚੇ। ਬ੍ਰਹਮਪੁਰਾ ਸਾਹਿਬ ਵੀ ਬਜ਼ੁਰਗ ਹੋ ਚੁੱਕੇ ਨੇ। ਉੱਥੇ ਜਾ ਕੇ ਇਹਨਾਂ ਨੇ ਇਹ ਗੱਲ ਜ਼ਰੂਰ ਕਹੀ ਬਾਹਰ ਮੀਡੀਆ ਦੇ ਨਾਲ ਕਿ ਅਸੀਂ ਕਦੇ ਵੀ ਜਿਹੜਾ ਉਹ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਵਾਪਸ ਨਹੀਂ ਜਾਵਾਂਗੇ, ਔਰ ਕਿਸਾਨਾਂ ਦੇ ਪੱਖ ਦੇ ਵਿੱਚ ਇਹ ਬੋਲੇ। ਲੇਕਿਨ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਦੀ ਪਾਰਟੀ ਦੇ ਅਹਿਮ ਆਗੂ ਨਿਧੜਕ ਸਿੰਘ ਬਰਾੜ ਉਹ ਪਾਰਟੀ ਦੇ ਵਿੱਚੋਂ ਕਿਤੇ ਨਾ ਕਿਤੇ ਛੁੱਟੀ ਲੈ ਕੇ ਜਿਹੜਾ ਉਹ ਘਰ ਬੈਠ ਗਏ। ਸੋ ਹੁਣ ਸੰਯੁਕਤ ਅਕਾਲੀ ਦਲ ਦੇ ਜਿਹੜੇ ਆਗੂ ਨੇ ਸੁਖਦੇਵ ਸਿੰਘ ਢੀਂਡਸਾ, ਉਹਨਾਂ ਦੇ ਵੱਲੋਂ ਪਾਰਟੀ ਦੇ ਜਨਰਲ ਸਕੱਤਰ ਨਿਧੜਕ ਸਿੰਘ ਬਰਾੜ ਦੇ ਨਾਲ ਮੋਗਾ ਦੇ ਵਿੱਚ ਉਹਨਾਂ ਦੇ ਘਰ ਕਰੀਬ 3.5 ਘੰਟੇ ਜਿਹੜੀ ਮੀਟਿੰਗ ਕੀਤੀ ਗਈ। 3.5 ਘੰਟੇ ਉਹਨਾਂ ਦੇ ਘਰ ਰਹੇ ਔਰ ਵਿਧਾਇਕ ਪਰਮਿੰਦਰ ਢੀਂਡਸਾ ਵੀ ਨਾਲ ਸੀਗੇ ਔਰ ਉਹਨਾਂ ਨੇ ਗੱਲਬਾਤ ਕੀਤੀ ਕਿ ਆਪਾਂ ਜਿਹੜਾ ਬੀਤੇ ਮਹੀਨੇ ਭੀਮ ਸੈਨਾ ਸਮੇਂ ਸਮੇਤ 6 ਧਿਰਾਂ ਦੇ ਨਾਲ ਗੱਠਜੋੜ ਆ ਜਿਹੜਾ ਉਹ ਕੀਤਾ ਗਾ, ਔਰ ਤੁਸੀਂ ਆਓ, ਤੁਸੀਂ ਕਿਰਪਾ ਕਰਕੇ ਪਾਰਟੀ 'ਚ ਸਰਗਰਮ ਹੋਵੋ। ਸੋ ਦੇਖਦੇ ਹਾਂ ਜੀ ਢੀਂਡਸਾ ਹੋਰਾਂ ਦੀ ਗੱਲ ਨੂੰ ਬੂਰ ਪੈਂਦਾ ਜਾਂ ਨਹੀਂ। ਜੀ ਗਿੱਲ ਸਾਹਿਬ ਧੰਨਵਾਦ ਜੀ, ਕੱਲ ਸਵੇਰੇ ਫਿਰ ਮਿਲਦੇ ਹਾਂ। ਰੱਬ ਰਾਖਾ। ਸ਼ੁਕਰੀਆ ਜੀ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਦੁਨੀਆ ਦੀ ਰਾਜਨੀਤੀ ਕਿਸ ਤਰ੍ਹਾਂ ਬਦਲਦੀ ਹੈ, ਕਿਸ ਤਰ੍ਹਾਂ ਦੋਸਤ ਦੁਸ਼ਮਣ ਤੇ ਦੁਸ਼ਮਣ ਦੋਸਤ ਬਣਦੇ ਨੇ। ਲੇਟਲੀ ਇਜ਼ਰਾਈਲ ਦਾ ਅਰਬ ਵਰਲਡ ਦੇ ਵਿੱਚ ਜਾਣਾ ਹੈ ਅਤੇ ਅਰਬ ਵਰਲਡ ਦੇ ਨਾਲ ਉਹਨਾਂ ਦੀਆਂ ਦੋਸਤੀਆਂ ਹੋਣੀਆਂ। ਜਾਂਦੇ ਜਾਂਦੇ ਮਾਈਕ ਪੋਂਪੀਓ ਅਤੇ ਨਾਲ ਹੀ ਸਰਪੰਚ ਉਹਨਾਂ ਦੇ ਕੰਮ ਨੇ। ਇਜ਼ਰਾਈਲ ਨੂੰ ਬਹੁਤ ਜਿਹੜਾ ਅਗਾਂਹ ਵਧੂ ਕਹਿ ਲਈਏ ਜਾਂ ਬਿਜ਼ਨਸ ਵਾਲੇ ਪਾਸੇ ਵੱਡੀ ਗੱਲ ਇਹ ਕਿ ਅਰਬ ਦੇਸ਼ਾਂ ਦੇ ਵਿੱਚ ਸੰਨ ਲਾ ਲਿਆ ਅਤੇ ਜਿੰਨੇ ਫਲਸਤੀਨੀ ਨੇ ਉਹ ਆਪਣੇ ਆਪ ਨੂੰ ਅਲੱਗ ਥਲੱਗ ਮਹਿਸੂਸ ਕਰਦੇ ਨੇ। ਸਭ ਤੋਂ ਵੱਡੀ ਗੱਲ ਜਿਹੜੀ ਯੂਨਾਈਟਿਡ ਅਰਬ ਐਮੀਰੇਟਸ ਦੇ ਨਾਲ ਸਮਝੌਤੇ ਹੋਏ ਨੇ ਇਜ਼ਰਾਈਲ ਦੇ, $1 ਟ੍ਰਿਲੀਅਨ, $1 ਖਰਬ ਆਉਣ ਵਾਲੇ 10 ਸਾਲਾਂ 'ਚ। ਅਤੇ ਕਿੱਥੇ ਇਹ ਦੇਸ਼ ਅਤੇ ਸਾਊਦੀ ਅਰਬ ਫਲਸਤੀਨੀਆਂ ਦੇ ਹੱਕ ਦੇ ਵਿੱਚ ਦੀ ਮਾਈਨੋਰਿਟੀ ਜਿਹੜੇ ਗਰੁੱਪ ਨੇ, ਹੁਣ ਮਾਈਨੋਰਿਟੀ ਤਾਂ ਕਹਿ ਨਹੀਂ ਸਕਦੇ, ਜਿਹੜੇ ਫਲਸਤੀਨੀ ਨੇ, ਮੁਸਲਿਮ ਧਰਮ ਹਰ ਦੂਸਰਾ ਵੱਡਾ ਧਰਮ ਹੈ ਦੁਨੀਆ ਦਾ, ਪਰ ਉਹਨਾਂ ਦੇ ਹੱਕ ਹਕੂਕ ਕੋਈ ਨਹੀਂ ਪੁੱਛ ਰਿਹਾ। ਅਤੇ ਉੱਧਰੋਂ ਬਹੁਤ ਸਪੋਰਟ ਵੱਡੀ ਸੀ ਕਿਸੇ ਸਮੇਂ ਮਿਸਰ ਦੀ। ਮਿਸਰ ਦਾ ਜਿਹੜਾ ਹੁਣ ਰਾਸ਼ਟਰਪਤੀ ਹੈ ਅਲ ਸਿਸੀ, ਜਿਸ ਨੇ ਮੁਸਲਿਮ ਬ੍ਰਦਰਹੁੱਡ ਨੂੰ ਧੱਕੇ ਨਾਲ ਲਾ ਕੇ ਜਿਹੜਾ ਬਣਿਆ, ਉਹ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਦੇ ਨਾਲ ਲਾਲ ਸਾਗਰ ਦੇ ਇੱਕ ਰਿਜ਼ੋਰਟ ਜਿਹੜਾ ਟਾਊਨ ਹੈ ਬਹੁਤ ਵੱਡਾ ਮਸ਼ਹੂਰ ਆ, ਲੋਕ ਜਾਂਦੇ ਨੇ, ਸ਼ਰਮਲ ਸ਼ੇਖ, ਉੱਥੇ ਮਿਲਿਆ। ਪਹਿਲੀ ਮੀਟਿੰਗ ਹੈ 2011 ਤੋਂ ਬਾਅਦ ਕਿਸੇ ਵੀ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਦੀ, ਕਿਉਂਕਿ ਨੈਤਨਯਾਹੂ ਤਾਂ ਲਾਈਨ ਖਿੱਚ ਕੇ ਸੀ, ਉਹਨੂੰ ਐ ਸੀ ਵੀ ਜੇ ਮੈਂ ਇਹਨਾਂ ਨਾਲ ਵਰਤਦਾ ਤਾਂ ਕਿਵੇਂ ਅੱਗੇ ਗੱਲੇ ਨਹੀਂ ਜਾ ਸਕਦੀ। ਸੋ ਦੋਨੇ ਹੀ ਉੱਥੇ ਮਿਲੇ ਨੇ। ਅਤੇ ਇੱਕ ਉੱਧਰੋਂ ਹਾਲ ਜਿਹੜਾ ਹੈ ਗਾਜ਼ਾ ਦਾ ਬਾਹਲਾ ਮੰਦਾ ਹਾਲ ਹੈ। ਹਲੇ ਫੇਰ ਵੀ ਵੈਸਟ ਬੈਂਕ ਲੈਬਨਾਨ ਵਾਲੇ ਪਾਸੇ ਅਤੇ ਉਹਨਾਂ ਦੇ ਨਾਲ ਉਹ ਜਾਰਡਨ ਵਾਲੇ ਪਾਸੇ ਉਹ ਇੰਨਾ ਤੰਗ ਨਹੀਂ, ਸਰਕਾਰ ਬਣਾਈ ਬੈਠਾ ਉੱਥੇ ਤਾਂ ਫਲਸਤੀਨੀਆਂ ਦੇ ਆਪਣੀ ਸਰਕਾਰ, ਯਾਸਰ ਅਰਾਫਾਤ ਦੀ ਪਾਰਟੀ ਉੱਥੇ ਜ਼ੋਰ ਦੇ ਵਿੱਚ ਫਤਿਹ ਦੀ ਉੱਥੇ ਰਾਜ। ਗਾਜ਼ਾ ਦੇ ਵਾਲੇ ਪਾਸੇ ਖਤਮ ਹੈ ਕੰਮ। ਗਾਜ਼ਾ ਦੇ ਵਿੱਚ ਹਮਾਸ ਬੈਠਾ, ਹਮਾਸ 'ਤੇ ਰਾਤ ਉਹਨੇ ਹਮਲਾ ਕੀਤਾ ਫਿਰ, ਅਤੇ ਹਿਜ਼ਬੁੱਲਾ ਕੋਸ਼ਿਸ਼ ਕਰਦਾ ਹੈ ਹਮਾਸ ਦੀ ਮਦਦ ਕਰਨ ਲਈ। ਅਸਲ ਸੀਰੀਆ ਜਦ ਦਾ ਹਿੱਲਿਆ ਨਾ, ਸੀਰੀਆ ਦੇ ਹਿੱਲਣ ਤੋਂ ਬਾਅਦ ਫਲਸਤੀਨੀਆਂ ਦੇ ਹਾਲ ਬਹੁਤ ਮਾੜੇ ਹੋ ਗਏ, ਔਰ ਹੋਣਾ ਨਹੀਂ ਕੁਛ, ਕਿਸੇ ਪਾਸੇ ਕੁਛ ਨਹੀਂ ਹੈ। ਅਫਗਾਨਿਸਤਾਨ ਨੂੰ ਵੇਖ ਲਓ, ਅਫਗਾਨਿਸਤਾਨ ਦੇ ਵਿੱਚ ਠੀਕ ਹੈ ਤਾਲਿਬਾਨ ਪਾਵਰ 'ਚ ਆ ਗਏ, ਪਰ ਹੁਣ ਤਾਲਿਬਾਨ ਅੱਗੇ ਕਿੰਨਾ ਕੁ ਵਧਣਗੇ, ਕਿਵੇਂ ਦੁਨੀਆ ਉਹਦੇ 'ਤੇ
ਯੂਨਾਈਟਿਡ ਨੇਸ਼ਨ ਉੱਥੇ ਉਹਦੇ 'ਤੇ ਕੰਟਰੋਲ ਕਰ ਰਿਹਾ ਅਤੇ ਇਹ ਨਹੀਂ ਕਰ ਸਕਦੇ, ਉਹ ਨਹੀਂ ਕਰ ਸਕਦੇ। ਠੀਕ ਹੈ, ਉਹ ਚੀਨ ਕਰਕੇ ਹੁਣ ਇਸ ਵਾਰ ਚੰਗੀ ਪੋਜੀਸ਼ਨ ਦੇ ਵਿੱਚ ਨੇ। ਦੁਨੀਆ ਦੇ ਵਿੱਚ ਹੁਣ ਤਾਲਿਬਾਨ ਅੱਤਵਾਦੀ ਸੰਗਠਨ ਅਤੇ ਜੇ ਅਤੇ ਬਹੁ ਕਿੰਨੀ ਭਾਰਤੀ ਖੁਫੀਆ ਏਜੰਸੀ ਜਿਹੜੀਆਂ ਨੇ ਉਹ ਅਫਗਾਨਿਸਤਾਨ ਦੇ ਵਿੱਚ ਸਰਗਰਮ ਸੀ। ਹੁਣ ਦੋਹਾ ਦੇ ਵਿੱਚ ਮੀਟਿੰਗਾਂ ਹੋ ਰਹੀਆਂ ਨੇ। ਇਜ਼ਰਾਈਲ ਨੇ ਇੱਕ ਬਾਰਡਰ ਪੈਟਰੋਲ ਕਰਨ ਲਈ ਡਰੋਨ ਬਣਾਈ ਹੈ ਅਤੇ ਜਿਹੜੀ ਪੂਰੀ ਡਰੋਨ ਦੇ ਨਾਲ ਆਰਮਡ ਵਹੀਕਲ ਜਿਹੜੇ ਨੇ ਉਹ ਬਣਾਏ ਨੇ, ਜਿਹੜੇ ਟੋਟਲੀ ਰਿਮੋਟ ਦੇ ਨਾਲ ਨੇ, ਜਿਨ੍ਹਾਂ ਨੇ ਜਿਹੜੀ ਨਾਲ ਫਲਸਤੀਨੀਆਂ ਦੇ ਨਾਲ 4 ਵੀਲ ਡਰਾਈਵ ਰੋਬੋਟ ਜਿਹੜੇ ਨੇ ਇਹ ਬਣਾਏ ਨੇ ਅਤੇ ਇਹ ਤੁਰੇ ਫਿਰਦੇ ਨੇ ਹੁਣ ਉੱਥੇ। ਮਤਲਬ ਜਿਹੜੇ ਪਾਸੇ ਨੂੰ ਪਾਵਰ ਜਾ ਰਹੀ ਹੈ, ਜਿੱਧਰ ਪਾਸੇ ਨੂੰ ਵੱਡੇ ਦੇਸ਼ ਨੇ ਜਿਨ੍ਹਾਂ ਕੋਲ ਪੈਸਾ ਧੇਲਾ, ਉੱਧਰ ਨੂੰ ਹੀ ਲੋਕ ਉਸ ਤਰ੍ਹਾਂ ਸੋਚਦੇ ਨੇ। ਬਾਈਡਨ ਦੇ ਨਾਲ ਪਿਛਲੀ ਮੀਟਿੰਗ ਤੁਹਾਨੂੰ ਮੈਂ ਦੱਸਿਆ ਸੀ, ਨੈਫਟੈਲੀ ਨੇ ਜਿਸ ਤਰ੍ਹਾਂ ਆ ਕੇ ਬਾਡੀ ਲੈਂਗੁਏਜ ਜਿਸ ਤਰ੍ਹਾਂ ਉਹ ਬੋਲਿਆ ਰਾਸ਼ਟਰਪਤੀ ਨੂੰ, ਦੇਸ਼ ਦੇ ਨੂੰ, ਅਤੇ ਬਾਈਡਨ ਬੈਠਾ ਸੀ, ਬਾਈਡਨ ਸੁਣ ਰਿਹਾ ਸੀ, ਕਿਉਂਕਿ ਯਹੂਦੀਆਂ ਦੇ ਕੋਲ ਬਹੁਤ ਪਾਵਰ ਹੈ ਅਮਰੀਕਾ ਦੇ ਵਿੱਚ। ਰਾਸ਼ਟਰਪਤੀ ਨੂੰ ਤਾਂ ਪਿੱਛੇ ਸਾਂਭਣ ਵਾਲੇ ਜਿਹੜੇ ਲੌਬੀਇਸਟ ਅਤੇ ਵੱਡੀਆਂ ਪਾਰਟੀਆਂ, ਵੱਡੇ ਲੋਕ ਨੇ, ਉਹਨਾਂ ਦਾ ਹੀ ਕੰਟਰੋਲ ਹੈ। ਬਾਈਡਨ ਨੇ ਸਾਰੀ ਗੱਲ ਉਹਦੀ ਸੁਣੀ। ਹਲੇ ਵੀ ਕਿਸੇ ਨੇ ਦੇਖਣਾ ਹੋਵੇ ਤਾਂ ਮਾੜਾ ਜਿਹਾ ਨੈਫਟੈਲੀ ਮੀਟਿੰਗ ਵਿਦ ਨੈਫਟੈਲੀ ਵਿਜ਼ਿਟਿੰਗ ਵਾਈਟ ਹਾਊਸ ਦੇਖਿਓ, ਬੰਦਾ ਬੋਲਦਾ ਕਿਵੇਂ। ਨੇਸ਼ਨ ਜਿਹੜੀਆਂ ਨੇ ਇਸ ਤਰ੍ਹਾਂ ਹੀ ਜਿਉਂਦੀਆਂ ਨੇ। ਜਿਵੇਂ ਬਲਾਂਸ਼ੈਟ ਨੇ ਕਿਹਾ ਪਿਛਲੀ ਡਿਬੇਟ ਦੇ ਵਿੱਚ, ਉਹ ਕਹਿੰਦੀ ਸੈਕੂਲਰ ਬਿੱਲ, ਸਾਚੀ ਕਰਲ ਨੇ ਮੁੜ ਕੇ ਕਿਹਾ, ਉਹ ਕਹਿੰਦਾ ਜਿੰਨੀ ਵਾਰ ਮਰਜ਼ੀ ਪੁੱਛ ਲਾ, ਇਹ ਜਵਾਬ ਇੱਕੋ ਹੀ ਹੈ ਵੀ ਵੀ ਆਰ ਏ ਨੇਸ਼ਨ, ਅਸੀਂ ਇੱਕ ਕੌਮ ਹੈ ਅਤੇ ਸਾਡਾ ਸਵੈਸਿੱਧ ਅਧਿਕਾਰ ਹੈ ਵੀ ਅਸੀਂ ਕਿਵੇਂ ਜਿਉਣਾ। ਕੋਵਿਡ ਕਰਕੇ ਬਹੁਤ ਕੁਝ ਬਦਲਿਆ 2020 ਸਾਰਾ ਅਤੇ 21। ਬਹੁਤ ਤੁਹਾਡੇ ਸਵਾਲ ਨੇ ਕਿ ਵਿਜ਼ਿਟ ਵੀਜ਼ੇ ਵਾਲਿਆਂ ਦਾ ਹੁਣ ਕੀ ਹੋਏਗਾ, ਜਿਨ੍ਹਾਂ ਨੂੰ ਵਿਜ਼ਿਟ ਵੀਜ਼ੇ ਲੱਗੇ ਨੇ, ਪੰਜਾਬ 'ਚ ਬੈਠੇ ਨੇ, ਉਹ ਬੀਚ ਨਹੀਂ ਆ ਸਕੇ, ਹੁਣ ਉਹ ਆ ਸਕਦੇ ਨੇ, ਕਿਵੇਂ ਆ ਸਕਦੇ ਨੇ, ਡਾਇਰੈਕਟ ਆਉਣਗੇ। ਜ਼ਿਆਦਾਤਰ ਉਹ ਵਿਜ਼ਿਟ ਵੀਜ਼ਿਆਂ ਦੇ ਵਿੱਚੋਂ ਉਹ ਨੇ ਜਿਨ੍ਹਾਂ ਨਾਲ ਪ੍ਰੀ ਜਿਹੜੀ ਪਲੈਨਿੰਗ ਹੋਈ ਆ ਵੀ ਆ ਕੇ ਉਹਨਾਂ ਨੇ ਵਰਕ ਪਰਮਿਟ ਲੈਣਾ। LMIA ਸੈਟ ਇਹ ਪੈਕੇਜ ਹੈ ਜਿਹਦੇ ਵਿੱਚ ਪਹਿਲਾਂ ਹੀ ਉਹਨਾਂ ਨੂੰ ਹੋਰ ਵਿਜ਼ਿਟ ਇੱਥੇ ਕਿਹਨੇ ਘੁੰਮਣ ਆਉਣਾ, ਜਿਹੜੇ 20-20 ਸਾਲਾਂ ਦੇ ਇੱਥੇ ਬੈਠੇ ਆ ਉਹਨਾਂ 'ਤੇ ਹੋਪ ਨਹੀਂ ਟੱਪ ਹੋਇਆ ਹਾਲੇ। ਪਰ ਫਿਰ ਵੀ ਜਿਹੜਾ ਲੈਜਿਟ ਜਿਹੜਾ ਗ੍ਰੀਨ ਸਿਗਨਲ ਦੇ ਰਾਹੀਂ ਲੰਘਣਾ, ਉਸ ਨੂੰ ਤੁਸੀਂ ਚੈਲੰਜ ਨਹੀਂ ਕਰ ਸਕਦੇ। ਵਿਜ਼ਿਟ ਮਤਲਬ ਵਿਜ਼ਿਟ ਹੈ, ਉਸ ਤੋਂ ਬਾਅਦ LMIA ਮਤਲਬ LMIA। ਸਰਕਾਰ ਨੇ ਉਸ ਦੀ ਅਪਰੂਵਲ ਦਿੱਤੀ ਹੋਈ ਹੈ। ਸੂਬਾ ਸਰਕਾਰ ਕਹਿੰਦੀ ਹੈ ਵੀ ਤੁਸੀਂ ਜਿਹੜਾ ਬਾਹਰੋਂ ਵਰਕਰ ਲਿਆ ਸਕਦੇ ਹੋ, ਇਹਦੇ 'ਚ ਕਿਸੇ ਨੂੰ ਦੋਸ਼ ਨਹੀਂ ਹੈ। ਉਸ ਦੇ ਸਵਾਲਾਂ ਦੇ ਜਵਾਬ ਦੇਣ ਲਈ ਮੇਰੇ ਨਾਲ ਅਮਨ ਖਹਿਰਾ ਨੇ CWC ਤੋਂ। ਅਮਨ ਖਹਿਰਾ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਜੀ, ਔਰ ਸਾਰੇ ਲਿਸਨਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ ਤੇ ਅਦਾਬ ਜੀ। ਅੱਛਾ ਜੀ, ਸੈਰ ਦੇ ਵੀਜ਼ੇ ਵਾਲੇ ਹੁਣ ਆ ਸਕਦੇ ਆ ਪੰਜਾਬ ਤੋਂ? ਜੀ ਬਿਲਕੁਲ ਬਾਈ, ਸਤੰਬਰ 7 ਨੂੰ ਸਰਕਾਰ ਨੇ ਜਿਹੜੇ ਨਾਨ ਐਸੈਂਸ਼ੀਅਲ ਟਰੈਵਲ ਹੈ ਉਹਨੂੰ ਅਲਾਉ ਕੀਤਾ। ਜਿਹੜੇ ਵਿਜ਼ਿਟਰਸ ਨੇ, ਐਨੀ ਕਾਈਂਡ ਆਫ ਵਿਜ਼ਿਟਰ ਜਿਹੜਾ ਕੈਨੇਡਾ ਆਉਣਾ ਚਾਹੁੰਦਾ ਹੈ ਘੁੰਮਣ ਲਈ, ਪਲੇਜ਼ਰ ਲਈ, ਬਿਜ਼ਨਸ ਲਈ ਜਾਂ ਫੈਮਿਲੀ ਮੈਂਬਰ ਨੂੰ ਮਿਲਣ ਲਈ, ਉਹ ਸਾਰੇ ਵਿਅਕਤੀ ਜਿਹੜੇ ਨੇ ਕੈਨੇਡਾ ਦੇ ਵਿੱਚ ਆ ਸਕਦੇ ਨੇ। ਅੱਛਾ, ਇੱਕ ਹੁਣ ਜਿਹੜੀ ਈਵਨ PR ਵਾਪਸ ਆਉਂਦੇ ਨੇ, ਕੋਈ ਇੰਡੀਆ ਕਿਸੇ ਤਰੀਕੇ ਨਾਲ ਗਏ ਨੇ ਔਖਾ ਹੋ ਕੇ, ਉਹਨਾਂ ਨੂੰ ਆਉਣ ਦਾ ਵਸੀਲਾ ਜਿਹੜੀਆਂ ਡਾਇਰੈਕਟ ਫਲਾਈਟਸ ਨਹੀਂ ਹੈ, ਕੀ ਜਦ ਕੋਈ ਉੱਥੋਂ ਕਿਸੇ ਨੇ ਚੜ੍ਹਨਾ ਹੈ, ਚਾਹੇ ਉਹ ਵਿਜ਼ਟਰ ਵਾਲਾ, ਚਾਹੇ ਉਹ PR ਆ, ਚਾਹੇ ਸਟੂਡੈਂਟ ਆ, ਉਹਨਾਂ 'ਤੇ ਕਿਸੇ ਕਿਸਮ ਦੀ ਵਿਜ਼ਟਰ ਵੀਜ਼ੇ ਵਾਲਿਆਂ 'ਤੇ, ਸੈਰ ਵਾਲਿਆਂ 'ਤੇ ਕੋਈ ਰਿਸਟ੍ਰਿਕਸ਼ਨ ਤਾਂ ਨਹੀਂ ਸਿੱਧੇ ਆਉਣ ਦੀ, ਜਾਂ ਘੁੰਮ ਕੇ ਆਉਣਾ, ਜਾਂ ਕੀ ਕੁਛ ਅਜਿਹਾ ਅਲੱਗ ਤਾਂ ਨਹੀਂ ਉਹਨਾਂ ਲਈ? ਜੀ ਬਿਲਕੁਲ, ਜਿਹੜੀ ਰਿਸਟ੍ਰਿਕਸ਼ਨ ਸਰਕਾਰ ਨੇ ਲਾਈ ਹੈ, ਦੋ ਤਰ੍ਹਾਂ ਦੀ ਰਿਸਟ੍ਰਿਕਸ਼ਨ ਹੈਗੀ। ਪਹਿਲੀ ਤਾਂ ਰਿਸਟ੍ਰਿਕਸ਼ਨ ਹੈਗੀ ਜਿਹੜੇ ਵਿਜ਼ਿਟਰਸ ਕੈਨੇਡਾ ਦੇ ਵਿੱਚ ਆ ਰਹੇ ਨੇ ਉਹਨਾਂ ਲਈ ਮੈਂਡੇਟਰੀ ਹੈ ਵੀ ਜਿਹੜੀ ਉਹਨਾਂ ਦੀ ਵੈਕਸੀਨੇਸ਼ਨ ਹੋਣੀ ਚਾਹੀਦੀ ਹੈ। ਸੋ 2 ਡੋਜ਼ਸ ਜਿਹੜੀਆਂ ਨੇ ਸਰਟਨ ਵੈਕਸੀਨ ਦੀਆਂ 2 ਡੋਜ਼ਸ ਜਿਹੜੀਆਂ ਐਟਲੀਸਟ ਲੱਗਣੀਆਂ ਚਾਹੀਦੀਆਂ ਨੇ, ਖਾਸ ਕਰਕੇ ਜਿਨ੍ਹਾਂ ਨੇ ਫਾਈਜ਼ਰ, ਮੋਡਰਨਾ ਜਾਂ ਐਸਟਰਾਜੈਨੇਕਾ। 1 ਡੋਜ਼ ਜਿਹੜੀ ਹੈ ਜੈਨਸਨ, ਜਿਹੜੀ ਜੌਨਸਨ ਐਂਡ ਜੌਨਸਨ ਦੀ ਵੈਕਸੀਨ ਹੈ,
ਉਹ ਲੱਗੀ ਹੋਣੀ ਚਾਹੀਦੀ ਹੈ, ਔਰ ਇਹ ਵੈਕਸੀਨ 14 ਦਿਨ ਪਹਿਲਾਂ ਲੱਗੀ ਹੋਣੀ ਚਾਹੀਦੀ ਹੈ ਜੀ। ਔਰ ਜਦੋਂ ਤੁਸੀਂ ਫਲਾਈਟ ਬੋਰਡ ਕਰਨੀ ਹੈ ਉਹ ਤੋਂ ਪਹਿਲਾਂ ਤੁਸੀਂ ਆਪਣੀ ਸਾਰੀ ਜਿਹੜੀ ਡਾਕੂਮੈਂਟੇਸ਼ਨ ਹੈ, ਜਿਹੜੀ ਕਿ ਸਾਡੇ ਆਫਿਸ ਨੂੰ ਕਾਲ ਕਰਕੇ ਪੁੱਛਿਆ ਜਾ ਸਕਦਾ ਵੀ ਕਿਹੜੀ ਡਾਕੂਮੈਂਟੇਸ਼ਨ ਸਬਮਿਟ ਕਰਨੀ, ਇੱਕ ਲੰਬੀ ਲਿਸਟ ਹੈ। ਅਰਾਈਵ ਕੈਨ ਜਿਹੜੀ ਐਪ ਹੈ ਉਹਦੇ ਥਰੂ ਕਰ ਸਕਦੇ ਹੋ, ਜਾਂ ਤੁਸੀਂ ਵੈਬਸਾਈਟ ਦੇ ਥਰੂ, ਜਿਹਦਾ ਵੈਬ ਐਡਰੈਸ ਤੁਸੀਂ ਆਫਿਸ ਤੋਂ ਲੈ ਸਕਦੇ ਹੋ, ਤੇ ਉਹਦੇ ਥਰੂ ਤੁਸੀਂ ਸਭ ਤੋਂ ਪਹਿਲਾਂ ਕਾਗਜ਼ ਸਬਮਿਟ ਕਰਨੇ, ਉਸ ਤੋਂ ਬਾਅਦ ਹੀ ਤੁਸੀਂ ਜਿਹੜੀ ਹੈ ਫਲਾਈਟ ਜਿਹੜੀ ਹੈ ਬੋਰਡ ਕਰ ਸਕਦੇ ਹੋ। ਵਿਜ਼ਟਰ ਔਰ ਵੀਜ਼ਾ ਜਿਹੜੀ ਮਾਫ ਕਰਨਾ, ਜਿਹੜੇ ਵਿਅਕਤੀ ਤੁਸੀਂ ਗੱਲ ਕਰ ਰਹੇ ਸੀ, ਸਟੂਡੈਂਟਸ ਜਾਂ ਵਰਕ ਪਰਮਿਟ ਹੋਲਡਰਸ, ਉਹ ਵਿਅਕਤੀ ਅਨਵੈਕਸੀਨੇਟਡ ਵੀ ਆ ਸਕਦੇ ਨੇ। ਉਹਨਾਂ ਤੇ ਜਿਹੜੇ ਕੁਆਰੰਟੀਨ ਦੇ ਰੂਲਸ ਨੇ, ਜਿਵੇਂ 14 ਦਿਨ ਉਹਨਾਂ ਨੇ ਸਟੇ ਕਰਨਾ, ਉਹ 14 ਦਿਨ ਆਪਣੀ ਸਟੇ ਪੂਰੀ ਕਰਨਗੇ। ਉਹ ਵਿਅਕਤੀਆਂ ਨੂੰ ਹਾਲੇ ਵੀ ਸਰਕਾਰ ਅਨਵੈਕਸੀਨੇਟਡ ਅਲਾਉ ਕਰ ਰਹੀ ਹੈ, ਬਟ ਜਿਹੜੇ ਵਿਜ਼ਿਟਰਸ ਆ ਰਹੇ ਨੇ ਉਹਨਾਂ ਨੂੰ ਜਿਹੜਾ ਵੈਕਸੀਨੇਸ਼ਨ ਹੋਣੀ ਚਾਹੀਦੀ ਹੈ। ਔਰ ਉਹ ਖਾਸ ਕਰਕੇ ਜਿਹੜੀ ਆਪਾਂ ਫਲਾਈਟ ਗੱਲ ਕਰ ਰਹੇ ਹਾਂ ਵੀ ਡਾਇਰੈਕਟ ਫਲਾਈਟ ਲੈ ਕੇ ਆ ਸਕਦੇ ਨੇ ਇੰਡੀਆ ਤੋਂ। ਡਾਇਰੈਕਟ ਫਲਾਈਟਸ ਹਾਲੇ 21 ਸਤੰਬਰ ਤੱਕ ਸਰਕਾਰ ਨੇ ਡਿਸਾਈਡ ਕਰਨਾ ਵੀ ਅਸੀਂ ਅਲਾਉ ਕਰਨਾ ਕਿ ਨਹੀਂ। ਜੇ 21 ਸਤੰਬਰ ਨੂੰ ਸਰਕਾਰ ਇਹ ਫੈਸਲਾ ਕਰ ਦੇਵੇ ਇੰਡੀਆ ਤੇ ਮੋਰੋਕੋ ਜਿਹੜਾ 29 ਸਤੰਬਰ ਨੂੰ ਜੇ ਫੈਸਲਾ ਕਰਦੀ ਹੈ ਤਾਂ ਫਿਰ ਆ ਸਕਦੇ। ਇੱਕ ਇਹਦਾ ਸਵਾਲ ਇਹ ਹੈ ਕਿ ਕਈ ਵਾਰ ਵਿਜ਼ਿਟ ਵੀਜ਼ਾ ਚਿਰ ਦਾ ਲੱਗਿਆ ਹੁੰਦਾ ਹੈ, ਕਹਿ ਕੇ ਵੀ ਇਸ ਕੰਮ ਲਈ ਆਉਣਾ, ਪਰ ਉਹ ਫੰਕਸ਼ਨ ਹੋਇਆ ਜਾਂ ਨਹੀਂ ਹੋਇਆ ਜਾਂ ਹੋਣਾ ਹਾਲੇ, ਉਹਦੇ ਲਈ ਸੈਰ ਦੇ ਵੀਜ਼ੇ ਵਾਲਿਆਂ ਨੂੰ ਕੁਛ ਉਹਦਾ ਰੀਜ਼ਨ ਦੱਸਣਾ ਪਊ ਵੀ ਹੁਣ ਅਸੀਂ ਕਿਉਂ ਚੱਲੇ ਆ। ਜੀ ਬਾਈ ਜੀ, ਜਿਹੜਾ ਵਿਜ਼ਿਟਰ ਵੀਜ਼ਾ ਅਲਾਉ ਹੁੰਦਾ ਇਹਦੇ 2 ਸਟੈਪ ਪ੍ਰੋਸੈਸ ਹੈ ਜੀ। ਜਿਹੜਾ ਇੰਡੀਆ ਦੇ ਵਿੱਚ ਬੈਠਾ ਆਫਿਸਰ ਹੈ ਉਹ ਤੁਹਾਡੀ ਕਰੰਟ ਡਾਕੂਮੈਂਟੇਸ਼ਨ ਦੇਖਦੇ ਨੇ ਜਦੋਂ ਕੈਨੇਡਾ ਦੇ ਵਿੱਚ ਤੁਸੀਂ ਕਿਸ ਪਰਪਸ ਲਈ ਜਾ ਰਹੇ ਹੋ। ਨਾ ਜਿਵੇਂ ਤੁਸੀਂ ਕਿਹਾ ਸੀ ਵੀ ਕਿਸੇ ਨੇ ਕਿਸੇ ਪਰਟੀਕੂਲਰ ਸੈਰੇਮਨੀ ਤੇ ਆਉਣਾ ਜਾਂ ਫਿਊਨਰਲ ਤੇ ਆਉਣਾ, ਕਿਸੇ ਕੰਡੀਸ਼ਨ ਤੇ ਆਉਣਾ ਕੈਨੇਡਾ, ਤਾਂ ਪਹਿਲਾ ਸਟੈਪ ਉਹ ਦੇਖਿਆ ਜਾਵੇਗਾ ਵੀ ਉਹ ਕਿਤੇ ਸਰਪਾਸ ਤਾਂ ਨਹੀਂ ਕਰ ਗਿਆ, ਉਹ ਡੇਟ ਨਿਕਲ ਤਾਂ ਨਹੀਂ ਗਈ। ਫਿਰ ਬਿਲਕੁਲ ਤੁਹਾਡੀ ਐਪਲੀਕੇਸ਼ਨ ਜਿਹੜੀ ਹੈ ਰਿਫਿਊਜ਼ ਹੋ ਸਕਦੀ ਹੈ। ਪਰ ਜੇ ਤੁਹਾਨੂੰ ਵੀਜ਼ਾ ਮਿਲ ਜਾਂਦਾ ਉਸ ਤੋਂ ਬਾਅਦ ਤੁਸੀਂ ਟਰੈਵਲ ਨਹੀਂ ਕਰ ਪਾਏ ਔਰ ਹੁਣ ਤੁਸੀਂ ਉਹ ਐਂਟਰੀ ਜਿਹੜੀ ਹੈ ਮੰਗ ਰਹੇ ਹੋ, ਵਿਜ਼ਿਟਰ ਵੀਜ਼ਾ ਤੁਹਾਨੂੰ ਅਲਾਉ ਕਰਦਾ ਡੋਰ ਸਟੈਪ ਤੇ ਲੈ ਕੇ ਆਉਣਾ ਕੈਨੇਡਾ। ਜਦੋਂ ਵੀ ਤੁਸੀਂ ਕੈਨੇਡਾ ਦੇ ਡੋਰ ਸਟੈਪ ਤੇ ਆਉਂਦੇ ਹੋ, ਐਕਸੈਸ ਤੁਹਾਨੂੰ ਜਿਹੜਾ ਸਟੇਟਸ ਹੈ ਉਹ ਇੱਥੇ ਫਿਰ ਆ ਕੇ ਮਿਲਦਾ, ਉਹ ਸੈਕੰਡ ਸਟੈਪ ਹੈ। ਜੇ ਆਫਿਸਰ ਇੱਥੇ ਤੁਹਾਨੂੰ ਪੁੱਲ ਕਰ ਲੈਂਦਾ ਹੈ, ਪੁੱਲ ਕਰਕੇ ਤੁਹਾਨੂੰ ਕੁਐਸਚਨਸ ਪੁੱਛੇ ਜਾਂਦੇ ਨੇ ਵੀ ਤੁਸੀਂ ਕਿਸ ਪਰਪਸ ਲਈ ਆਏ, ਔਰ ਤੁਹਾਨੂੰ ਸੈਕੰਡਰੀ ਚੈੱਕ ਲਈ ਪੁੱਲ ਕੀਤਾ ਜਾਂਦਾ ਖਾਸ ਕਰਕੇ, ਤਾਂ ਫਿਰ ਉਸ ਤੋਂ ਬਾਅਦ ਫਿਰ ਡਿਸਾਈਡ ਹੁੰਦਾ ਤੁਹਾਡਾ ਜਿਹੜਾ ਫੇਟ ਹੈ ਵੀ ਤੁਹਾਨੂੰ ਅਲਾਉ ਕਰਨਾ ਕੈਨੇਡਾ ਦੇ ਵਿੱਚ ਜਾਂ ਇੱਥੋਂ ਤੁਹਾਨੂੰ ਵਾਪਸ ਭੇਜਣਾ ਕੈਨੇਡਾ ਦੇ ਵਿੱਚ। ਉਸ ਵਕਤ ਪਲੀਜ਼ ਆਪਣਾ ਰਾਈਟ ਟੂ ਅਪੀਲ, ਜਿਹੜਾ ਰਾਈਟ ਟੂ ਕਾਉਂਸਲ ਹੈ, ਉਹਨੂੰ ਯੂਜ਼ ਕਰਿਆ ਕਰੋ। ਔਰ ਇਸ ਤਰ੍ਹਾਂ ਨਹੀਂ ਹੈ ਵੀ ਤੁਹਾਨੂੰ ਕਿਹਾ ਜਾਂਦਾ ਵੀ ਤੁਸੀਂ ਸਾਈਨ ਕਰ ਦਿਓ ਪੇਪਰ ਤੇ ਦੁਬਾਰਾ ਫਿਰ ਕੈਨੇਡਾ ਆ ਜਾਇਓ। ਉਹ ਕੰਡੀਸ਼ਨਸ ਨੂੰ ਜ਼ਰੂਰ ਵਾਚ ਕਰਨਾ ਔਰ ਇਹੋ ਜਿਹੇ ਕੋਈ ਡਾਕੂਮੈਂਟ ਸਾਈਨ ਨਹੀਂ ਕਰਨੇ ਜਿਸੇ ਤੁਸੀਂ ਵੋਲੰਟਰੀ ਡਿਪਾਰਟ ਕਰ ਰਹੇ ਹੋ। ਜੇ ਤੁਸੀਂ ਵਾਪਸ ਨਹੀਂ ਜਾਣਾ ਚਾਹੁੰਦੇ ਤਾਂ ਤੁਸੀਂ ਆਪਣਾ ਜਿਹੜਾ ਰਾਈਟ ਹੈ ਉਹਨੂੰ ਇਸਤੇਮਾਲ ਕਰ ਸਕਦੇ ਹੋ, ਕਿਉਂਕਿ ਤੁਸੀਂ ਕੈਨੇਡੀਅਨ ਸੋਇਲ ਦੇ ਉੱਤੇ ਹੁੰਦੇ ਹੋ। ਅੱਛਾ, ਉਹ ਹੁਣ ਕੋਈ ਆ ਕੇ ਜਦ ਉਹਨਾਂ ਨੇ ਆਪਣੇ ਆਪ ਬਦਲਣਾ ਜੀ, ਇਹਦਾ ਵਰਕ ਪਰਮਿਟ ਵਾਲੇ ਪਾਸੇ ਨੂੰ ਜਾਣਾ, ਕੋਈ ਉਹ ਰਿਸਟ੍ਰਿਕਸ਼ਨ ਤਾਂ ਨਹੀਂ? ਨਹੀਂ ਜੀ, ਬਿਲਕੁਲ ਬਾਈ ਜੀ, ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ। ਸਰਕਾਰ ਨੇ ਹੁਣੇ ਅਨਾਉਂਸਮੈਂਟ ਕੀਤੀ ਹੈ ਜਿਹੜੇ ਵਿਜ਼ਿਟਰ ਕੈਨੇਡਾ ਦੇ ਵਿੱਚ ਦਾਖਲ ਹੋਣਗੇ ਉਹਨਾਂ ਲਈ ਸਰਕਾਰ ਨੇ ਕਿਹਾ ਵੀ ਤੁਹਾਨੂੰ ਪੋਰਟ ਆਫ ਐਂਟਰੀ ਤੇ ਜਾਂ ਬਾਰਡਰ ਤੇ ਤੁਹਾਨੂੰ ਜਾਣ ਕੇ ਫਲੈਗ ਪੋਲ ਰਿਟਰਨ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ US ਨੇ ਹਾਲੇ ਵੀ ਐਕਸੈਸ ਜਿਹੜਾ ਬੰਦ ਕੀਤਾ ਹੋਇਆ ਪੋਰਟ ਆਫ ਐਂਟਰੀਜ਼ ਤੇ। ਸੋ ਉਹਨਾਂ ਨੇ ਕਿਹਾ ਵੀ ਤੁਸੀਂ ਜਿਹੜੀਆਂ ਐਪਲੀਕੇਸ਼ਨ ਨੇ ਆਨਲਾਈਨ ਹੀ ਸਬਮਿਟ ਕਰ ਸਕਦੇ ਹੋ। ਇਹਦੇ ਵਿੱਚ 2 ਕੈਟੇਗਰੀ ਦੇ ਵਰਕਰਸ ਹੋਣਗੇ, ਇੱਕ ਤਾਂ ਜਿਹਨਾਂ ਕੋਲ ਆਲਰੇਡੀ ਵਰਕ ਪਰਮਿਟ ਹੈ ਔਰ ਉਹ ਆਪਣਾ ਇੰਪਲੋਇਰ ਨੂੰ ਬਦਲਣਾ ਚਾਹੁੰਦੇ ਨੇ, ਉਹਨਾਂ ਲਈ ਸਰਕਾਰ ਨੇ ਐਕਸਪੀਡਾਈਟਡ ਪ੍ਰੋਸੈਸ ਚਲਾਇਆ ਵੀ ਤੁਸੀਂ ਨਵੇਂ ਇੰਪਲੋਇਰ ਕੋਲ ਜਾ ਕੇ ਕੰਮ ਕਰ ਸਕਦੇ ਹੋ ਜਿੰਨੀ ਦੇਰ ਤੁਹਾਡੀ ਐਪਲੀਕੇਸ਼ਨ ਡਿਸਾਈਡ ਨਹੀਂ ਹੁੰਦੀ। ਪਰ ਜੇ ਕੋਈ ਵਿਜ਼ਿਟਰ ਆਪਣੀ ਐਪਲੀਕੇਸ਼ਨ ਤਬਦੀਲ ਕਰਨਾ ਚਾਹੁੰਦਾ, ਉਹ ਵੀ ਕੈਨੇਡਾ ਦੇ ਵਿੱਚ ਰਹਿੰਦੇ ਹੋਏ ਹੀ ਜਿਹੜਾ ਇਨਸਾਈਡ ਆਫਿਸ ਹੈ ਉਹਦੇ ਵਿੱਚ ਹੀ ਐਪਲੀਕੇਸ਼ਨ ਦਾਇਰ ਕਰੇਗਾ ਔਰ ਤਕਰੀਬਨ 40 ਦਿਨਾਂ ਦੇ ਵਿੱਚ ਜਿਹੜਾ ਉਹਨਾਂ ਦਾ ਵਰਕ ਪਰਮਿਟ ਮਿਲ ਜਾਏਗਾ ਜੇ ਉਹ ਸਾਰੀਆਂ ਕੰਡੀਸ਼ਨ ਨੂੰ ਪੂਰਾ ਕਰ ਲੈਂਦੇ ਨੇ। ਅੱਛਾ, ਨਾਲ ਹੀ ਇੱਕ ਇਹ ਦੱਸਿਓ ਵੀ ਮੰਨ ਲਓ ਵੀ ਉੱਥੋਂ ਤੁਸੀਂ ਚੜ੍ਹਿਆ ਹੈ, ਉਹ ਉੱਥੋਂ ਚੜ੍ਹਨ ਦੀ ਤੁਹਾਨੂੰ ਅਪਰੂਵਲ ਆ ਵਿਜ਼ਿਟ ਦੀ, ਇਹ ਗੱਲ ਸਹੀ ਹੈ ਕਿ ਜਾਂ ਤੁਸੀਂ ਐਂਟਰੀ ਤੇ ਆਉਣਾ ਕਿਸੇ ਵੀ ਏਅਰਪੋਰਟ ਤੇ ਆਪਣੇ ਕੈਨੇਡਾ ਦੇ, ਉੱਥੇ ਜਿਹੜਾ ਵੀਜ਼ਾ ਅਫੀਸਰ ਆ ਤਾਂ ਵਿਜ਼ਿਟ ਵੀਜ਼ੇ ਵਾਲੇ ਨੂੰ ਰਿਫਿਊਜ਼ ਕਰ ਸਕਦਾ ਜੀ ਐਂਟਰੀ? ਜੀ ਬਿਲਕੁਲ, ਵਿਜ਼ਿਟਰ ਵੀਜ਼ਾ ਗਾਰੰਟੀ ਨਹੀਂ ਕਰਦਾ ਵੀ ਤੁਹਾਨੂੰ ਕੈਨੇਡਾ ਦਾ ਸਟੇਟਸ ਵੀ ਮਿਲ ਜਾਏਗਾ। ਇਹ ਸੈਕੰਡਰੀ ਇਨਸਪੈਕਸ਼ਨ ਤੁਹਾਡੀ ਹੋ ਸਕਦੀ ਹੈ ਔਰ ਖਾਸ ਕਰਕੇ ਹੁਣ ਕਿਉਂਕਿ ਜਿਹੜੀ ਟਰੈਵਲ ਹੈ ਹਾਲੇ ਵੀ ਕਾਫੀ ਰਿਸਟ੍ਰਿਕਟਡ ਹੈ ਕਿਉਂਕਿ ਉਹਨਾਂ ਏਅਰਪੋਰਟ ਜਿਹੜਾ ਬਿਜ਼ੀ ਨਹੀਂ ਹੈ।
ਜਿੰਨੇ ਹੁੰਦੇ ਨੇ, ਔਰ ਸਰਕਾਰ ਨੇ ਕਾਫੀ 에ਅਰਪੋਰਟਸ ਨੂੰ ਐਕਸੈਸ ਦਿੱਤਾ ਹੋਇਆ ਜਿੱਥੇ ਇੰਟਰਨੈਸ਼ਨਲ ਟਰੈਵਲ ਆ ਸਕਦੇ ਨੇ। ਸੋ ਕਿਉਂਕਿ ਜਿਹੜੀ ਹੁਣ ਸਕਰੂਟਨੀ ਹੈ ਉਹ ਵੀ ਟਾਈਟ ਕੀਤੀ ਜਾਏਗੀ, ਔਰ ਖਾਸ ਕਰਕੇ ਜਦੋਂ ਤੁਹਾਡੇ ਰਿਸ਼ਤੇਦਾਰ ਲੈਂਡ ਕਰਦੇ ਨੇ ਉਹਨਾਂ ਨੂੰ ਇਹ ਸਵਾਲ ਜ਼ਰੂਰ ਪੁੱਛੇ ਜਾਣਗੇ ਵੀ ਤੁਸੀਂ ਕਿਸ ਕੰਮ ਲਈ ਕੈਨੇਡਾ ਦੇ ਵਿੱਚ ਆ ਰਹੇ ਹੋ, ਔਰ ਜੇ ਉਹ ਕੰਮ ਆਲਰੇਡੀ ਪੂਰਾ ਹੋ ਚੁੱਕਿਆ ਜਾਂ ਡੇਟ ਉਹ ਨਿਕਲ ਚੁੱਕੀ ਹੈ ਤਾਂ ਬਿਲਕੁਲ ਤੁਹਾਨੂੰ ਸੈਕੰਡਰੀ ਜਿਹੜੀ ਇੰਸਪੈਕਸ਼ਨ ਲਈ ਪੁੱਲ ਕੀਤਾ ਜਾ ਸਕਦਾ, ਔਰ ਜਿਹੜੇ ਸਵਾਲ ਪੁੱਛੇ ਜਾ ਸਕਦੇ ਨੇ ਵੀ ਤੁਸੀਂ ਕਰਨ ਕੀ ਆਏ ਹੋ ਕੈਨੇਡਾ। ਇਸ ਤੋਂ ਇਲਾਵਾ ਜਿਹੜੇ ਵਿਅਕਤੀਆਂ ਦੀ LMI ਹੈ, ਜਿਵੇਂ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਦੇ ਵਿੱਚ ਆਲਰੇਡੀ ਨਾਮ ਪਿਆ ਹੋਇਆ, ਜਿਵੇਂ ਉਹਨਾਂ ਨੇ ਕਿਸੇ ਇੰਪਲੋਇਰ ਨੇ ਉਹਨਾਂ ਨੂੰ ਆਲਰੇਡੀ ਹਾਇਰ ਕੀਤਾ ਹੋਇਆ ਔਰ 에ਅਰਪੋਰਟ ਤੇ ਆ ਕੇ ਉਹ ਡਿਸਕਲੋਜ਼ ਨਹੀਂ ਕਰ ਰਹੇ, ਤਾਂ ਉਹਨੂੰ ਫਿਰ ਸੀਰੀਅਸ ਮੈਟਰ ਮੰਨਿਆ ਜਾਂਦਾ ਵੀ ਤੁਸੀਂ ਇਨਫੋਰਮੇਸ਼ਨ ਨੂੰ ਕੰਸੀਲ ਕਰ ਰਹੇ ਸੀ। ਤਾਂ ਆਫਿਸਰ ਨਾਟ ਓਨਲੀ ਤੁਹਾਡੀ ਐਂਟਰੀ ਬਾਰ ਕਰ ਸਕਦਾ ਬਲਕਿ ਤੁਹਾਡਾ ਜਿਹੜਾ ਵੀਜ਼ਾ ਉਹਨੂੰ ਵੀ ਕੈਂਸਲ ਕਰ ਸਕਦਾ, ਕਿਉਂਕਿ ਇਹ ਮਿਸਰਿਪਰੈਜ਼ੈਂਟੇਸ਼ਨ ਦੇ ਵਿੱਚ ਆਉਂਦਾ, ਔਰ ਬੈਨ ਜਿਹੜਾ ਹੈਗਾ ਤੁਹਾਡੇ ਤੇ 5 ਸਾਲ ਦਾ ਲਾਇਆ ਜਾ ਸਕਦਾ। ਸੋ ਉਹ ਵਿਅਕਤੀ ਜਿਨ੍ਹਾਂ ਦਾ ਨਾਮ ਆਲਰੇਡੀ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਦੇ ਵਿੱਚ ਪਿਆ ਹੋਇਆ ਔਰ ਉਹ ਸਿੰਪਲ ਵਿਜ਼ਿਟਰ ਵੀਜ਼ਾ ਲੈ ਕੇ ਕੈਨੇਡਾ ਦੇ ਫੁੱਟ ਸਟੈਪਸ ਤੇ ਆ ਗਏ ਨੇ, ਉਹ ਪਲੀਜ਼ ਆਪਣੀ ਜਿਹੜੀ ਇਨਫੋਰਮੇਸ਼ਨ ਉਹਨੂੰ ਸਹੀ ਤਰੀਕੇ ਨਾਲ ਡਿਸਕਲੋਜ਼ ਕਰਨ। ਉੱਥੇ ਜਿਹੜੇ ਸਵਾਲ ਜਵਾਬ ਨੇ ਉਹਦੀ ਜਾਣਕਾਰੀ ਦੇਣ, ਉਹਦਾ ਫੇਸ ਕਰਨ ਉਹਨਾਂ ਨੂੰ ਸਵਾਲ ਜਵਾਬਾਂ ਨੂੰ ਓਨੈਸਟਲੀ। ਔਰ ਉਸ ਵਕਤ ਜੇ ਤੁਸੀਂ ਇਹ ਡਿਸਕਲੋਜ਼ ਨਹੀਂ ਕਰਦੇ, ਸਰਕਾਰ ਕੋਲ ਇਹਦਾ ਬਿਲਕੁਲ ਐਕਸੈਸ ਹੁੰਦਾ ਜਿੱਥੇ ਤੁਹਾਡਾ ਨਾਮ ਪਾ ਕੇ ਡੇਟ ਆਫ ਬਰਥ ਪਾ ਕੇ ਪਤਾ ਕੀਤਾ ਜਾ ਸਕਦਾ ਫਰੋਮ ਸਰਵਿਸ ਕੈਨੇਡਾ ਵੀ ਤੁਹਾਡਾ ਕੋਈ LMIA ਪ੍ਰੋਸੈਸ ਦੇ ਵਿੱਚ ਤਾਂ ਨਹੀਂ ਚੱਲ ਰਿਹਾ। ਫਿਰ ਤੁਹਾਡੀ ਜਿਹੜੀ ਇੰਟੈਂਸ਼ਨ ਹੈ ਉਹਨੂੰ ਚੈਲੰਜ ਕੀਤਾ ਜਾ ਸਕਦਾ ਔਰ ਤੁਹਾਨੂੰ ਜਿਹੜਾ ਰਿਮੂਵਲ ਪ੍ਰੋਸੈਸ ਹੈ ਉਹ ਇਨੀਸ਼ੀਏਟ ਕੀਤਾ ਜਾ ਸਕਦਾ ਹੈ। ਤੇ ਕੋਈ ਹੋਰ ਸੈਰ ਦੇ ਵੀਜ਼ੇ ਵਾਲੀ ਜਾਣਕਾਰੀ ਜਿਹੜੀ ਮੈਂ ਨਹੀਂ ਪੁੱਛੀ ਕੋਈ ਐਡ ਕਰਨਾ ਚਾਹੋ ਅਖੀਰ 'ਚ? ਜੀ ਬਿਲਕੁਲ ਬਾਈ ਜੀ, ਸਰਕਾਰ ਨੇ ਸਤੰਬਰ 7 ਨੂੰ ਹੀ ਇੱਕ ਹੋਰ ਪ੍ਰੈਸ ਰਿਲੀਜ਼ ਕੀਤਾ ਸੀ ਜਿਹਦੇ ਵਿੱਚ ਸਰਕਾਰ ਨੇ ਕਿਹਾ ਵੀ ਜਿਨ੍ਹਾਂ ਨੇ ਸਤੰਬਰ 7 2021 ਤੋਂ ਪਹਿਲਾਂ ਵਿਜ਼ਿਟਰ ਵੀਜ਼ਾ ਐਪਲੀਕੇਸ਼ਨਾਂ ਫਾਈਲ ਕੀਤੀਆਂ ਸੀ ਆਨਲਾਈਨ ਪੋਰਟਲ ਦੇ ਥਰੂ, ਕੈਨੇਡਾ ਦੀ ਵਿਜ਼ਿਟਰ ਵੀਜ਼ਾ ਐਪਲੀਕੇਸ਼ਨ ਫਾਈਲ ਕੀਤੀਆਂ ਸੀ, ਉਹਨਾਂ ਨੂੰ ਰਿਕਮੈਂਡ ਕੀਤਾ ਵੀ ਉਹ ਦੁਬਾਰਾ ਐਪਲੀਕੇਸ਼ਨਾਂ ਫਾਈਲ ਕਰਨ। ਪਿਛਲੇ ਸਮੇਂ ਜਿਹੜਾ ਅਫਗਾਨ ਰਿਫਿਊਜੀਜ਼ ਦੀ ਪ੍ਰੋਸੈਸਿੰਗ ਦੇ ਵਿੱਚ ਸਰਕਾਰ ਦਾ ਕੋਈ ਵੀ ਹੋਰ ਐਪਲੀਕੇਸ਼ਨ ਪ੍ਰੋਸੈਸ ਸਰਕਾਰ ਨੇ ਨਹੀਂ ਕੀਤੀ, ਜਿਹਦੇ ਕਰਕੇ ਬੈਕਲੌਗ ਆਇਆ। ਉਸ ਤੋਂ ਬਾਅਦ ਕਾਫੀ ਐਪਲੀਕੇਸ਼ਨਾਂ ਜਿਹੜੀਆਂ ਨੇ ਪੋਰਟਲ ਦੇ ਵਿੱਚ ਹੋਣ ਕਰਕੇ ਕ੍ਰੈਸ਼ ਕਰ ਗਿਆ ਪੋਰਟਲ, ਜਿਹਦੇ ਕਰਕੇ ਜਿਨ੍ਹਾਂ ਵੀ ਵਿਅਕਤੀਆਂ ਨੇ ਸਤੰਬਰ 7 2021 ਤੋਂ ਪਹਿਲਾਂ ਵਿਜ਼ਿਟਰ ਵੀਜ਼ਾ ਐਪਲੀਕੇਸ਼ਨ ਕੀਤੀ ਹੋਈ ਹੈ, ਪਲੀਜ਼ ਉਹ ਆਪਣੀ ਐਪਲੀਕੇਸ਼ਨ ਨੂੰ ਦੁਬਾਰਾ ਕਰਨ। ਔਰ ਸਰਕਾਰ ਕੋਈ ਕਮਿਟ ਨਹੀਂ ਕਰ ਰਹੀ ਵੀ ਜਿਹੜੀ ਐਪਲੀਕੇਸ਼ਨ ਫੀਸ ਪੁਰਾਣੀ ਗਈ ਹੋਈ ਹੈ ਅਸੀਂ ਵਾਪਸ ਕਰਾਂਗੇ ਜਾਂ ਨਹੀਂ ਕਰਾਂਗੇ, ਕਿਉਂਕਿ ਸਿਸਟਮ ਦੇ ਵਿੱਚ ਕ੍ਰੈਸ਼ ਹੈ। ਤੋ ਉਹ ਵਿਅਕਤੀਆਂ ਨੂੰ ਪਲੀਜ਼ ਦੁਬਾਰਾ ਐਪਲੀਕੇਸ਼ਨ ਕਰਨੀ ਚਾਹੀਦੀ ਹੈ। ਜੇ ਉਹ ਨਹੀਂ ਕਰਨਾ ਚਾਹੁੰਦੇ ਤਾਂ ਐਪਲੀਕੇਸ਼ਨ ਐਜ਼ ਇਟ ਇਜ਼ ਜਿਵੇਂ ਨਾ ਫਿਰ ਫਾਈਲ ਕਰਨ, ਪਰ ਜਿਨ੍ਹਾਂ ਨੂੰ ਰਿਕੁਆਇਰਮੈਂਟ ਹੈਗੀ ਹੈ ਵਿਜ਼ਿਟਰ ਵੀਜ਼ਾ ਦੀ ਔਰ ਉਹਨਾਂ ਨੇ ਸਤੰਬਰ 7 2021 ਤੋਂ ਪਹਿਲਾਂ ਪਾਈ ਸੀ ਤੇ ਉਹ ਦੁਬਾਰਾ ਆਪਣੀ ਐਪਲੀਕੇਸ਼ਨ ਦਾਇਰ ਕਰ ਸਕਦੇ ਨੇ। ਇਸ ਤੋਂ ਇਲਾਵਾ ਸਾਡੇ ਆਫਿਸ ਨੂੰ ਵੀ ਕੰਟੈਕਟ ਕੀਤਾ ਜਾ ਸਕਦਾ ਹੈ। ਕਈ ਐਪਲੀਕੇਸ਼ਨ ਜਿਹੜੀਆਂ ਇਨ ਪਰਸਨ ਸਬਮਿਟ ਨੇ, ਜੋ ਅਪਡੇਟਡ ਸਟੇਟਸ ਜਾਣਨਾ ਚਾਹੁੰਦੇ ਨੇ ਤਾਂ ਸਾਡਾ ਆਫਿਸ ਉਹਨਾਂ ਦੀ ਹੈਲਪ ਕਰ ਸਕਦਾ ਹੈ। ਸਰੀ ਆਫਿਸ ਜੇ ਕੰਟੈਕਟ ਕਰਨਾ ਚਾਹੁੰਦੇ ਨੇ ਤਾਂ 604 598 55 55, ਜੋ ਐਬਸਫੋਰਡ ਰਹਿੰਦੇ ਨੇ ਤਾਂ ਸਾਡੇ ਐਬਸਫੋਰਡ ਆਫਿਸ 604 852 44 44, ਇੱਥੇ ਕੰਟੈਕਟ ਕਰਕੇ ਜਾਣਕਾਰੀ ਲਈ ਜਾ ਸਕਦੀ। ਇੱਕ ਸਵਾਲ ਆਇਆ ਜੀ, ਕੋਈ ਕੋਵਿਡ ਤੋਂ ਪਹਿਲਾਂ ਕਈ ਵਿਜ਼ਟਰ ਵੀਜ਼ੇ ਵਾਲੇ ਇੱਥੇ ਆ ਗਏ, ਜਿੰਨਾ ਹੀ ਉਹਨਾਂ ਦੀ ਐਂਟਰੀ ਸੀ ਉਹ ਮੁੱਕ ਗਈ, ਪਰ ਵੀਜ਼ਾ ਵੈਲਿਡ ਹੈ, ਉਹਨਾਂ ਨੂੰ ਕੋਈ ਇਸ਼ੂ ਤਾਂ ਨਹੀਂ? ਨਹੀਂ ਬਾਈ ਜੀ, ਬਿਲਕੁਲ ਕੋਈ ਇਸ਼ੂ ਨਹੀਂ ਹੈਗਾ। ਜਿਹਨਾਂ ਨੇ ਸਟੇਟਸ ਆਪਣਾ ਮੇਨਟੇਨ ਕੀਤਾ ਹੋਇਆ ਉਹਨਾਂ ਨੂੰ ਕੋਈ ਬਿਲਕੁਲ ਇਸ਼ੂ ਨਹੀਂ ਹੈਗਾ। ਜੇ ਉਹ ਹੋਰ ਐਕਸਟੈਂਡ ਕਰਨਾ ਚਾਹੁੰਦੇ ਨੇ ਐਕਸਟੈਂਡ ਕਰ ਸਕਦੇ ਨੇ, ਸਟੇਟਸ ਬਦਲਣਾ ਚਾਹੁੰਦੇ ਨੇ ਬਦਲ ਸਕਦੇ ਨੇ, ਵਾਪਸ ਜਾਣਾ ਚਾਹੁੰਦੇ ਨੇ ਤਾਂ ਵਾਪਸ ਵੀ ਜਾ ਸਕਦੇ। ਧੰਨਵਾਦ ਜੀ, ਸ਼ੁਭ ਸ਼ਾਮਾਂ। ਥੈਂਕ ਯੂ ਸਰ, ਥੈਂਕ ਯੂ। ਗੱਲਬਾਤ ਅੱਜ ਜੂਡੀ ਵਿਲਸਨ ਰੇਬਲ ਦੇ ਬਾਰੇ ਕਰਨੀ ਚਾਹੁੰਦਾ, ਐਸਐਨਸੀ ਲੈਵਲ 1 ਦੇ ਬਾਰੇ ਦੁਬਾਰਾ ਫੇਰ ਉਹਨੂੰ ਰਿਫਰੈਸ਼ ਕਰਨਾ ਚਾਹੁੰਦਾ, ਪਰ ਉਦੋਂ ਪਹਿਲਾਂ ਇੱਕ ਕਾਲਰ ਨੇ। ਬਰਾੜ ਸਾਹਿਬ ਤੁਸੀਂ ਏਅਰ ਤੇ ਹੋ ਜੀ, ਲਾਈਨ ਨੰਬਰ 1। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਇੱਕ ਸਾਦਾ ਜਿਹਾ ਕੁਐਸਚਨ ਕਰਨਾ ਸੀਗਾ, ਤੁਸੀਂ ਦੱਸ ਦਿਓਗੇ ਜੀ। ਹੁਣ ਜਿਵੇਂ ਪਰਮਾਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਕਾਫੀ ਜ਼ਿਆਦਾ ਜਾਣ ਵਾਸਤੇ ਲਾਂਗੜ ਕੱਢੀ ਬੈਠੇ ਆ ਜੀ, ਉਹਨਾਂ ਨੇ ਜਾਣਾ, ਉਹਨਾਂ ਨੂੰ ਆਉਣ ਵਾਸਤੇ ਕੋਈ ਰੁਕਾਵਟ ਤਾਂ ਨਹੀਂ ਕਿਤੇ ਇੰਨੇ ਦਿਨ ਰੁਕੋ ਜਾਂ ਇੰਨੇ ਜਿਨ੍ਹਾਂ ਦੇ ਦੋਨੋਂ ਵੈਕਸੀਨ ਹੋਈਆਂ ਹੋਈਆਂ? ਬਰਾੜ ਸਾਹਿਬ ਹੁਣ ਕੋਈ ਤੰਗੀ ਨਹੀਂ, ਪਰ ਜਦ ਤੁਸੀਂ ਗਏ ਹੋਏ ਹੋ ਉੱਥੇ ਉਸ ਸਮੇਂ ਕੋਈ 4th ਵੇਵ ਆ ਗਈ, ਕੋਈ ਰਿਸਟ੍ਰਿਕਸ਼ਨਸ ਆ ਗਈਆਂ, ਉੱਥੇ ਆ ਗਈਆਂ, ਕੈਨੇਡਾ 'ਚ ਆ ਗਈਆਂ, ਫਿਰ ਤੁਹਾਨੂੰ ਪਤਾ ਜੇ ਹੁਣ ਚੱਲੇ ਹੀ 5-4 ਮਹੀਨੇ ਲਈ ਆ, ਜਿਵੇਂ ਬਜ਼ੁਰਗ ਅਕਤੂਬਰ 'ਚ ਜਾਂਦੇ ਆ, ਆਉਣਾ ਹੀ ਮਾਰਚ ਅਪ੍ਰੈਲ 'ਚ ਆ, ਫਿਰ ਸਮਾਂ ਬਹੁਤ ਹੈ। ਜਿਹਦੀ ਛੇਤੀ ਆਉਣ ਦੀ ਪਲੈਨਿੰਗ ਹੈ
ਕਿਉਂਕਿ ਬਾਰਡਰ ਵਗੈਰਾ ਕਦੇ ਵੀ ਬੰਦ ਹੋ ਸਕਦੇ ਆ, ਜਿਵੇਂ ਪਹਿਲਾਂ ਵੀ ਹੋਇਆ ਸੀ। ਸੋ ਇਸ ਦੇ ਮੱਦੇਨਜ਼ਰ ਇੱਕ ਪੁਰਾਣਾ ਕੋਈ ਵੀ ਵੀਜ਼ਾ ਲੱਗਿਆ ਹੋਇਆ, ਜਿਨ੍ਹਾਂ ਦੇ ਕੋਲ ਤਾਂ ਹੈਗੇ ਨੇ ਜਿਹੜੇ ਕਾਰਡ ਨੇ ਬਾਹਰਲੇ ਜਿਹੜੇ ਲੰਮਾ ਸਮੇਂ ਲਈ ਇੱਕ ਵੀਜ਼ਾ ਹੀ ਹੈ, ਬਾਕੀ ਇੰਡੀਅਨ ਓਵਰਸੀਜ਼ ਹਾਂਜੀ ਸਿਟੀਜ਼ਨਸ਼ਿਪ ਜਿਹੜੀ ਹੈ। ਹਾਂ, ਜਿਨ੍ਹਾਂ ਕੋਲ 5 ਸਾਲ ਦਾ 10 ਸਾਲ ਦੇ ਵੀਜ਼ੇ ਲੱਗੇ ਹੋਏ ਸੀ ਜਾਂ 2 ਸਾਲ ਦੇ ਲੱਗੇ ਹੋਏ ਸੀ, ਉਹ ਕੋਈ ਵੀਜ਼ਾ ਵੈਲਿਡ ਨਹੀਂ, ਨਵਾਂ ਇੱਕ ਐਂਟਰੀ ਵੀਜ਼ਾ ਲੈ ਕੇ ਜਾਣਾ ਪੈਣਾ। ਹੁਣ ਇਹ ਖਿਆਲ ਰੱਖਿਓ, ਪੁਰਾਣੇ ਵੀਜ਼ੇ ਤੇ ਨਹੀਂ ਤੁਸੀਂ ਚੜ੍ਹ ਸਕਦੇ, ਠੀਕ ਹੈ ਜੀ, ਜਿਹੜੇ ਸਿਟੀਜ਼ਨ ਨੇ। ਥੈਂਕ ਯੂ। ਧੰਨਵਾਦ ਜੀ ਬਰਾੜ ਸਾਹਿਬ। OCI ਜਿਹੜੇ ਕਾਰਡ ਨੇ ਉਹ ਠੀਕ ਹੈ, ਪਰ ਜਿਨ੍ਹਾਂ ਕੋਲ 5 ਸਾਲ ਦਾ ਕਮਲ ਗਿੱਲ ਉਹਨਾਂ ਨੇ ਡੇਲੋਂ ਵਾਲੇ ਨੇ ਪੁੱਛਿਆ ਹੁਣੇ ਹੀ, ਮਿੱਤਰ ਪਿਆਰੇ ਨੇ, ਕਹਿੰਦਾ ਮੇਰਾ 5 ਸਾਲ ਦਾ ਵੀਜ਼ਾ ਸੀ, ਉਹ ਗਿਆ ਬਸ। ਹਾਂ, ਹੁਣ ਕੋਵਿਡ ਦੇ ਚੱਲਦੇ ਆ ਉਹਨਾਂ ਨੇ ਬੰਦ ਕਰਤਾ ਸੀ ਬਈ ਉਹ ਕੋਈ ਵੈਲਿਡ ਨਹੀਂ ਹੈ। ਨਵਾਂ ਜਿਹੜਾ ਵਿਜ਼ਿਟ ਜਿਹੜਾ ਐਂਟਰੀ ਵੀਜ਼ਾ ਲੈ ਕੇ ਜਾਣਾ ਪੈਂਦਾ। ਕੱਲ੍ਹ ਨੂੰ ਇਹ ਸਾਫ਼ ਹੋ ਜਾਵੇ ਹਵਾ ਤੇ ਉਹ ਕਹਿ ਦੇਣ ਵੀ ਜਿਹਦਾ 5 ਸਾਲ 10 ਸਾਲ ਦਾ ਹਲੇ ਵੈਲਿਡ ਹੈ ਉਹਦੇ ਤੇ ਹੁਣ ਦੁਬਾਰਾ ਜਾ ਸਕਦਾ ਨੈਕਸਟ ਈਅਰ, ਉਹਦਾ ਕੁਛ ਨਹੀਂ ਹਲੇ ਪਤਾ। ਪਰ ਹੁਣ ਇੱਥੇ ਇਸ ਸਮੇਂ ਕੁਛ ਨਹੀਂ ਹਲੇ ਹੋ ਸਕਦਾ। ਸੋ ਮੈਂ ਗੱਲਬਾਤ ਅੱਜ ਯੂਡੀ ਵਿਲਸਨ ਰੇਬਲ ਨਾਲ ਕਰਨੀ, ਉਹਨਾਂ ਦੇ ਬਾਰੇ ਕਰਨੀ ਚਾਹੁੰਦਾ, ਕਿਉਂਕਿ ਸਾਡੀ ਮੈਮਰੀ ਛੋਟੀ ਹੈ। 2015 ਦੇ ਵਿੱਚ RCMP ਨੇ ਕਰਪਸ਼ਨ ਤੇ ਫਰਾਡ ਦੇ ਚਾਰਜਸ SNC ਲੈਵਲਨ ਦੇ ਖਿਲਾਫ ਲਾਏ ਸੀ। SNC ਲੈਵਲਨ ਬਹੁਤ ਵੱਡੀ ਇੱਕ ਕੰਪਨੀ ਹੈ, ਉਸਨੇ ਲਿਬੀਆ ਦੇ ਵਿੱਚ ਕੰਟਰੈਕਟ ਲੈਣ ਦੇ ਲਈ ਗਦਾਫੀ ਦੇ ਸਮੇਂ ਉੱਥੇ ਰਿਸ਼ਵਤ ਦਿੱਤੀ। ਗਦਾਫੀ ਦੇ ਪੁੱਤ ਨੂੰ ਲਿਆ ਕੇ ਉਹਦੇ ਤੇ $20 ਲੱਖ ਇੱਕੋ ਟ੍ਰਿਪ 'ਚ ਲਾਇਆ। ਉਹਨੂੰ ਲਿਮੋਜ਼ੀਨ 5-7 ਸਟਾਰ ਪ੍ਰੋਸਟੀਟਿਊਟਸ ਜਿਹੜੀਆਂ ਉਹ ਉਸ ਨੂੰ ਦੇਹ ਵਪਾਰ ਵਾਲੀਆਂ ਇਸਤਰੀਆਂ ਸਪਲਾਈ ਕੀਤੀਆਂ। ਜਖਣਾ ਵੱਢੀ ਕੈਨੇਡਾ ਦੀ ਪੂਰੀ। ਤੇ ਲਿਬਰਲ ਨੇ ਪਾਵਰ 'ਚ ਆ ਕੇ 2018 ਮਾਰਚ ਦੇ ਵਿੱਚ ਇੱਕ ਡਿਫਰਡ ਪ੍ਰੋਸੀਕਿਊਸ਼ਨ ਦਾ ਬਿੱਲ ਲੈ ਆਂਦਾ। ਉਸ ਬਿੱਲ ਦੇ ਤਹਿਤ SNC ਲੈਵਲਨ ਨੂੰ ਮਾਫੀ ਕਰਨ ਲਈ, ਉਹਦੇ ਲੱਗੇ ਚਾਰਜ ਨੂੰ ਡਿਫਰਡ ਕਰਨ ਲਈ, ਜਿਹਦੇ ਤੇ ਐਕਸਕਿਊਜ਼ ਕੀ ਲਾਇਆ ਜਦ ਆਪਣੇ ਨੇ ਜਸਟਿਨ ਟਰੂਡੋ ਨੇ, ਉਹ ਕਹਿੰਦਾ ਨੈਸ਼ਨਲ ਵੱਡੀ ਕੰਪਨੀ ਸੀ, ਜੇ ਤੇ ਚਾਰਜ ਲੱਗਦੀ ਸਾਡੀ ਬਦਨਾਮੀ ਹੋਣੀ ਸੀ, ਤੇ ਇਹਦੇ ਲਈ ਮੈਂ ਤੇ ਜਿਹੜੀ ਫਿਰ ਉਹਦੇ ਬਾਅਦ ਡਰਾਮਾ ਚੱਲਿਆ ਹਿੱਲ ਦੇ ਉੱਪਰ, ਪ੍ਰਿਵੀ ਕੌਂਸਲ ਵਿੱਚ ਵੜ ਗਈ। ਜੈਰਾਲਡ ਬਟਸ ਨੇ ਜ਼ੋਰ ਲਾਤਾ, ਵਰਨਿਕ ਨੇ ਗੱਲਾਂ ਕੀਤੀਆਂ, ਤੇ ਪ੍ਰਿਵੀ ਕੌਂਸਲ ਦੇ ਕਲਰਕ ਦਾ ਫੋਨ ਜਿਹੜਾ ਉਹ ਟੈਪ ਕਰ ਲਿਆ। ਤੇ ਹੁਣ ਜਿਹੜੀ ਉਹਨੇ ਲੇਟਲੀ ਇੰਟਰਵਿਊਆਂ ਵੀ ਦਿੱਤੀਆਂ, ਕੱਲ੍ਹ ਗਲੋਬਲ ਮੇਲ ਨੂੰ ਵੀ ਦਿੱਤੀ ਹੈ, ਤੇ ਜਿਹੜੀ ਹੁਣ ਕਹਿ ਰਹੀ ਹੈ ਹਾਲੇ ਵੀ ਯੂਡੀ ਵਿਲਸਨ ਰੇਬਲ, ਉਹ ਕਹਿੰਦੀ ਨਹੀਂ ਹਲੇ ਇਹ ਚੀਜ਼ ਬਾਹਰ ਆਉਣੀ ਚਾਹੀਦੀ ਹੈ। ਉਹਨੇ ਕਿਤਾਬ ਲਿਖੀ ਹੈ ਇੰਡੀਅਨ ਇਨ ਦਾ ਕੈਬਨਿਟ ਸਪੀਕਿੰਗ ਟਰੂਥ ਟੂ ਪਾਵਰ, ਤੇ ਉਹ ਕਹਿੰਦੀ ਇੰਨੇ ਪ੍ਰੈਸ਼ਰ ਦੇ ਵਿੱਚ ਮੈਂ ਰਹੀ, ਤੇ ਐਥਿਕ ਕਮਿਸ਼ਨਰ ਨੇ ਇਹਦੇ ਤੇ ਇਹ ਗੱਲ ਨੋਟ ਕੀਤੀ ਕਿ ਟਰੂਡੋ ਨੇ ਇਹਦੇ ਤੇ ਕਨਫਲਿਕਟ ਆਫ ਇੰਟਰਸਟ ਦੀ ਗੱਲ ਚੱਲੀ। ਜੈਰਾਲਡ ਬਟਸ ਨੇ ਜਿਹੜਾ ਮੇਨ ਯਾਰ ਪੂਰਾ ਕਾਲਜ ਦਾ, ਸਭ ਤੋਂ ਪਹਿਲਾ ਯਾਰ ਜੈਰਾਲਡ ਬਟਸ ਸੀ, ਉਸ ਤੋਂ ਬਾਅਦ ਟੈਲਫਰਡ ਵੀ ਨਾਲ ਪੜ੍ਹਦੀ ਰਹੀ ਹੈ ਪੂਰੀ ਇਹ। ਤੇ ਕਿਤਾਬ ਦੇ ਵਿੱਚ ਤੇ ਇੰਟਰਵਿਊ ਦੇ ਵਿੱਚ ਯੂਡੀ ਵਿਲਸਨ ਕਹਿੰਦੀ ਜੇ ਅਸੀਂ ਸੀਨੀਅਰ ਮੈਂ ਮਿਨਿਸਟਰ ਸੀ, ਕਹਿੰਦੀ ਜੇ ਮੈਂ ਗੱਲਬਾਤ ਕਰਨੀ ਹੈ, ਸਵਿਚ ਬੋਰਡ ਤੇ ਜਾਣਾ ਹੈ ਟਰੂਡੋ ਦੇ, ਤਾਂ ਜੈਰਾਲਡ ਬਟਸ ਦੀ ਅਪਰੂਵਲ ਤੋਂ ਬਿਨਾਂ ਨਹੀਂ ਜਾ ਸਕਦੀ। ਵਰਨਿਕ ਨੇ ਤੇ ਜੈਰਾਲਡ ਬਟਸ ਨੇ ਗੱਲਾਂ ਕਹੀਆਂ ਵੀ ਜਿਹੜਾ ਉਹਨੇ ਕਰਨਾ ਹੈ ਤਾਂ ਉਹਨੂੰ ਤੈਨੂੰ ਪਤਾ ਹੀ ਆ ਵੀ ਉਹਨੇ ਕਰਨਾ ਤਾਂ ਉਹਨੇ ਕਰ ਹੀ ਦੇਣਾ। ਸੋ ਇਸ ਕਿਤਾਬ ਦੇ ਵਿੱਚ ਇੱਕ ਜਗ੍ਹਾ ਤੇ ਜਾ ਕੇ ਆਪ ਲਿਖਦੀ ਹੈ ਜੂਡੀ ਵਿਲਸਨ, ਉਹ ਕਹਿੰਦੀ ਮੈਂ ਆਈ ਵਿਸ਼ ਆਈ ਹੈਡ ਨੈਵਰ ਮੈਟ ਯੂ, ਟਰੂਡੋ ਨੂੰ ਇਸ ਗੱਲ ਤੇ ਕਹਿੰਦੀ। ਤੇ ਕਿੱਥੇ ਦਾ ਗ੍ਰੇਟ ਵਾਈਟ ਫਾਦਰ ਵੀ ਉਸ ਨੂੰ ਕਹਿੰਦੀ ਸੀ। ਪਰ ਗੱਲ ਇਹ ਹੈ ਜਦ ਇਹਦੇ ਵਿੱਚ ਤੁਸੀਂ ਫਸ ਜਾਂਦੇ ਹੋ, ਪਤਾ ਫੇਰ ਲੱਗਦਾ ਵੀ ਕਹਾਣੀ ਕਿੱਥੇ ਖੜੀ ਹੈ। ਉਹਦੀ ਜ਼ਿੰਦਗੀ ਦੀ ਕਹਾਣੀ ਬੜੀ ਉਹਨੇ ਸਟਰਗਲ ਕੀਤੀ ਕਿ ਕੀ ਉਹਦੇ ਵਿੱਚ ਦੀ ਉਹ ਲੰਘੀ ਹੈ। 2011 'ਚ ਕਹਿੰਦੀ V-Day ਇਵੈਂਟ ਵੈਨਕੂਵਰ ਦੇ ਰੋਜਰ ਅਰੀਨਾ ਦੇ ਵਿੱਚ ਮੈਂ ਬੋਲ ਰਹੀ ਸੀ, ਹਜ਼ਾਰਾਂ ਜਵਾਕ ਮੇਰੇ ਸਾਹਮਣੇ ਬੈਠੇ ਤੇ ਮੈਂ
ਪੋਡੀਅਮ ਤੇ ਖੜੀ ਬੋਲ ਰਹੀ ਸੀ ਤਾਂ ਮੇਰਾ ਮਿਸਕੈਰੇਜ ਸ਼ੁਰੂ ਹੋ ਗਿਆ। ਪਰਿਵਾਰ ਉਹ ਮਾਂ ਨਹੀਂ ਹਲੇ ਤੱਕ ਬਣ ਸਕੀ। ਮਿਸਕੈਰੇਜ ਸ਼ੁਰੂ ਹੋ ਗਿਆ। ਕਹਿੰਦੀ ਮੈਂ ਸਟੇਜ ਤੇ ਸੀ, ਮੈਂ ਫੀਲ ਕਰ ਰਹੀ ਸੀ। ਉਹਦੇ ਬਾਅਦ ਜਦ ਮੈਂ ਵੈਲਕਮ ਰਿਮਾਰਕਸ ਖਤਮ ਕੀਤੇ, ਸਿੱਧੀ ਤੋਂ ਸਟੇਜ ਤੋਂ ਮੈਂ ਸਿੱਧੀ ਟਾਇਲਟ ਤੇ ਗਈ ਤੇ ਕਲੀਨ ਕੀਤਾ ਆਪਣੇ ਆਪ ਨੂੰ। ਉਹਦੇ ਬਾਅਦ ਮਿਖਾਇਲ ਗੋਰਬਾਚੋਵ ਆਇਆ ਹੋਇਆ ਸੀ, ਉਸ ਨੂੰ ਮਿਲਿਆ। ਤਾਂ ਉਸ ਤੋਂ ਬਾਅਦ ਆਈ ਵੈਂਟ ਟੂ ਹਸਪੀਟਲ। ਉਹਦੀ ਆਇਰਨ ਵਿਲ ਦੀ ਕਹਾਣੀ ਹੈ। ਆਇਰਨ ਵਿਲ ਇਦੋਂ ਵੱਡੀ ਨਹੀਂ ਹੋ ਸਕਦੀ ਜਿੰਨੇ ਉਹ ਪ੍ਰੈਸ਼ਰ 'ਚ ਲੇਡੀ ਰਹੀ ਆ, ਪਰ ਉਸਨੇ ਸੱਚ ਤੇ ਪਹਿਰਾ ਦਿੱਤਾ। ਥੱਲੇ ਲੈਣ ਦੀ ਵੈਟਰਨ ਮਿਨਿਸਟਰ ਜੀ ਬਣਾਤੀ ਤੇ ਇਵੈਂਚੁਅਲੀ ਕਾਕਸ 'ਚੋਂ ਕੱਢ ਦਿੱਤੀ। ਪਰ ਜਿਹੜੀ ਉਹਨੇ ਸਿੱਧ ਕੀਤੀ ਉਹ ਇਹ ਕਿ ਉਹ 19 ਦੀਆਂ ਇਲੈਕਸ਼ਨਾਂ ਆਜ਼ਾਦ ਜਿੱਤੀ। ਹੁਣ ਇਹ ਚੀਜ਼ਾਂ ਭੁੱਲ ਜਾਂਦੇ ਹਾਂ ਅਸੀਂ। ਸਾਡੇ ਗੱਲ ਹੁਣ ਜੂਡੀ ਵਿਲਸਨ ਰੇਬੋਲਡ ਪਾਸਟ ਹੋ ਗਈ। ਹੁਣ ਹਨੀਮੂਨ ਪੀਰੀਅਡ ਫੇਰ ਹੈ। ਹੱਸਦਾ ਚਿਹਰਾ ਟਰੂਡੋ ਦਾ ਤੇ ਦਸਤਾਰ ਬੰਨੀ ਹੋਈ ਜਗਮੀਤ ਸਿੰਘ ਦੀ, ਐਰਨ ਓਟੂਲ ਦਾ ਕੰਸਰਵੇਟਿਵ ਕੰਟਰੀ ਵੱਲ ਨੂੰ ਉੱਧਰ ਨੂੰ ਲੈ ਕੇ ਜਾਣਾ ਵੀ ਵੀ ਨੀਡ ਨਾਓ ਸਮਵਨ ਹੂ ਇਜ਼ ਕੰਸਰਵੇਟਿਵ ਅਬਾਊਟ ਦਿਸ ਕੰਟਰੀ। ਉਹ ਗੱਲਾਂ ਸਾਰੀਆਂ ਸੋਹਣੀਆਂ ਲੱਗ ਰਹੀਆਂ ਨੇ, ਪਰ ਇਹਨਾਂ ਲੀਡਰਾਂ ਨੇ ਕੀਤਾ ਕੀ ਹੈ? ਉਹ ਗੱਲ ਹੈ ਸੈਕੂਲਰ ਬਿੱਲ ਤੇ ਕੋਈ ਵੀ ਕਲੀਅਰ ਹੈ ਨਹੀਂ। ਕੁਬੈਕ ਦੀਆਂ ਸੀਟਾਂ ਜਿੱਤਣ ਲਈ ਕੋਈ ਵੀ। ਹੁਣ ਅੱਜ ਫੇਰ ਜਸਟਿਨ ਟਰੂਡੋ ਨੇ ਕਹਿੰਦਾ ਸਾਡੇ ਆਫ ਦਾ ਟੇਬਲ ਥੋੜਾ ਸੈਕੂਲਰ ਬਿੱਲ। ਤੇ ਫਿਰ ਕੀਤਾ ਕੀ ਆ? ਹੁਣ ਤਾਂ ਕੀਤਾ ਓਪਨਲੀ ਕੋਈ ਨਹੀਂ ਬੋਲਿਆ। ਨਾ ਜਗਮੀਤ ਸਿੰਘ ਬੋਲੇ, ਨਾ ਟਰੂਡੋ ਬੋਲਿਆ, ਨਾ ਐਰਨ ਓਟੂਲ ਬੋਲਿਆ। ਇੱਕ ਦੇਸ਼ 'ਚ ਰਹਿੰਦਿਆਂ ਹੋਇਆਂ, ਇੱਕ ਸੂਬੇ 'ਚ ਰਹਿੰਦਿਆਂ ਹੋਇਆਂ, ਕੈਨੇਡਾ 'ਚ ਰਹਿੰਦਿਆਂ ਹੋਇਆਂ, ਇੱਕ ਦਸਤਾਰ ਵਾਲਾ ਬੰਦਾ, ਟੀਚਰ, ਕੱਲ੍ਹ ਨੂੰ ਵਕੀਲ, ਜੱਜ, ਪੁਲਿਸ ਵਾਲਾ, ਉਹਨੂੰ ਦਸਤਾਰ ਲਾਉਣੀ ਪਊ। ਜਵਾਕ ਮੂਵ ਹੋਏ ਨੇ ਉੱਥੋਂ, ਨਰਸਿਸ, ਡਾਕਟਰਸ ਜਿਹੜੇ ਨੇ ਸਿੱਖ ਫੇਥ ਵਾਲੇ ਸਰੀ 'ਚ ਆਏ ਨੇ। ਉਹ ਕਹਿੰਦੇ ਨਾ ਅਸੀਂ ਉੱਥੇ ਰਹਿ ਨਹੀਂ ਸਕਦੇ। ਮੁਸਲਮਾਨ ਬੰਦੇ ਨੂੰ ਹਿਜਾਬ ਜਾਂ ਸਿਰ ਦੀ ਟੋਪੀ ਤੇ ਉਸ ਤੋਂ ਬਾਅਦ ਯਹੂਦੀ ਨੂੰ ਕਿੱਪਾ ਜਿਹੜਾ ਲਾਉਣਾ ਪੈਣਾ। ਉਹ ਕਹਿੰਦੇ ਨਹੀਂ ਅਸੀਂ ਕ੍ਰਿਸਚੀਅਨ ਨੂੰ ਵੀ ਕਿਹਾ ਉਹਨਾਂ ਨੂੰ ਕ੍ਰਾਸ ਲਾਉਣਾ ਪੈਣਾ। ਕ੍ਰਾਸ ਦਿਖਦਾ ਬਾਹਰ, ਕ੍ਰਾਸ ਦਾ ਸ਼ਰਟ ਦੇ ਥੱਲੇ ਆ, ਬਾਹਰ ਥੋੜ੍ਹਾ ਲਮਕਦਾ ਕ੍ਰਾਸ। ਸੋ ਇਹ ਰਾਜਨੀਤੀ ਜਿਹੜੀ ਹੈ ਹੁਣ ਐਸਐਨਸੀ ਲੈਵਲ ਹੁੰਦਾ। ਕੈਨੇਡਾ ਵਰਗੇ ਦੇਸ਼ ਦੇ ਵਿੱਚ ਜਿਹੜਾ ਇਸ਼ੂ ਆ ਬਹੁਤ ਵੱਡਾ ਇਸ਼ੂ ਆ, ਛੋਟਾ ਇਸ਼ੂ ਨਹੀਂ ਹੈ। ਪ੍ਰਿਤਪਾਲ ਸੇਖੋਂ ਜੀ, ਲਾਈਨ ਨੰਬਰ 1। ਸਤਿ ਸ਼੍ਰੀ ਅਕਾਲ ਗਿਲ ਸਾਹਿਬ ਤੇ ਸਤਿ ਸ਼੍ਰੀ ਅਕਾਲ ਤੁਹਾਡੇ ਲਿਸਨਰ ਨੂੰ। ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਕਰ ਰਹੇ ਹੋ ਕਿ ਆਪਣੇ ਲਿਸਨਰਸ ਨੂੰ ਯਾਦ ਕਰਵਾ ਰਹੇ ਹੋ ਕਿ ਜਿਹੜੀ ਮੌਜੂਦਾ ਫੈਡਰਲ ਸਰਕਾਰ ਸੀ ਉਹ ਕਿੰਨੇ ਵੱਡੇ ਲੈਵਲ ਤੇ ਕਰਪਸ਼ਨ 'ਚ ਲਿਪਤ ਸੀ। ਐਸਐਨਸੀ ਲੈਵਲਿੰਗ ਆਪਣੇ ਆਪ 'ਚ ਇੱਕ ਐਗਜ਼ਾਮਪਲ ਹੈਗੀ ਆ। ਕਿਵੇਂ ਇੱਕ ਜਸਟਿਸ ਮਿਨਿਸਟਰ, ਅਟਾਰਨੀ ਜਨਰਲ ਨੂੰ ਆਫਿਸ ਤੋਂ ਹਟਾਇਆ ਜਾਂਦਾ ਹੈ ਔਰ ਕਿਵੇਂ ਪ੍ਰੀਵੀ ਕੌਂਸਲ ਵੱਲੋਂ ਗੁਪਤ ਮੀਟਿੰਗਾਂ ਕਰਕੇ ਇੱਕ ਕਰਪਟ ਕੰਪਨੀ ਨੂੰ ਫਾਇਦਾ ਪਹੁੰਚਾਉਣ ਦੀ ਗੱਲ ਕੀਤੀ ਜਾਂਦੀ। ਤੇ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਹੈ ਕਿ ਜਿਹੜਾ ਜਸਟਿਨ ਟਰੂਡੋ ਦੀ ਸਰਕਾਰ ਵੱਲੋਂ $600 ਮਿਲੀਅਨ ਨਿਊਜ਼ ਏਜੰਸੀ ਨੂੰ ਦਿੱਤਾ ਗਿਆ ਔਰ ਉਹਨਾਂ ਨਿਊਜ਼ ਏਜੰਸੀ ਵੱਲੋਂ ਪਿਛਲੇ ਸਾਲ ਦਸੰਬਰ ਦੇ ਵਿੱਚ ਐਸਐਨਸੀ ਲੈਵਲਿੰਗ ਨੇ ਇਸ ਕੇਸ 'ਚ ਗਿਲਟੀ ਪਲੀ ਕੀਤਾ ਔਰ $280 ਮਿਲੀਅਨ ਫਾਈਨ ਹੋਇਆ ਜੀ। ਔਰ ਉਹ ਨਿਊਜ਼ ਕਿਤੇ ਵੀ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਫਰੰਟ ਪੇਜ ਤੇ ਨਹੀਂ ਆਉਣ ਦਿੱਤੀ। ਬਿਲਕੁਲ ਠੀਕ। ਔਰ ਇਹ ਚੀਜ਼ ਦੇਖੋ, ਮੈਂ ਬਾਰ-ਬਾਰ ਕਹਿ ਰਿਹਾ ਕਿ ਜਸਟਿਨ ਟਰੂਡੋ ਦੇ ਰਾਜਕਾਲ ਦੇ ਵਿੱਚ ਜਿਹੜਾ ਕਰਪਸ਼ਨ ਦਾ ਲੈਵਲ ਹੈ ਉਹਦੇ ਦੋਸਤਾਂ ਵੱਲੋਂ, ਚਾਹੇ ਗਿਲਬਰਟ ਸੀਗੇ, ਚਾਹੇ ਟੈਡਫੋਰਡ ਹੈਗੇ ਆ। ਤੁਸੀਂ ਦੇਖੋ ਕਿ ਰਾਜ ਸੈਣੀ ਦਾ ਕੇਸ ਹੈ, ਜਸਟਿਨ ਟਰੂਡੋ ਨੂੰ ਸੈਕਸ਼ੂਅਲ ਹਰਾਸਮੈਂਟ ਕੇਸ ਕਰਨ ਦੀ, ਮਤਲਬ ਸੈਕਸ਼ੂਅਲ ਹਰਾਸਮੈਂਟ ਕਰਨ ਦੀ ਕੰਪਲੇਂਟ ਕੀਤੀ ਗਈ ਉਹਨਾਂ ਦੇ ਚੀਫ ਆਫ ਸਟਾਫ ਟੈਡਫੋਰਡ ਵੱਲੋਂ ਔਰ ਉਹ ਦਬਾ ਦਿੱਤੀ ਗਈ। ਉਸ ਤੋਂ ਬਾਅਦ ਇਲੈਕਸ਼ਨ ਲੜਨ ਦੀ ਇਜਾਜ਼ਤ ਦੇ ਦਿੱਤੀ ਗਈ। ਜਦੋਂ ਬ੍ਰੇਕਿੰਗ ਨਿਊਜ਼ ਹੋਈ ਕਿ 7 ਹੋਰ ਲੇਡੀਜ਼ ਅਪ ਫਰੰਟ ਆ ਕੇ ਲਾਸੂਟ ਫਾਈਲ ਕਰ ਰਹੀਆਂ ਨੇ, ਉਦੋਂ ਉਹਨੂੰ ਉੱਥੋਂ ਕੱਢਿਆ ਗਿਆ। ਉਸ ਤੋਂ ਬਾਅਦ ਜਸਟਿਨ ਟਰੂਡੋ ਨੇ ਆਪਣੀ ਜ਼ਬਾਨ ਖੋਲੀ। ਏਦਾਂ ਹੀ ਡਿਫੈਂਸ ਦੇ ਅੰਦਰ ਤੁਹਾਨੂੰ ਪਤਾ ਹੀ ਕੀ ਕੁਛ ਹੋਇਆ। ਔਰ ਇਸੇ ਲਈ ਮੈਂ ਮੰਗ ਕੀਤੀ ਸੀ ਕਿ ਇਸ ਇਲੈਕਸ਼ਨ ਦੇ ਵਿੱਚ ਜਿਵੇਂ ਹਾਊਸਿੰਗ ਮੁੱਦਾ ਬਣਿਆ, ਓਵਰਡੋਜ਼ ਨਹੀਂ ਬਣ ਸਕਿਆ, ਮਨੀ ਲਾਂਡਰਿੰਗ ਨਹੀਂ ਬਣ ਸਕਿਆ, ਤਾਂ ਇੱਕ ਐਸਾ ਕਮਿਸ਼ਨਰ ਬਿਠਾਉਣਾ ਚਾਹੀਦਾ ਜਿਹੜਾ ਐਂਟੀ ਕਰਪਸ਼ਨ ਕਮਿਸ਼ਨਰ ਹੋਵੇ ਤਿੰਨੋਂ ਆਫਿਸਿਸ ਦੇ ਵਿੱਚ, ਸਿਟੀ, ਪ੍ਰੋਵਿੰਸ਼ੀਅਲ ਤੇ ਫੈਡਰਲ ਲੈਵਲ ਤੇ। ਕਿਉਂਕਿ ਵੀ ਚੈਰਿਟੀ ਚੀਜ਼ ਤੁਸੀਂ ਦੇਖ ਚੁੱਕੇ ਹੋ। ਮੈਂ ਲੋਕਾਂ ਨੂੰ ਯਾਦ ਕਰਵਾਉਣਾ ਚਾਹੁੰਦਾ
ਇੱਕ ਆਪਣੇ ਦੋਸਤ ਦੀ ਬੈਂਕਰਪਟ ਉਹਦੀਆਂ ਰੋਂਗ ਇਨਵੈਸਟਮੈਂਟਾਂ ਕਰਕੇ ਬੈਂਕਰਪਟ ਹੋ ਰਹੀ ਚੈਰਿਟੀ ਨੂੰ ਬਚਾਉਣ ਲਈ ਜਿਹਨੇ ਟਰੂਡੋ ਦੀ ਫੈਮਿਲੀ ਨੂੰ $500,000 ਦੀ ਬੈਨੀਫਿਟ ਦਿੱਤੇ ਹੋਣ, $900 ਮਿਲੀਅਨ ਦਾ ਗੁਪਤ ਕੰਟੈਕਟ ਕਰਕੇ ਡਾਇਰੈਕਟ ਟੈਕਸ ਮਨੀ ਨੂੰ, ਜਿਹੜੀ ਲੋਕਾਂ ਦੀ ਟੈਕਸ ਮਨੀ ਹੈ, ਡਾਇਰੈਕਟ ਉਹਨਾਂ ਨੂੰ ਬੈਨੀਫਿਟ ਦੇਣ ਲਈ ਦਿੱਤੀ ਜਾ ਰਹੀ ਹੋਵੇ। ਇਹ ਤਾਂ ਸਮੇਂ ਸਿਰ ਪਤਾ ਲੱਗ ਗਿਆ ਔਰ ਰੌਲਾ ਪੈ ਗਿਆ ਔਰ ਉਸ ਚੀਜ਼ ਨੂੰ ਰੋਕ ਦਿੱਤਾ ਗਿਆ। ਉਸ ਤੋਂ ਬਾਅਦ ਤੁਸੀਂ ਦੇਖੋ ਜਿਹੜੀਆਂ ਆਪਣੀਆਂ ਮਾਸਕ ਬਣਾਉਣ ਦੇ ਕੰਟਰੈਕਟ, ਈਵਨ ਵੈਂਟੀਲੇਟਰ ਦੇ ਲੋਕ ਭੁੱਲ ਗਏ ਨੇ। ਇੱਕ ਸਪਾਰਟਨ ਦੀ ਡੱਬੀ ਆਈ ਸੀ, ਰੈਪਿਡ ਟੈਸਟ ਕਿੱਟ ਬਣੀ ਸੀਗੀ ਕੈਨੇਡਾ ਦੇ ਵਿੱਚ, ਔਰ ਸਾਰਿਆਂ ਨੇ ਬੜੀਆਂ ਆਪਣੀਆਂ ਪਿੱਠਾਂ ਥਪਥਪਾਈਆਂ ਸਨ ਔਰ $280 ਮਿਲੀਅਨ ਦੇ ਦਿੱਤਾ ਗਿਆ ਸੀ ਉਸ ਕੰਪਨੀ ਨੂੰ। ਤੇ ਸਾਰੀਆਂ ਯੂਜ਼ਡ ਜਿਹੜੀਆਂ ਜਰਮਨ ਦੀਆਂ ਫੇਲ ਹੋਈਆਂ। ਹਾਂਜੀ, ਨਹੀਂ ਉਹ ਕੰਪਨੀ ਵੀ BC ਦੀ ਸੀਗੀ ਜੀ, ਔਰ ਉਹ ਵੀ ਫੇਲ ਹੋ ਗਈ। ਉਹ ਪੈਸੇ ਲੈ ਕੇ ਔਰ ਉਹਨਾਂ ਦੇ ਜਿਹੜੀ ਕੀਤੀ ਗਈ ਸਪਲਾਈ ਉਹ ਇਸ ਵੇਲੇ ਵੇਅਰ ਹਾਊਸਾਂ 'ਚ ਪਈ ਹੈ। ਵੈਂਟੀਲੇਟਰ ਵੇਅਰ ਹਾਊਸਾਂ 'ਚ ਪਏ ਨੇ ਜਿਹੜੇ 10-10 ਗੁਣਾ ਕੀਮਤਾਂ ਦੇ ਖਰੀਦੇ ਗਏ ਆਪਣੇ ਦੋਸਤਾਂ ਦੀ ਕੰਪਨੀਆਂ ਤੋਂ, ਆਪਣੀ ਪਾਰਟੀ ਦੇ MPਆਂ ਤੋਂ। ਉਹ ਤੁਸੀਂ ਦੇਖੋ ਕਿ ਮਤਲਬ ਕਿ ਉਹਦੇ ਬਾਰੇ ਕੋਈ ਗੱਲ ਹੀ ਨਹੀਂ ਕਰ ਰਿਹਾ। ਬਿਲੀਅਨ ਡਾਲਰ ਬਰਬਾਦ ਕਰਦੇ। ਉਸ ਤੋਂ ਬਾਅਦ ਤੁਸੀਂ ਦੇਖੋ 6 ਲੱਖ ਫਾਈਲਾਂ ਫਲੈਗ ਕੀਤੀਆਂ CRA ਨੇ, ਜਿਹੜੇ ਲੋਕ ਗਲਤ ਤਰੀਕੇ ਨਾਲ ਸਰਵ ਲੈ ਗਏ ਔਰ ਇਸ ਟਰੂਡੋ ਸਰਕਾਰ ਨੇ ਉਹਨਾਂ ਨੂੰ ਮਾਫ ਕਰਤਾ। ਟਰੂਡੋ ਸਰਕਾਰ ਦੇ ਦਫ਼ਤਰ ਦੇ ਅੰਦਰ ਬੈਠਾ ਬੰਦਾ ਜਿਹੜਾ ਉਹਨਾਂ ਦੇ ਕੰਪਿਊਟਰ ਸਿਸਟਮ ਨੂੰ ਮੈਨੇਜ ਕਰਦਾ ਸੀ, ਮਦਾਨ, $11 ਮਿਲੀਅਨ 400 ਫਰਜ਼ੀ ਅਕਾਊਂਟ ਬਣਾ ਕੇ ਖਾ ਗਿਆ ਔਰ ਆਫਸ਼ੋਰ ਕੰਪਨੀ ਬਣਾ ਕੇ ਪਨਾਮਾ 'ਚ ਪੈਸਾ ਮੂਵ ਕਰਤਾ। ਹੁਣ ਉਹਦੇ ਪਿੱਛੇ RCMP ਤੁਰੀ ਫਿਰਦੀ ਹੈ ਔਰ ਬਿਲੀਅਨ ਡਾਲਰ ਖਰਾਬ ਹੋ ਜਾਣੇ ਟੈਕਸ ਪੇਅਰਾਂ ਦੇ। ਕਮਾਲ ਹੋ ਗਈ। ਮਤਲਬ ਕਿ ਇੰਨਾ ਵੱਡਾ ਲੈਵਲ ਕਰਪਸ਼ਨ ਦਾ ਇਸ ਸਰਕਾਰ ਦੇ ਸਮੇਂ ਦੇ ਵਿੱਚ ਹੋਇਆ ਹੈ ਔਰ ਅਸੀਂ ਅਜੇ ਵੀ ਇਹਨਾਂ ਨੂੰ ਵਾਪਸ ਪਾਵਰ 'ਚ ਲਿਆਉਣਾ ਚਾਹੁੰਦੇ ਹਾਂ। ਮੈਂ ਤਾਂ ਲੋਕਾਂ ਨੂੰ ਕਹਿ ਰਿਹਾ ਕਿ ਆਹ 2 ਜੰਮ ਇੱਥੋਂ ਲਾ ਦਿਓ, ਟਰੂਡੋ ਭਜਾ ਦਿਓ, ਕੈਨੇਡਾ ਬਚਾ ਲਓ। ਮੈਂ ਤਾਂ ਬਾਰ-ਬਾਰ ਕਹਿ ਰਿਹਾ, ਆਹ 2 ਜੰਮ ਲਾਓ ਸਰੀ ਵਾਲੇ ਔਰ ਟਰੂਡੋ ਭਜਾਓ, ਕੈਨੇਡਾ ਬਚਾਓ। ਥੈਂਕ ਯੂ ਜੀ। ਲੇਲ ਸਾਹਿਬ, ਸਾਕਲਵੀਰ ਸਿੰਘ। ਹਾਂਜੀ ਗੁਰਜੀਤ ਸਿੰਘ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਜਿਵੇਂ ਆਪਾਂ ਤੁਸੀਂ ਦੱਸ ਕੇ ਹਟਿਆ ਵੀ ਜਿਹੜਾ ਵੀਜ਼ਾ 5 ਸਾਲਾ ਵੈਲਿਡ ਆ, ਉਹਨੂੰ ਜੇ ਆਪਾਂ ਨਵਾਂ ਲੈ ਲੈਂਦੇ ਉਹਦੇ ਨਾਲ ਜਿਹੜਾ ਕੋਵਿਡ ਆ ਉਹ ਘੱਟ ਹੋਊਗਾ ਨਵੇਂ ਨਾਲ ਜਾਂ ਪੁਰਾਣੇ ਨਾਲ? ਕੀ ਇਹਦੇ ਵਿੱਚ ਕੀ ਰੀਜ਼ਨ ਨਹੀਂ ਕਰਤਾ? ਦੁਬਾਰਾ ਪੈਸੇ ਕਮਾਉਣ ਦੀ ਸਲਾਹ ਹੋ ਗਈ ਨਾ ਫਿਰ। ਬਿਲਕੁਲ ਬਾਈ ਜੀ, ਉਹ ਵਿਸ਼ਾ ਮੈਂ ਤੁਹਾਨੂੰ ਦੱਸ ਦਿੱਤਾ ਲੇਲ ਸਾਹਿਬ ਕਿ ਉਹ ਪੁਰਾਣਾ ਵੀਜ਼ਾ ਕੋਈ ਵੈਲਿਡ ਨਹੀਂ, ਨਵੇਂ ਵੀਜ਼ੇ ਤੇ ਜਾਣਾ ਬੰਦਾ ਜਾ ਸਕਦਾ ਪਰ ਪੁਰਾਣੇ ਵੀਜ਼ੇ ਤੇ ਨਹੀਂ ਜਾ ਸਕਦਾ। ਖੁਰਾਣਾ ਸਾਹਿਬ। ਹਾਂਜੀ, ਸਤਿ ਸ੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਸੇਖੋਂ ਸਾਹਿਬ ਨੇ ਬਹੁਤ ਹੀ ਕੰਪਰੀਹੈਂਸਿਵਲੀ ਜਿਹੜੀ ਬਿਆਨ ਕੀਤਾ ਹੈ, ਗੱਲ ਦੱਸੀ ਹੈ ਕਿ ਟਰੂਡੋ ਸਰਕਾਰ ਨੇ ਜਿੱਦਾਂ ਬਹੁਤ ਹੀ ਘਪਲਿਆਂ 'ਚ ਵੀ 20 ਚੈਰਿਟੀ, SNC ਲੈਵਲਿਨ, ਪਨਾਮਾ ਜਿਹੜੇ ਸਕੈਂਡਲਸ ਨੇ, ਮਨੀ ਲਾਂਡਰਿੰਗ, ਬਹੁਤ ਵਧੀਆ ਤੌਰ ਤੇ ਦੱਸਿਆ। ਪਰ ਮੈਂ ਇੱਕ ਗੱਲ ਕਹਿਣਾ ਚਾਹੂੰਗਾ, ਜਿਵੇਂ ਤੁਸੀਂ ਗੱਲ ਸ਼ੁਰੂ ਕੀਤੀ ਬਹੁਤ ਵਧੀਆ ਤਰੀਕੇ ਨਾਲ ਕਿ ਸਾਡੀ ਮੈਮਰੀ ਸ਼ਾਰਟ ਹੈ ਥੋੜੀ, ਸਾਡੀ ਮੈਮਰੀ ਵੋਟਰ ਦੀ ਥੋੜੀ ਵੀਕ ਹੈ। ਸੋ ਉਹਨੂੰ ਸੋਚਦਿਆਂ ਹੋਇਆ ਜਿਹੜਾ ਬੈਨੀਫਿਟ ਆਫ ਡਾਊਟ ਹੈ ਉਹ ਕਿਤੇ ਨਾ ਕਿਤੇ ਦੂਸਰੀ ਪਾਰਟੀਜ਼ ਨੂੰ ਮਿਲ ਸਕਦਾ ਹੈ, ਜਦ ਕਿ ਲੋਕਾਂ ਦੇ ਮਨ 'ਚ ਫਰੈਸ਼ ਹੈ ਇਹ ਸਾਰੇ ਸਕੈਂਡਲਸ। ਤੇ ਕਿਤੇ ਨਾ ਕਿਤੇ ਜਿਹੜੀ ਡਿਬੇਟ ਵੀ ਹੋਈ ਹੈ, ਅੰਗਰੇਜ਼ੀ ਡਿਬੇਟ ਨੇ ਕੁਛ ਨਾ ਕੁਛ ਮਾਹੌਲ ਨੂੰ ਬੜਾ ਹਿਲਾ ਕੇ ਰੱਖਦਾ ਹੈ। ਤਾਂ ਪਰ ਉਹਦੇ ਵਿੱਚੋਂ ਜਿਹੜਾ ਮੇਨ ਮੁੱਦਾ ਨਿਕਲਿਆ ਉਹ ਬਿੱਲ 21 ਦਾ ਨਿਕਲਿਆ ਕਿ ਰੇਸਿਜ਼ਮ ਦਾ, ਜਿਵੇਂ ਤੁਸੀਂ ਹੁਣੇ ਗੱਲ ਕੀਤੀ ਥੋੜੇ ਦੇ ਵੀ ਦਸਤਾਰਾਂ ਵੀ ਲਾਉਣੀਆਂ ਪੈ ਸਕਦੀਆਂ ਨੇ, ਕ੍ਰੋਸ ਵੀ ਉਤਰਨਗੇ, ਕਿੱਪਾ ਵੀ ਉਤਰਨਗੇ, ਸਭ ਹਰੇਕ ਧਰਮ ਦੇ ਲੋਕਾਂ ਨੂੰ ਇਹਦੇ ਤੋਂ ਥੋੜਾ ਬਹੁਤ ਕਿਤੇ ਨਾ ਕਿਤੇ ਇਫੈਕਟ ਹੋਊਗਾ ਹੀ ਹੋਊਗਾ, ਜ਼ਰੂਰ ਬਹੁਤ ਵੱਡਾ ਇੰਪੈਕਟ ਹੋਊਗਾ ਰਾਦਰ। ਤੇ ਜਿਹੜੀ ਗੱਲ ਵੀ ਡਿਬੇਟ ਪਿੱਛੇ ਜੇ ਟੌਪਿਕ ਚੱਲਦਾ ਸੀਗਾ ਇੱਕ ਤੁਹਾਡੇ ਸ਼ੋਅ ਤੇ ਕਿ ਡਿਬੇਟ ਦਾ ਕਿੰਨਾ ਕੁ ਫਰਕ ਪੈਂਦਾ ਹੈ, ਮੈਂ ਸਮਝਦਾ ਡਿਬੇਟ ਦਾ ਫਰਕ ਇੰਨਾ ਨਹੀਂ ਪੈਂਦਾ, ਪਰ ਡਿਬੇਟ ਤੋਂ ਬਾਅਦ ਜਿਹੜੀ ਅੱਜ ਡਿਬੇਟ ਚੱਲ ਰਹੀ ਹੈ, ਜਿਵੇਂ ਹੁਣ ਚੱਲ ਰਹੀ ਹੈ, ਇਹ ਬਹੁਤ ਜ਼ਿਆਦਾ ਫਰਕ ਪਾਉਂਦੀ ਹੈ। ਵੀ ਜਿਹੜੀ ਗੱਲ ਪਹਿਲਾਂ ਕੀਤੀ ਵੀ ਲਿਬਰਲਸ ਨੂੰ ਬੈਨੀਫਿਟ ਆਫ ਡਾਊਟ ਨਹੀਂ ਮਿਲ ਸਕਦਾ ਕਿਉਂਕਿ ਉਹਨਾਂ ਦੀ ਜਿਹੜੀ ਮੈਮਰੀ ਬਹੁਤ ਫਰੈਸ਼ ਹੈ। ਤੇ ਇਸ ਵਾਰ ਜਿਵੇਂ ਕਿ ਜਾਪ ਰਿਹਾ ਲੀਡਰਸ਼ਿਪ ਦੇ ਤੌਰ ਤੇ ਲੀਡਰ ਸਾਰੇ ਹੀ ਦੇ ਡੂ ਨਾਟ ਹੈਵ ਵਾਟ ਇਟ ਰਿਕੁਆਇਰ, ਕਿਉਂਕਿ ਟਾਈਮ ਬਹੁਤ ਹੀ ਚੈਲੰਜਿੰਗ ਹੈਗਾ। ਤੇ ਇਹ ਤੋਂ ਜੇ ਆਪਾਂ ਪਾਸਟ ਦੀ ਗੱਲ ਸੁਣੀਏ ਤਾਂ ਪਾਸਟ ਵਿੱਚ ਲਿਬਰਲਸ ਵਰ ਦੀ ਓਨਲੀ ਪੀਪਲ ਦੈਟ ਹੈਂਡਲਡ ਦਿਸ ਨਾ, ਸੋ ਉਹਨਾਂ ਨੂੰ ਇਹ ਬੈਨੀਫਿਟ ਆਫ ਡਾਊਟ ਨਹੀਂ ਮਿਲ ਸਕਦਾ ਕਿ ਉਹਨਾਂ ਨੇ ਵਧੀਆ ਹੈਂਡਲ ਕੀਤਾ ਜਾਂ ਮਾੜਾ ਹੈਂਡਲ ਕੀਤਾ। ਜ਼ਰੂਰ ਕਿਤੇ ਨਾ ਕਿਤੇ ਮਾੜੇ ਵੱਲ ਇਸ਼ਾਰਾ ਜ਼ਿਆਦਾ ਜਾਂਦਾ ਹੈ। ਤੇ ਜਿਹੜੇ
NDP ਹੈ ਉਹ ਇਸ ਟਾਈਮ ਤੇ ਕਹਿ ਰਹੀ ਹੈ ਵੀ ਅਸੀਂ Amazon ਤੇ ਟੈਕਸ ਲਾ ਦਾਂਗੇ ਜਾਂ ਏਦਾਂ ਰਿਚੈਸਟ ਤੇ ਟੈਕਸ ਲਾ ਦਾਂਗੇ। ਉਹਨਾਂ ਕੋਲ ਪਲਾਨ B ਕੋਈ ਨਹੀਂ ਹੈਗਾ ਮੈਂ ਸਮਝਦਾ। ਜੇ ਹੁਣ Amazon ਬੈਠਾ ਤਾਂ ਹੋਇਆ ਨਹੀਂ ਹੈ ਵੀ ਸਾਡੇ ਕੋਲ ਟੈਕਸ ਲਾਓ ਅਸੀਂ ਦੇ ਦਾਂਗੇ ਨਾਲ ਦੀ ਨਾਲ। there would certainly be lawsuits and everything, right? ਤੇ ਤੀਸਰੇ ਤੌਰ ਤੇ ਜਿਹੜੇ ਆਪਣੇ ਟੂਲ ਸਾਹਿਬ ਨੇ ਐਰਨ ਟੂਲ ਜਿਹੜੇ ਵੱਡੇ ਲੀਡਰ ਨੇ ਇਸ ਇਲੈਕਸ਼ਨਸ ਵਿੱਚ ਉਹ ਆਪਣੇ ਆਪ ਨੂੰ ਇੱਕ ਕੰਜ਼ਰਵੇਟਿਵਸ਼ਿਪ ਨੂੰ ਚੇਂਜ ਕਰਨ ਦੀ ਗੱਲ ਕਰ ਰਹੇ ਨੇ। ਉਹ ਬੈਨੀਫਿਟ ਆਫ ਡਾਊਟ ਨੂੰ ਆਪਣੇ ਆਪ ਨੂੰ ਮਿਟੀਗੇਟ ਕਰ ਰਹੇ ਨੇ, ਕਲੀਅਰ ਆਫ ਕਰ ਰਹੇ ਨੇ ਕਿ ਅਸੀਂ ਉਹ ਕੰਜ਼ਰਵੇਟਿਵ ਨਹੀਂ ਹੈ ਜੋ ਪਹਿਲਾਂ ਸੀ, ਜਿਹੜੇ ਪਹਿਲੇ ਸੀ। ਯੈਸ ਵੀ ਆਰ ਨਿਊ ਜੀ। ਇੱਕ ਤਰੀਕੇ ਨਾਲ ਮਾਰਕੀਟਿੰਗ ਜਾਂ ਪਰਸਪੈਕਟਿਵ ਆਪਣਾ ਇਹ ਦੇ ਰਹੇ ਨੇ ਵੀ ਅਸੀਂ ਡਿਫਰੈਂਟ ਆ, ਵੀ ਸਾਨੂੰ ਚਾਂਸ ਦਿੱਤਾ ਜਾਵੇ। ਸੋ ਇਹਦੇ ਵਿੱਚ ਵੋਟਰ ਦਾ ਜ਼ਰੂਰ ਰਾਈਟ ਹੈ ਤੇ ਪ੍ਰੈਕਟਿਸ ਕਰਨਾ ਬਹੁਤ ਜ਼ਰੂਰੀ ਹੈ ਕਿ ਵੋਟ ਪਾਉਣੀ ਹਰੇਕ ਬੰਦੇ ਦਾ ਡੈਮੋਕ੍ਰੈਟਿਕ ਰਾਈਟ ਹੈ ਤੇ ਵੋਟ ਪਾਉਣੀ ਚਾਹੀਦੀ ਹੈ। ਪਰ ਕਿਤੇ ਨਾ ਕਿਤੇ ਇਹ ਡਿਸਕਸ਼ਨ 'ਚ ਅਸੀਂ ਦੂਰ ਰਹਿ ਜਾਂਦੇ ਹਾਂ ਵੀ ਕੀ ਸਾਨੂੰ ਐਜੂਕੇਟਿਡਲੀ ਵੋਟ ਵੀ ਪਾਉਣੀ ਚਾਹੀਦੀ ਹੈ ਜਾਂ ਕੌਨਸ਼ੀਅਸਲੀ ਵੀ ਵੋਟ ਪਾਉਣੀ ਚਾਹੀਦੀ ਹੈ। ਕੀ ਸਾਨੂੰ ਇਹੀ ਮੁੱਦਾ ਦੇਖਣਾ ਚਾਹੀਦਾ ਹੈ ਵੀ ਸਾਨੂੰ ਪੁਰਾਣੇ ਨੇ ਪੈਸੇ ਦਿੱਤੇ ਸੀਗੇ ਪੈਂਡੇਮਿਕ ਦੇ ਟਾਈਮ ਤੇ ਤਾਂ ਅਸੀਂ ਵੋਟ ਪਾ ਰਹੇ ਹਾਂ, ਵੀ ਚਾਹੇ ਉਹ ਪੈਨਾਮਾ ਸਕੈਮਸ ਜਾਂ ਇਹ ਸਾਰਾ ਸਰਬ ਦਾ ਪੈਸਾ ਅਸੀਂ ਖੁਦ ਹੀ ਆਪ ਲੋਕਾਂ ਨੂੰ ਵਾਪਸ ਕਰਨਾ ਹੈ ਤੇ ਡੈਫਿਸਿਟ ਹੈ ਉਹ ਕਿਵੇਂ ਪੂਰਾ ਕਰਨਾ ਹੈ ਤੇ ਅਸੀਂ ਆਪਣੇ ਫੇਵਰੇਟਿਜ਼ਮ ਜਾਂ ਵੀ ਚੈਰਿਟੀ ਨੂੰ ਕਿਵੇਂ ਹੈਂਡਲ ਕਰ ਰਹੇ, ਅਸੀਂ ਮੋਰਲੀ ਕਿੱਦਾਂ ਦੇ ਲੋਕ ਹੈਗੇ ਆ ਜਿਨ੍ਹਾਂ ਨੂੰ ਵੋਟ ਪਾ ਰਹੇ ਹਾਂ। ਸੋ ਮੈਂ ਸਮਝਦਾ ਇਹ ਬਹੁਤ ਵੱਡੀ ਜਿਹੜੀ ਗੱਲ ਹੈ ਜਿਹਦੇ ਤੇ ਧਿਆਨ ਦੇਣਾ ਵੋਟਰਾਂ ਲਈ ਬਹੁਤ ਜ਼ਰੂਰੀ ਹੈ। ਧੰਨਵਾਦ ਖੁਰਾਣਾ ਜੀ, ਬਹੁਤ ਬਹੁਤ ਧੰਨਵਾਦ। ਵਿਪਨਦੀਪ ਖੁਰਾਣਾ ਜੀ ਗੱਲਬਾਤ ਕਰ ਰਹੇ ਸਨ। ਗਗਨ ਸਿੰਘ ਪੰਜਾਬ ਫੋਰੈਕਸ, ਪੰਜਾਬ ਨੂੰ ਡਾਲਰ ਭੇਜਣੇ ਆ ਰੁਪਈਆਂ ਦੇ ਰੂਪ 'ਚ ਤਾਂ ਇੱਥੇ ਫੜਾ ਦਿਓ ਤੇ ਉੱਥੇ 604 349 13 ਰੁਪਈਏ ਵਾਫਰ ਹੋਗੇ ਤਾਂ ਡਾਲਰ ਇੱਥੇ ਚਾਹੀਦੇ ਹੈ ਤਾਂ ਵੀ ਦਾਅਵਾ ਦੇ ਵਾਅਦਾ ਪੱਕਾ ਗੱਲ ਕਹਿਤੀ ਤਾਂ ਹੋ ਜਾਣੀ ਹੈ। ਅੱਜ ਤੱਕ ਕੋਈ ਉਲੰਭਾ ਨਹੀਂ, ਕੋਈ ਧੋਖਾ ਨਹੀਂ, ਟਾਈਮ ਤੇ ਰਕਮ ਪਹੁੰਚਦੀ ਹੈ। 604 349 13 ਗਗਨ ਸਿੰਘ। ਡੇ ਟੂ ਡੇ ਹੋਲਸੇਲ ਕੈਸ਼ ਐਂਡ ਕੈਰੀ 604 503 8787 ਡੇ ਟੂ ਡੇ ਹੋਲਸੇਲ.ca। ਇਸ 'ਤੇ ਵੀਕਲੀ ਸਪੈਸ਼ਲ ਦੇਖ ਸਕਦੇ ਹੋ, ਤਾਜ਼ੇ ਫਲ ਸਬਜ਼ੀਆਂ ਸਾਰੀਆਂ ਤੇ ਘਰ ਸ਼ੁਰੂ ਕਰਨਾ ਤੇ ਘਰ ਬੰਨਣ ਦਾ ਜਿਹੜਾ ਸਮਾਨ ਮਤਲਬ ਰਸੋਈ ਦਾ ਸਾਰਾ ਸਮਾਨ 604 503 8787 7843 128 ਸਟਰੀਟ ਡੇ ਟੂ ਡੇ ਹੋਲਸੇਲ ਕੈਸ਼ ਐਂਡ ਕੈਰੀ। ਟਾਈਲ ਮਾਰਟ ਦੀਆਂ 4 ਲੋਕੇਸ਼ਨਾਂ 6245 202 ਸਟਰੀਟ ਲੈਂਗਲੀ 129 90 80 ਐਵਨਿਊ ਯੂਨਿਟ ਨੰਬਰ 5 ਸਰੀ, ਯੂਨਿਟ 3 34 252 ਮਾਸਟਰ ਰੋਡ ਐਬਸਫੋਰਡ, ਯੂਨਿਟ 100 3903 99 ਸਟਰੀਟ ਨਾਰਥ ਵੈਸਟ ਐਡਮਿੰਟਨ। ਫੋਨ ਚਾਰਾਂ ਦਾ ਇਹ ਸਾਂਝਾ 604 427 84 53। ਕਾਊਂਟਰ ਟਾਪ ਹਾਰਡਵੁੱਡ ਟਾਇਲਸ ਬਾਈਨਲ ਫਲੋਰ ਕਵਰਿੰਗ 604 427 84 53। ਨਿਕ ਲਾਈਨ ਨੰਬਰ 4। ਹਾਂਜੀ ਮੈਂ ਕਿਹਾ ਜੀ ਮਹਾਰਾਜ ਜੀ ਗੱਲ ਇਸ ਤਰ੍ਹਾਂ ਵਾ ਪਈ ਜੇ ਮੈਂ ਹੋਵਾਂ ਜਸਟਿਨ ਟਰੂਡੋ, ਜੇ ਮੈਂ ਹੋਵਾਂ ਪ੍ਰਾਈਮ ਮਿਨਿਸਟਰ ਤੇ ਮੇਰੇ ਜਿਹੜੇ ਮਿਨਿਸਟਰ ਨੇ ਜਿਹੜੇ ਸਾਰੇ ਦੇ ਹੈਵ ਟੂ ਵਰਕ ਅੰਡਰ ਮਾਈ ਗਾਈਡੈਂਸ। ਮੈਂ ਨਹੀਂ ਕਹਿੰਦਾ ਵੀ ਇੰਡੀਆ ਵਰਗੀ ਗਾਈਡੈਂਸ ਹੋਵੇ, ਆਮ ਨਾਟ ਟਾਕਿੰਗ ਅਬਾਊਟ ਦੈਟ, ਆਮ ਟਾਕਿੰਗ ਅਬਾਊਟ ਵੈਸਟਰਨ ਡੈਮੋਕ੍ਰੇਸੀਜ਼। ਹਾਂਜੀ ਮੇਰੇ ਅੰਦਰ ਦੀ ਗਾਈਡੈਂਸ ਹੋਵੇ ਤੇ ਮੈਨੂੰ ਤੇ ਸ਼ੁਰੂ ਤੋਂ ਇਹੋ ਲੱਗਾ ਵਾ, ਹਲੇ ਵੀ ਇਹੋ ਲੱਗਦਾ ਵਾ ਭਈ ਜੋਡੀ ਵਿਲਸਨ ਰੇਬੋਲਡ ਥੋੜਾ ਆਪਣੇ ਵਾਸਤੇ ਸਪੈਸ਼ਲ ਸਟੇਟਸ ਚਾਹੁੰਦੀ ਸੀਗੀ, ਉਹਨੂੰ ਉਸ ਦਾ ਸਪੈਸ਼ਲ ਸਟੇਟਸ ਮਿਲਿਆ ਨਹੀਂ। ਦੈਟਸ ਵਾਟ ਆਈ ਥਿੰਕ ਸ਼ੀ ਵਾਜ਼ ਐਕਸਪੈਕਟਿੰਗ। ਕਿਹੜਾ ਸਪੈਸ਼ਲ ਚਾਹੁੰਦੀ ਸੀ ਨਿਕ ਸਾਹਿਬ? ਉਹ ਕਿਹੜਾ ਸਟੇਟਸ? ਉਹ ਦੇਖੋ ਜੀ ਉਹਨੂੰ ਮਿਨਿਸਟਰੀ ਜਿਹੜੀ ਮਿਲੀ ਸੀ ਉਹ ਦਿਸ ਇਜ਼ ਨਾਟ ਵਨ ਆਫ ਦ ਟਾਪ ਮਿਨਿਸਟਰੀ ਅਟਾਰਨੀ ਜਨਰਲ। ਨੋ ਇਦੋਂ ਬੜੀ ਟਾਪ ਮਿਨਿਸਟਰੀ ਕਿਹੜੀ ਹੈ? ਅਟਾਰਨੀ ਜਨਰਲ ਤੇ ਜਸਟਿਸ ਜਿਹੜਾ ਫੋਰਨ ਅਫੇਅਰਸ। ਯਾ ਬਟ ਸਟਿਲ ਹੀ ਇਜ਼ ਅ ਲਾਇਰ, ਸ਼ੀ ਇਜ਼ ਅ ਲਾਇਰ, ਵੈਲ ਨੋਨ ਲਾਇਰ। ਉਹਨੂੰ ਉਹਦੇ ਜਿੱਥੇ ਫਿੱਟ ਸੀ ਉਹਨੂੰ ਦੇਤੀ ਉਹਨੇ। ਹਾਂਜੀ ਹਾਂਜੀ ਪਰ ਮੇਰਾ ਆਪਣਾ ਵਿਚਾਰ ਇਹ ਵਾ ਵੀ ਜੇ ਮੈਂ ਪ੍ਰਧਾਨ ਮੰਤਰੀ ਹੋਵਾਂ ਜੀ ਤੇ ਮੇਰੇ ਮਿਨਿਸਟਰ ਜਿਹੜੇ ਨੇ ਦੇ ਹੈਵ ਟੂ ਵਰਕ ਅੰਡਰ ਮਾਈ ਡਾਇਰੈਕਸ਼ਨ, ਮਾਈ ਗਾਈਡਲਾਈਨ। ਉਹ ਮਤਲਬ ਬਾਦਲ ਸਾਹਿਬ ਤੇ ਅਮਰਿੰਦਰ ਵਾਂਗੂ ਤੁਸੀਂ ਚਾਹੁੰਦੇ ਹੋ ਵੀ ਉਸ ਤਰ੍ਹਾਂ ਹੋ? ਨਹੀਂ ਉਹਨਾਂ ਮਾੜਾ ਹਾਲ ਨਹੀਂ। ਓਕੇ, ਮਤਲਬ ਉਹਦੇ ਕਹਿਣ ਤੇ ਉਹਨੂੰ ਡਿਫਰ ਕਰਨਾ ਚਾਹੀਦਾ ਸੀ। ਹਾਂਜੀ ਨਹੀਂ ਉਹ ਬਾਦਲ ਤੇ ਅਮਰਿੰਦਰ ਉਹ ਇੰਨਾ ਮਾੜਾ ਹਾਲ ਨਹੀਂ ਮੇਰਾ ਸਿੱਧੂ ਵਾਂਗੂ। ਓਕੇ ਆਪੇ ਸਵਾਲ ਆਪੇ ਜਵਾਬ ਦੇਣੇ ਨਿਕ ਸਾਹਿਬ, ਤੁਸੀਂ ਬੜੀ ਫਨੀ ਪਰਸਨੈਲਿਟੀ ਹੋ। ਵਪਾਰਕ ਸੰਦੇਸ਼ਾਂ ਦਾ ਬਾਅਦ ਤੂਰ ਸਾਹਿਬ ਨਾਲ ਗੱਲ ਕਰਦੇ ਆ ਵੀ ਕਿਵੇਂ ਹੋਣਾ ਚਾਹੀਦਾ। ਲੈ ਵੀ ਹੁਣ ਸਮਾਂ ਭੱਜਣਾ ਹੈ ਤੇ ਕਾਲਰਾਂ ਨੂੰ ਬੇਨਤੀ ਹੈ ਵੀ ਸਮਾਂ ਵੱਧ ਨਹੀਂ ਹੈ, ਮਿੰਟ ਮਿਲੂਗਾ। 3 ਕਾਲਰ ਨੇ। ਤੂਰ ਸਾਹਿਬ ਲਾਈਨ ਨੰਬਰ 1। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ। ਬੇਸਿਕਲੀ ਨਾ ਜਿਹੜਾ ਸੇਖੋ ਸਾਹਿਬ ਨੇ ਕਿਹਾ ਵੀ ਕਰਪਸ਼ਨ ਔਰ ਹੈ ਤਾਂ ਬਿਲਕੁਲ ਹੋਰ ਵੀ ਕੁਝ ਚੀਜ਼ਾਂ ਸੀਗੀਆਂ ਪਰ ਮੈਂ ਹੁਣ ਬਾਹਲਾ ਨਹੀਂ ਜਾਂਦਾ। ਇਹ ਤਾਂ ਜਿਹੜੇ ਦੇਸ਼ਾਂ ਤੋਂ ਆਪਾਂ ਆਏ ਆ ਵੀ ਇਹਨਾਂ ਡਰ ਦੇ ਮਾਰੇ ਕਰਪਸ਼ਨ ਤੋਂ ਵੀ ਉੱਥੇ ਆਮ ਬੰਦੇ ਦੀ ਨਹੀਂ ਸੀ ਸੁਣੀ ਜਾਂਦੀ।
ਭਾਈ ਉਸ ਰਾਹ ਤੇ ਮੈਂ ਕਹਿੰਦਾ 50% ਤੁਰ ਪਏ ਆਪਾਂ ਤੇ ਇਹਦੂ ਗਾਹਾਂ ਕਿੱਥੇ ਜਾਵਾਂਗੇ, ਗਾਹਾਂ ਤਾਂ ਸਮੁੰਦਰ ਆ। ਸੋ ਇਸ ਲਈ ਤੁਹਾਨੂੰ ਸੋਚਣਾ ਚਾਹੀਦਾ ਵੀ ਇੰਨੀ ਕਰਪਸ਼ਨ ਐਤਕੀ ਹੋਈ ਆ, ਕੋਈ ਅੰਤ ਹੀ ਨਹੀਂ। ਉਹ ਵੀ ਓਪਨਲੀ ਉਹ ਵੀ ਆ ਗਿਆ, ਪੇਪਰਾਂ ਦੇ ਵਿੱਚ ਆਇਆ, ਸਾਰੇ ਕਿਤੇ ਆ। ਔਰ ਦੂਸਰਾ ਜਿਹੜਾ ਹਾਊਸਿੰਗ ਦਾ ਹੈਗੀ ਆ, ਲੋਕਾਂ ਦੀ ਮੈਮਰੀ ਬਹੁਤ ਛੋਟੀ ਆ। 4-5 ਮਹੀਨੇ ਇੱਕ ਸਟੂਡੈਂਟ ਜਿਹੜੇ ਆ ਉਹ ਕਹਿੰਦੇ ਅਸੀਂ ਘਰ ਨਹੀਂ ਲੈ ਸਕਦੇ, ਡਾਕਟਰ ਕਹਿੰਦਾ, ਲਾਇਰ ਕਹਿੰਦਾ ਅਸੀਂ ਘਰ ਨਹੀਂ ਲੈ ਸਕਦੇ, ਬਜ਼ੁਰਗ ਕਹਿੰਦੇ ਸਾਡਾ ਘਰ ਲਏ ਨੂੰ 40 ਸਾਲ ਹੋ ਗਏ, ਇਹਦੀ ਕੀਮਤ ਮਿਲੀਅਨ ਤੋਂ ਉੱਤੇ ਹੋ ਗਈ, ਸਾਡੇ ਕੋਲ ਤਾਂ ਪੈਨਸ਼ਨ ਹੀ ਆ, ਅਸੀਂ ਨਹੀਂ ਦੇ ਸਕਦੇ, ਇਹਦਾ ਟੈਕਸ ਵੱਧ ਗਿਆ, ਪ੍ਰੋਪਰਟੀ ਟੈਕਸ, ਸਾਡੇ ਘਰ ਚੱਲੇ। ਉਹ ਹੁਣ ਇਹ ਮੁੱਦਾ ਥੈਂਕ ਯੂ ਗੋਰਿਆਂ ਦਾ, ਜਾਂ ਹੁਣ ਤੁਸੀਂ ਲੈ ਕੇ ਆਏ ਹੋ, ਗੋਰਿਆਂ ਨੇ ਮੁੱਦਾ ਚੱਕਿਆ ਵੀ ਅਸੀਂ ਘਰ ਨਹੀਂ ਅਫੋਰਡ ਕਰਦੇ, ਸਾਡਾ ਦੇਸ਼ ਆ। ਹੁਣ ਜਿਹੜੀ ਪਾਲਿਸੀ ਦੇ ਵਿੱਚ ਹੀ ਲਿਖਿਆ, 6 ਸਾਲ ਹੋ ਗਏ ਪਾਲਿਸੀ ਲਿਖੀ ਨੂੰ, ਉਹਨਾਂ ਦੇ ਸੈਕਟਰੀ ਨੇ ਕਹਿਤਾ, ਟਰੂਡੋ ਸਾਹਿਬ ਦੇ ਨੇ, ਕਹਿੰਦੇ ਹਾਊਸਿੰਗ ਸੈਕਟਰੀ ਕਹਿੰਦਾ ਵੀ ਸਾਡੀ ਪਾਲਿਸੀ ਤਾਂ ਬਣੀ ਹੀ ਬਾਹਰਲੇ ਲੋਕਾਂ ਲਈ ਆ, ਜਿਹੜੇ ਕੈਨੇਡਾ 'ਚ ਨਹੀਂ ਰਹਿੰਦੇ ਫੋਰਨ ਵਾਇਰ। ਕੈਨੇਡੀਅਨ ਲੋਕਾਂ ਦਾ ਘਰ ਲੈਣ ਜਾਂ ਨਾ ਲੈਣ ਸਾਨੂੰ ਕੋਈ ਮਤਲਬ ਨਹੀਂ। ਇਹ ਜਦੋਂ ਆਪ ਹੀ ਕਹਿ ਗਿਆ, ਉਹ ਜਿੰਨੀ ਦੇਰ ਪਾਲਿਸੀ ਚੇਂਜ ਨਹੀਂ ਕਰਦੇ ਤਾਂ ਬਾਕੀ ਕਿਵੇਂ ਚੇਂਜ ਕਰਨਗੇ? ਬਾਈ ਜੀ ਥੈਂਕ ਯੂ ਤੂਰ ਸਾਹਿਬ। ਆਉਣ ਵਾਲੇ ਦਿਨਾਂ 'ਚ ਆ ਵੀਕ ਆਪਾਂ ਇਹ ਸੈਗਮੈਂਟ ਕੰਟੀਨਿਊ ਕਰਨੀ ਆ ਕਿ ਰਿਫਰੈਸ਼ ਲੋਕ ਹੋਣ ਵੀ ਕਿਹੜੇ ਪਾਰਟੀ ਨੇ ਕੀ ਕੀਤਾ। ਸਾਰੀਆਂ ਪਾਰਟੀਆਂ ਅਕਾਊਂਟੇਬਲ ਕਿੱਥੇ ਕਿੱਥੇ ਉਹ ਗਲਤ ਨੇ ਉਹਨਾਂ ਲਈ ਹੋਏਗਾ। ਓਬਵੀਅਸਲੀ ਜਿਹੜੀ ਗਵਰਨ ਕਰਦੀ ਹੈ ਉਹਨੂੰ ਲੋਕ ਇਹ ਬੈਨੀਫਿਟ ਆਫ ਡਾਊਟ ਦਿੰਦੇ ਨੇ ਵੀ ਕੰਮ ਕਰਦਿਆਂ ਤੋਂ ਗਲਤੀਆਂ ਹੁੰਦੀਆਂ ਨੇ, ਪਰ ਫਿਰ ਵੀ ਗਲਤੀਆਂ ਦਾ ਲੈਵਲ ਕੀ ਹੈ। ਸੁਖਬੀਰ ਪੂਨੀਆ ਜੀ, ਹੈਲੋ, ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਗਿੱਲ ਸਾਹਿਬ, ਬਾਕੀ ਤੁਹਾਡੀ ਗੱਲ ਠੀਕ ਹੈ ਕਿ ਲੋਕਾਂ ਦੀ ਮੈਮਰੀ ਸ਼ਾਰਟ ਹੁੰਦੀ ਹੈ, ਪਲੱਸ ਚੇਤਾ ਰੱਖਣਾ ਚਾਹੀਦਾ ਜਿਹੜੀ ਲੋਕਾਂ ਦੀ ਖੱਜਲ ਖਰਾਬੀ ਹੁਣ ਹੋ ਰਹੀ ਹੈ ਇੰਡੀਆ ਦੇ ਵਿੱਚ ਫਸੇ ਹੋਇਆਂ ਦੀ, ਜਾਂ ਪਿਛਲੇ ਸਾਲਾਂ ਦੇ ਵਿੱਚ ਹੋਈ ਆ, ਉਹ ਗੱਲਾਂ ਚੇਤੇ ਰੱਖਣੀਆਂ ਚਾਹੀਦੀਆਂ। ਪਰ ਮੈਨੂੰ ਤਾਂ ਹੈਰਾਨੀ ਹੁੰਦੀ, ਮੈਨੂੰ ਫੋਨ ਆਇਆ ਜੀ ਸਾਡੇ MP ਦੇ ਆਫਿਸ ਤੋਂ, ਸਰਾਏ ਸਾਹਿਬ ਦੇ, ਮੈਂ ਉੱਥੇ ਏਰੀਏ 'ਚ ਰਹਿਣਾ, ਕਹਿੰਦਾ ਜੀ ਤਰੱਕੀ ਬਹੁਤ ਕਰਤੀ। ਮੈਂ ਕਿਹਾ ਕਿਹੜੀ ਤਰੱਕੀ ਕਰਤੀ? ਕਹਿੰਦਾ ਇੰਨੀਆਂ ਉੱਚੀਆਂ ਬਿਲਡਿੰਗਾਂ ਬਣਾਤੀਆਂ ਸਾਰੀ ਸੈਂਟਰ 'ਚ। ਮੈਂ ਕਿਹਾ ਰਾਏ ਸਾਹਿਬ ਨੇ ਬਣਾਤੀਆਂ, MP ਸਾਹਿਬ ਦੇ ਇਹ ਅਧਿਕਾਰ ਖੇਤਰ 'ਚ ਉਹਦਾ ਕੰਮ, ਕਮਾਲ ਕਰਤੀ, ਚਰਾਈ ਲਾਈ ਜਾਂਦੇ। ਮੈਂ ਕਿਹਾ ਵੀ ਐਟਲੀਸਟ ਮੇਰੇ ਕੋਲ ਕੁਐਸਚਨ ਹੈਗੇ, ਮੈਨੂੰ ਉਹਨਾਂ ਦਾ ਜਵਾਬ ਦੇਣ। ਤੁਹਾਡੇ MP ਸਾਹਿਬ ਮੇਰੇ ਕੋਲ ਆਉਣ, ਮੈਂ ਗੱਲਬਾਤ ਉਹਨਾਂ ਨਾਲ ਕਰਨੀ ਚਾਹੁੰਦਾ ਵੀ ਡੋਨੋ ਕਰਨ, ਮੇਰੇ ਸਵਾਲਾਂ ਜਵਾਬ ਦੇ ਦਿਓ। ਪਹਿਲੀ ਗੱਲ ਮੈਨੂੰ ਇਹੀ ਜਵਾਬ ਦੇ ਦਿਓ, ਇਲੈਕਸ਼ਨ ਦੀ ਲੋੜ ਸੀਗੀ ਹੁਣ? ਉੱਤੋਂ ਤਾਂ ਕਹਿੰਦੇ ਕੋਵਿਡ ਆ, ਫਿਰ ਲੋਕੀ ਮਰ ਰਹੇ ਹੈਗੇ, ਤੁਹਾਨੂੰ ਇਲੈਕਸ਼ਨ ਦੀ ਪਈ ਹੋਗੀ, ਤੁਸੀਂ ਤਾਂ ਆਪਣੀਆਂ ਜੋਬਾਂ ਸਿਕਿਉਰ ਕਰਨ ਤੇ ਤੁਰੇ ਹੋਏ ਆ। ਇਹਦੀ ਕਿਹੜਾ ਗਰੰਟੀ ਹੈਗੀ ਕਿ ਤੁਹਾਨੂੰ ਮੈਜੋਰਟੀ ਮਿਲ ਜਾਊਗੀ? ਫਿਰ ਜਿੰਨੇ ਘਟਾਲੇ ਹੋਏ ਹੈਗੇ ਇਸ ਟਾਈਮ ਲਿਬਰਲ ਦੇ ਰਾਜ ਦੇ ਵਿੱਚ, ਸੇਖੋ ਸਾਹਿਬ ਪਹਿਲਾਂ ਦੱਸ ਹੀ ਗਏ ਆ, ਪਲੀਜ਼ ਅਸੀਂ ਉੱਤੇ ਉੱਠੇ, ਆਪਣੇ ਬੱਚਿਆਂ ਬਾਰੇ ਸੋਚੀਏ। ਅਸੀਂ ਤਾਂ ਆਲਮੋਸਟ ਕਹਿੰਦਾ ਉਹਦੀ ਉਮਰ ਗਾਲ ਹੰਡਾ ਚੁੱਕੇ ਆ, ਜਿਹੜੇ ਸਾਡੇ ਬੱਚੇ ਆਉਣੇ ਆ ਉਹ ਕਿੱਥੇ ਜਾਣਗੇ? ਬਿਲਕੁਲ, ਥੈਂਕ ਯੂ ਪੂਨੀਆ ਸਾਹਿਬ। ਆਉਣ ਵਾਲੇ ਦਿਨਾਂ 'ਚ ਗੱਲ ਕਰਾਂਗੇ। ਗੋਇਲ ਸਾਹਿਬ। ਹਾਂਜੀ, ਨਮਸਕਾਰ ਜੀ। ਨਮਸਕਾਰ ਜੀ, ਸਤਿ ਸ਼੍ਰੀ ਅਕਾਲ। ਹਾਂ, ਤੁਹਾਡਾ ਪੇਸ਼ੈਂਟ ਹੈ ਕਿ ਨਾ, ਠੀਕ ਹੈ ਹੁਣ? ਥੈਂਕ ਯੂ। ਹਾਂਜੀ, ਬਾਕੀ ਗੱਲ ਇਹ ਹੈ ਜੀ, ਲੋਕ ਦੇਖੋ ਕਿੰਨੀਆਂ ਸ਼ਿਕਾਇਤਾਂ ਕਰੀ ਜਾਂਦੇ ਆ। ਮੈਂ ਇਸ ਗੱਲ ਤੋਂ ਹੈਰਾਨ ਹੈ ਵੀ ਜੇ ਭਾਈ ਇਸ ਮੰਜੇ ਤੇ ਤੁਹਾਡੇ ਕੀੜੇ ਲੜਦੇ ਆ ਤਾਂ ਗਾਲ ਮੁਲਕ ਚ ਵਗ ਜਾਓ। ਇੱਥੇ ਕਿਹੜੇ ਕੋਈ ਆਂਡੇ ਲਾਹੇ ਆਪਣੇ ਵੀ ਆਪਾਂ ਨੂੰ ਨਹੀਂ ਚੰਗੇ ਲੱਗਦੇ, ਗਾਲੇ ਮੁਲਕ ਚ ਜਾਓ। ਆਪਾਂ ਜਵਾਕਾਂ ਦਾ ਭਵਿੱਖ ਦੇਖਣਾ, ਤੁਸੀਂ ਆਪਦਾ ਦੇਖਣਾ। ਇਹ ਕਰਪਟ ਕੰਟਰੀ ਹੈਗੀ, ਗਾਲ ਜੋ ਆਪਾਂ ਜੇ ਇੰਡੀਆ ਛੱਡ ਕੇ ਆਏ ਆ ਵੀ ਉੱਥੇ ਕਰਪਟ ਹੈ ਤੇ ਭਾਈ ਆਪਾਂ ਕੈਨੇਡਾ ਆ ਗਏ, ਉਹਨੇ ਕੈਨੇਡਾ ਕਰਪਟ ਹੈ ਤੇ ਫਿਰ ਆਪਾਂ ਗਾਹ ਹੋ ਜਾਓ। ਐਵੇਂ ਸ਼ਿਕਾਇਤ ਕਰੀ ਜਾਂਦੇ ਵੀ ਇਹ ਕਰਪਟ ਹੈ ਤੇ ਫਿਰ ਭਾਈ ਗਾਲੇ ਮੁਲਕ ਚ ਜਾਓ, ਇੱਥੇ ਰਹਿਣ ਦੀ ਕੋਈ ਲੋੜ ਨਹੀਂ ਹੈ। ਵੀ ਐਨੂੰ ਭਾਈ ਤੁਸੀਂ ਆ ਗਏ, ਖਾਦਾ ਪੀਤਾ, ਐਸ਼ ਕਰੋ। ਥੈਂਕ ਯੂ ਗੋਇਲ ਸਾਹਿਬ, ਥੈਂਕ ਯੂ। ਤੁਹਾਡੀ ਗੱਲ ਤੁਹਾਡੇ ਨਾਲ ਸਹੀ ਹੈ। ਕੱਲ੍ਹ ਨੂੰ ਮੁੜਦੇ ਹਾਂ ਜੀ ਫਿਰ 9:15 ਵਜੇ ਇਸ ਵਿਸ਼ੇ 'ਤੇ। ਹੁਣ ਰਾਜਨੀਤਿਕ ਪਾਰਟੀਆਂ ਦਾ ਮੁਲਾਂਕਣ ਇਸ ਹਫ਼ਤੇ ਜ਼ਰੂਰ ਹੁੰਦਾ ਰਹੇਗਾ, ਤਾਂ ਕਿ ਤੁਸੀਂ ਵੋਟ ਪਾਉਣ ਤੱਕ ਕੁਛ ਨਾ ਕੁਛ ਤੁਹਾਨੂੰ ਹੋਰ ਜ਼ਿਆਦਾ ਜਾਣਕਾਰੀ ਦਿੱਤੀ ਜਾਵੇ।